का खालसा वाहिगुरु जी की फतेह। रंग रजा मेरा साहिब, रंग रजा मेरा साहिब, रंग रजा मेरा साहिब, रंग रजा मेरा साहिब, रब रहिया भरपूर, रब रहिया भरपूर, रंग रजा मेरा साहिब, रंग रजा मेरा साहिब, रंग रजा मेरा साहिब, रब रहिया भरपूर, रब रहिया भरपूर, रंग रजा मेरा साहिब, रंग रजा मेरा साहिब। आप रसिया आप रस, आप रसिया आप रस, सारे निगामा बनी आप रसिया आप रस, आप रसिया आप रस, मबनी सरे हरे हरे सा, नीरे नीला मबनी सा, बेरसिया आप रस, बेरसिया आप रस, बेरसिया आप रस, रावण हार, आप रावण हार, आबे हो चोलना, आबे हो चोलना, आबे सेज पदार, रंग रजा मेरा साहिब, रंग रजा मेरा साहिब। आपे माझी माधुरी, आपे माझी माधुरी, आपे पाणी दार, आपे पाणी दार, आपे जल मणा गणा, आपे जल मणा गणा, आपे अंदर रंग रजा मेरा साहिब, रंग रजा मेरा साहिब। आपे बहुविध रंगुला, आपे बहुविध रंगुला, सखिए मेरा लाल, सखिए मेरा लाल, नित रवे सुहागणी, नित रवे
देख हमारा हाल, रंग रगा मेरा साहिब, रंग रगा मेरा साहिब। प्रणव नानक बेनती, प्रणव नानक बेनती, तू सरवर तू हंस, तू सरवर तू हंस, कौल तू है कविया तू है, कौल तू है कविया तू है, विवेक विकास, रंग रगा मेरा साहिब, रंग रगा मेरा साहिब। रव रहया भरपूर, रव रहया भरपूर, रंग रगा मेरा साहिब, रंग रगा मेरा साहिब, मेरा साहिब, मेरा साहिब। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰੂ ਜੀ ਤੇ ਨਦਰ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਨਾਲ ਅੱਜ ਇਹ ਬੜਾ ਹੀ ਕੀਮਤੀ ਸ਼ਬਦ ਸਾਡੇ ਸਭ ਨਾਲ ਸਾਂਝ ਕੀਤਾ ਹੈ। ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ 26 ਜਨਵਰੀ ਦਾ ਰੀਸੈਂਟਲੀ ਸੈਮੀਨਾਰ ਵੀ ਵੀਰ ਜੀ ਨਾਲ ਸਾਂਝ ਕੀਤਾ ਹੈ, ਜਿਹਦੇ ਵਿੱਚ ਅਸੀਂ ਆਤਮਕ ਹੱਕ ਲਾਲ ਕਿਵੇਂ ਕਮਾਈਦਾ ਹੈ ਉਹਦੇ ਬਾਰੇ ਸਮਝਣ ਦਾ ਯਤਨ ਕੀਤਾ ਹੈ। ਤੇ ਅੱਜ ਦਾ ਟੌਪਿਕ ਆਈ ਥਿੰਕ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੈ, ਭਾਵੇਂ ਕੋਈ ਆਸਤਕ ਹੈ, ਨਾਸਤਕ ਹੈ, ਜਾਂ ਕਿਸੇ ਵੀ ਉਮਰ ਦੇ ਦੌਰ ਵਿੱਚ ਹੋਏ, ਤੇ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਕੀਮਤੀ ਟੌਪਿਕ ਹੈ। ਤੇ ਇਹਦੇ ਨਾਲ ਸਾਡੀ ਜ਼ਿੰਦਗੀ ਨੂੰ ਹੋਰ ਬੈਟਰ ਬਣਾਉਣ ਵਾਸਤੇ ਸਾਡੀ ਬੜੀ ਹੈਲਪ ਹੋ ਸਕਦੀ ਹੈ। ਸੋ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਜੇਕਰ ਉਹ ਸਾਡੇ ਨਾਲ ਅੱਜ ਦਾ ਇਹ ਟੌਪਿਕ ਉਚਾਰਨ ਸਾਂਝ ਕਰਨ। ਤੇ ਜਦੋਂ ਤੱਕ ਵੀਰ ਜੀ ਸਾਡੇ ਨਾਲ ਰੂਬਰੂ ਹੋ ਰਹੇ ਨੇ, ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਲਿਵਿੰਗ ਚੇਅਰ ਦੇ ਵਿੱਚ ਡਿਸਪੈਂਸਰੀ ਔਰ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਕੰਮ ਹੈ, ਜੋ ਕਿ ਕੋਵਿਡ ਕਰਕੇ ਅਸੀਂ ਉਹਨਾਂ ਨੂੰ ਫਿਜ਼ੀਕਲ ਰੂਪ 'ਚ ਨਹੀਂ ਪੜ੍ਹਾ ਪਾ ਰਹੇ ਸੀ, ਉਹਦੇ ਵਾਸਤੇ ਵੀ ਉਦਮ ਜਾਰੀ ਨੇ। ਤੇ ਅਸੀਂ ਆਨਲਾਈਨ ਵੀ ਕਲਾਸਿਸ ਵਾਸਤੇ ਐਫਰਟਸ ਕਰ ਰਹੇ ਹਾਂ, ਤੇ ਜਿਹਦੇ ਵਾਸਤੇ ਤੁਸੀਂ ਸਾਰੇ ਜਿੰਨਾ ਸਾਡਾ ਸਹਿਯੋਗ ਦਿਓਗੇ, ਇਟ ਵਿਲ ਬੀ ਗੁੱਡ ਫॉर ਹਿਊਮੈਨਿਟੀ। ਇਹਦੇ ਨਾਲ ਹੀ ਗੁਣਵੰਤ ਮੰਮੀ ਜੀ ਦੇ ਨਾਂ ਹੇਠਾਂ ਜਿੰਨੇ ਵੀ ਅਸੀਂ ਨਵੇਂ ਪ੍ਰੋਜੈਕਟਸ ਚਲਾ ਰਹੇ ਹਾਂ, ਜੋ ਕਿ ਦੇਦਾਨ ਪੋਸੀਬਿਲਿਟੀ ਹੈ, ਐਂਡ ਵੀ ਆਰ ਥਿੰਕਿੰਗ ਅਬਾਊਟ ਕਿ ਵੀ ਅਸੀਂ ਹਰ ਲੋੜਵੰਦ ਮਨੁੱਖ ਦੀ ਲਾਈਫ ਇੰਸ਼ੋਰੈਂਸ ਵੀ ਕਰਾ ਸਕੀਏ। ਸੋ ਉਹਦੇ ਵਾਸਤੇ ਜਿਹੜਾ ਬੰਦਾ ਜਿਹੜੀ ਵੀ ਸਿਟੀ ਜਾਂ ਸਟੇਟ ਵਿੱਚ ਬੈਠਾ ਹੋਇਆ ਹੈ, ਕਿਉਂਕਿ ਅਸੀਂ ਭਲੀ ਭਾਂਤੀ ਜਾਣਦੇ ਹਾਂ ਕਿ ਲਿਵਿੰਗ ਚੇਅਰ ਕੋਈ ਗਰੁੱਪ ਜਾਂ ਕੋਈ ਧੜਾ ਨਹੀਂ ਹੈ, ਇਟ ਇਜ਼ ਅ ਵੇ ਆਫ ਲਿਵਿੰਗ। ਤੇ ਅਸੀਂ ਸਾਰੇ ਹੀ ਇਕੁਅਲੀ ਇਸ ਗਰੁੱਪ ਦੇ ਮੈਂਬਰ ਹਾਂ, ਤੇ ਇੱਕ ਜ਼ਿੰਮੇਵਾਰ ਮੈਂਬਰ ਹੁੰਦੇ ਹੋਏ ਅਸੀਂ ਕਿਸੇ ਵੀ ਸਟੇਟ ਵਿੱਚ, ਕਿਸੇ ਵੀ ਸਿਟੀ ਵਿੱਚ ਬੈਠੇ ਹੋਏ ਜਿਹੜੇ ਸਾਡੇ ਆਲੇ ਦੁਆਲੇ ਦੇ ਲੋਕ ਨੇ, ਉਹਨਾਂ ਦੀ ਹੈਲਪ ਔਰ ਉਹਨਾਂ ਦੀ ਮਦਦ ਕਰਕੇ, ਉਹਨਾਂ ਦੇ ਵਾਸਤੇ ਕੋਈ ਸੌਖੀ ਸਿਚੁਏਸ਼ਨ ਕ੍ਰੀਏਟ ਕਰਕੇ ਅਸੀਂ ਇਸ ਪ੍ਰੋਜੈਕਟ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾ ਸਕਦੇ ਹਾਂ। ਤੇ ਇਸੀ ਗੱਲ ਦੇ ਨਾਲ ਮੈਂ ਹੁਣ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਸਾਡੇ ਨਾਲ ਅੱਜ ਦਾ ਜਿਹੜਾ ਟੌਪਿਕ ਹੈ ਉਹ ਸ਼ੇਅਰ ਕਰਨ। ਹਾਂਜੀ ਵੀਰ ਜੀ। वाहिगुरु जी का खालसा वाहिगुरु जी की फतेह। मेरी आवाज आ रही है? ਜੀ ਆ ਰਹੀ जी जी आ रही है जी। सेंटर भी ठीक है? ਥੋੜਾ ਜਿਹਾ ਤੁਸੀਂ ਬੈੱਡ ਵੱਲ ਹੋਗੇ ਤਾਂ ਬੈਟਰ ਹੋਏਗਾ,
क्योंकि ज्यादा इधर? इधर। हाँ जी जी, इधर हुन जिथे हो बिल्कुल ठीक है, थोड़ा जिहा उधर हो जाओ। ठीक है जी ठीक है। ਵੀਰ ਜੀ ਹਲਕਾ ਜਿਹਾ ਹਲੀ ਵੀ ਆਊਟ ਹੈ। ਹੋਰ ਤੁਸੀਂ ਥੋੜਾ ਆਪਣੇ ਰਾਈਟ ਸਾਈਡ ਨੂੰ ਘੁਮਾਓ ਉਹਨੂੰ, ਆਈਪੈਡ ਨੂੰ ਹਲਕਾ ਜਿਹਾ ਰਾਈਟ ਸਾਈਡ ਨੂੰ ਘੁਮਾਓ। ਹਾਂਜੀ ਥੋੜਾ ਜਿਹਾ ਹੋਰ, ਥੋੜਾ ਜਿਹਾ, ਬਸ ਹੁਣ ਇੱਕਦਮ ਠੀਕ ਹੈ। थैंक यू जी। मेरा वॉल्यूम भी ठीक है? ठीक है जी। ਹਾਂਜੀ ਬਿਲकुल ਠੀਕ ਹੈ ਜੀ। अच्छा जी, वाहिगुरू जी का खालसा वाहिगुरू जी की फतेह। नमस्कार, अस्सलाम वालेकुम, गुड इवनिंग, गुड मॉर्निंग। ਜਿਹੜੇ ਅਮਰੀਕਾ ਜੈਸੇ ਦੇਸ਼ਾਂ 'ਚ ਕੈਨੇਡਾ ਵਗੈਰਾ ਬੈਠੇ ਨੇ ਉਹਨਾਂ ਸਾਰਿਆਂ ਨੂੰ ਗੁੱਡ ਮਾਰਨਿੰਗ। ਅਸੀਂ ਆਸਟ੍ਰੇਲੀਆ ਤੋਂ ਵੀ ਸੰਗਤ ਨਾਲ ਹੁੰਦੀ ਹੈ, ਉਹਨਾਂ ਵਾਸਤੇ ਗੁੱਡ ਇਵਨਿੰਗ। ਜਿਹੜੇ ਪ੍ਰੋਗਰਾਮ ਅਸੀਂ ਸਾਂਝ ਕਰਦੇ ਹਾਂ ਇਹ ਇਨਸਾਨੀਅਤ ਭਰਪੂਰ ਹੁੰਦੇ ਨੇ, ਸਭ ਵਾਸਤੇ ਸਾਂਝੇ ਹੁੰਦੇ ਨੇ, ਹਰ ਕੋਈ ਇਸ ਦਾ ਲਾਹਾ ਪ੍ਰਾਪਤ ਕਰ ਸਕਦਾ ਹੈ। ਤੇ ਅਸੀਂ ਇਹ ਸਿੱਖਦੇ ਹਾਂ ਕਿ ਧਰਮ ਨੂੰ ਮਜ਼ਹਬੀ ਜਨੂਨ ਦੇ ਬਦਲੇ ਧਰਮ ਨੂੰ ਇਨਸਾਨੀਅਤ, ਹਿਊਮੈਨਿਜ਼ਮ ਸਿਖਾਉਂਦਾ ਹੈ ਤੇ ਮੈਂ ਇਨਸਾਨੀਅਤ ਵਾਲਾ ਵਿਵਹਾਰ ਕਿਵੇਂ ਕਰਾਂ। ਉਹਦੇ ਵਾਸਤੇ ਅਸੀਂ ਬਾਣੀ 'ਚ ਪੜ੍ਹਦੇ ਹਾਂ, ਆਵਨ ਆਏ ਸ੍ਰਿਸ਼ਟ ਮੇਂ ਬਿਨ ਬੁਝੇ ਪਸ਼ੂ ਟੋਰ। ਅਸੀਂ ਪਸ਼ੂਆਂ ਵਾਲੀ ਬਿਰਤੀ ਵਾਲਾ ਜੀਵਨ ਨਹੀਂ ਜੀਣਾ। ਪਰ ਜੇ ਅਸੀਂ ਸਤਿਗੁਰ ਦੀ ਗੱਲ ਸਮਝੀ ਨਹੀਂ ਹੈ ਤਾਂ ਅਸੀਂ ਮੰਨ ਰਹੇ ਹਾਂ ਕਿ ਮੈਂ ਮਨੁੱਖ ਹਾਂ, ਪਰ ਅਸੀਂ ਪਸ਼ੂਤਾ ਵਾਲਾ ਜੀਵਨ ਜੀਂਦੇ ਹਾਂ। ਔਰ ਪਸ਼ੂ ਵੱਧ ਤੋਂ ਵੱਧ ਆਪਣੇ ਸਰੀਰ ਤੱਕ ਮਾਦੂਦ ਰਹਿੰਦਾ ਹੈ। ਅਸੀਂ ਵੀ ਉਂਝ ਹੀ ਪੇਟ ਭਰਤ ਪਸ਼ੂਆ ਜੋ ਸੋਇਓ ਵਾਂਗੂ ਆਪਣਾ ਜੀਵਨ ਜੀਂਦੇ ਹਾਂ। ਸੋ ਇਸ ਕਰਕੇ ਮੈਂ ਇਹ ਸਾਂਝ ਕਰਨਾ ਚਾਹੁੰਦਾ ਕਿ ਜਿਹੜੇ ਵੀ ਸੱਜਣ ਨੇ ਇਹ ਟੌਪਿਕ ਸਾਨੂੰ ਪੁੱਛਿਆ ਕਿ ਗੁਰਬਾਣੀ 'ਚ ਨਾਮ ਸਿਮਰਨ ਆਉਂਦਾ ਹੈ, ਉਹਨਾਂ ਦਾ ਮੈਂ ਧੰਨਵਾਦੀ ਹਾਂ, ਕਿਉਂਕਿ ਉਹਨਾਂ ਨੇ ਇਹ ਪੁੱਛਿਆ ਕਿ ਨਾਮ ਸਿਮਰਨ ਕਿਵੇਂ ਕੀਤਾ ਜਾਂਦਾ ਹੈ, ਤੇ ਤਾਂ ਤੋਂ ਅਸੀਂ ਇਸ ਨੂੰ ਨਾਮ ਸਿਮਰਨ ਨੂੰ ਹੀ ਲੈ ਕੇ ਚੱਲ ਰਹੇ ਹਾਂ। ਬਾਣੀ ਦੀ ਇੱਕ ਇੱਕ ਪੰਕਤੀ, ਇੱਕ ਇੱਕ ਸ਼ਬਦ ਸਾਨੂੰ ਨਾਮ ਸਿਮਰਨ ਹੀ ਸਿਖਾਉਂਦਾ ਹੈ। ਪਰ ਅਸੀਂ ਇਹ ਸਿੱਖ ਰਹੇ ਹਾਂ ਕਿ ਨਾਮ ਸਿਮਰਨ ਕਰਨ ਵਾਲਾ ਮਨੁੱਖ ਦਾ ਜੀਵਨ, ਉਸ ਮਨੁੱਖ ਦਾ ਵਿਵਹਾਰ, ਉਸ ਮਨੁੱਖ ਦਾ ਕੈਰੈਕਟਰ ਕੈਸਾ ਹੋ ਜਾਂਦਾ ਹੈ, ਉਸਦਾ ਐਟੀਟਿਊਡ ਕੈਸਾ ਹੋ ਜਾਂਦਾ ਹੈ, ਉਹਦਾ ਆਪਣੇ ਆਪ ਨਾਲ ਅਤੇ ਬਾਕੀ ਸਾਰੇ ਲੋਕਾਂ ਦੇ ਨਾਲ ਬਿਹੇਵੀਅਰ ਕੈਸਾ ਹੋ ਜਾਂਦਾ ਹੈ। ਤੇ ਅਸੀਂ ਸਾਰੇ ਹੀ ਇਹ ਸਮਝਦੇ ਹਾਂ ਕਿ ਅਸੀਂ ਤੇ ਬਹੁਤ ਸ਼ਰੀਫ ਹਾਂ ਔਰ ਅਸੀਂ ਤੇ ਧਰਮੀ ਹੈ ਹੀ ਹਾਂ, ਕਿਉਂਕਿ ਅਸੀਂ ਕਰਮ ਕਾਂਡ धर्म दे पूरे कर लेंदे। ਅਸੀਂ ਤੇ आस्तिक हाँ, हमको कोई भी पूछे तुम भगवान में बिलीव रखते हो, ਅਸੀਂ ਕਹਿੰਦੇ हाँ मैं तो भगवान को मानता हूँ। बस अपने आप ਨੂੰ ਕਹਿੰਦੇ ਆ मानता हूँ, पर भगवान बारे ਕਹਿੰਦੇ ਨੇ माधो हम ऐसे तू ऐसा। ਸਾਡਾ ਕੰਟਰਾਸਟ ਹੈ ਬਿਲਕੁਲ। हम पापी तुम पाप खंडन। ਅਸੀਂ ਮੰਦੇ ਖਿਆਲਾਂ ਵਾਲਾ ਜੀਵਨ ਜੀਂਦੇ ਹਾਂ ਔਰ ਤੁਸੀਂ ਉਹਨੂੰ ਫਿਕਸ ਅਪ ਕਰਦੇ ਹੋ। ਨੀਕੋ ਠਾਕੁਰ ਦੇਸ਼ਾ, ਤੁਹਾਡਾ ਤੇ ਦੇਸ਼ ਹੀ ਬੜਾ ਵਧੀਆ ਹੈ। ਅੱਛਾ, ਦੇਸ਼ ਵਧੀਆ ਦੀ ਗੱਲ ਮਰਨ ਤੋਂ ਬਾਅਦ ਵਾਲੇ ਸਵਰਗ ਨਾਲ ਜੋੜ ਦਿੱਤੀ। ਦੇਸ਼ ਵਧੀਆ ਦੀ ਗੱਲ ਮਰਨ ਤੋਂ ਬਾਅਦ ਉੱਪਰ ਕੋਈ ਪਰਲੋਕ, ਕੋਈ ਬੈਕੁੰਠ ਦੇ ਨਾਲ ਜੋੜ ਦਿੱਤੀ। ਇਸੇ ਧਰਤੀ ਤੇ ਦੇਸ਼ ਵਧੀਆ ਵਾਲਾ ਰੱਬ ਜੀ ਰਹਿੰਦੇ ਨੇ। ਫਰੀਦਾ ਖਾਲਕ ਖਲਕ ਮੈਂ, ਖਲਕ ਵਸਿਆ ਰੱਬ ਮੈਂ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਜਦੋਂ ਮੈਂ ਰੱਬੀ ਗੁਣਾ ਦੇ ਨਾਲ ਜੀਂਦਾ ਹਾਂ ਤਾਂ ਮਾਨੋ ਮੈਂ ਰੱਬ ਦੇ ਦੇਸ਼ ਵਿੱਚ ਹਾਂ। ਜਦੋਂ ਮੈਂ ਅਵਗੁਣਾ ਦੇ ਨਾਲ ਜੀਂਦਾ ਹਾਂ ਤਾਂ ਮੈਂ ਜਮਾ ਵਾਲੀ ਜੀਵਨੀ ਜੀ ਰਿਹਾ, ਤਾਂ ਜੰਮਪੁਰੀ ਚ ਹਾਂ। ਸੋ ਮੈਨੂੰ ਇਹ ਸੋਚਣਾ ਹੈ ਕਿ ਜੇ ਮੈਂ ਜੰਮਪੁਰੀ ਚ ਹਾਂ ਤਾਂ ਜੰਮ ਮਤਲਬ ਨਰਕ, ਮੈਂ ਜੀਂਦੇ ਜੀ ਇੱਥੇ ਹੀ ਨਰਕ ਬਣਾਇਆ ਹੋਇਆ। ਤੇ ਅਸੀਂ 26 ਜਨਵਰੀ ਦੇ ਸੈਮੀਨਾਰ ਵਿੱਚ ਸਮਝਿਆ ਸੀ, ਪਿਸਤ ਦੋਜ਼ਖ ਮੂੜੇ ਏਮ ਜਾਣੀ। ਤੈਨੂੰ ਐਸੀ ਐਨਕ, ਐਸਾ ਵਿਜ਼ਨ, ਐਸੀ ਦੇਖਣ ਦੀ ਅਕਲ ਪ੍ਰਾਪਤ ਕਰਨੀ ਹੈ ਜਿਹਦੇ ਨਾਲ ਤੈਨੂੰ ਪਤਾ ਲੱਗ ਸਕੇ ਕਿ ਬਹਿਸ਼ਤ ਕੀ ਹੈ
और दोजख की है, स्वर्ग की है और नरक की है। मरण तो बाद नहीं, जींदे जी इत्थे अज हुणे। और असी हमेशा कहंदे हां कि मैं दूजियां करके दुखी हां, हमेशा ये कहंदे हां, पर अपने प्रोग्राम दे विच असी इस दे बारे डिस्कस किया। खंजर की क्या मजाल जो तुझे घायल कर सके, ये तो तेरे अपने ही है ख्याल जो तू घायल हुए जा रहा है। अपने ख्यालों दे नाल असी अपने आप नूं मुसीबत विच पांदे हां। जदों अपने ख्यालों दे नाल असी अपने आप नूं मुसीबत विच पांदे हां तां ओनूं कहंदे ने सूली, अपने आप नूं सूली ते चाढ़िया है। दिन रात कलपदे हां, इस मन को बसंत की लगन न सोए। बाहर कायनात विच बसंत चढ़ गई पर मैनू बसंत नहीं मिलती है। सो साडा टॉपिक है सिमरन दियां बरकतां। जो इंसान सिमरन करता है असी ओदे बारे बड़े समुंदर चों 2-4 बूंदा वाले पॉइंट इत्थे डिस्कस करते पे। और लड़ी जोड़न वास्ते उनकी मगर सिमरन दियां बरकतां नूं समझण लई लड़ी जोड़न वास्ते ਅਸੀਂ ਆਪਣੇ ਪਿਛਲੇ 3 ਪੁਆਇੰਟ ਰੀਕੈਪ ਕਰ ਲੈਂਦੇ ਆ। ਨੇਕੀ ਕਰਕੇ ਫਲ ਦੀ ਇੱਛਾ ਨਾ ਕਰਨਾ, ਇਹ ਕੋਈ ਕਿਤੇ ਲਿਖੇ ਨਹੀਂ ਹੋਏ ਨੇ, ਕੋਈ ਧਾਰਮਿਕ ਗ੍ਰੰਥਾਂ 'ਚ ਨਹੀਂ ਲਿਖੇ ਹੋਏ ਨੇ। ਇਹ ਇੱਕ ਮੈਸੇਜ ਨੂੰ ਸਿੰਪਲੀਫਾਈ ਕਰਕੇ ਕਾਮਨ ਮੈਨ ਦੀ ਲੈਂਗੁਏਜ ਵਿੱਚ ਸਮਝਣ ਵਾਸਤੇ ਅਸੀਂ ਇਹ ਸੈਂਟੈਂਸ ਬਣਾਇਆ। ਭਲਾ ਕਰਨਾ, ਆਪਣੇ ਆਪ ਨੂੰ ਨੋਬਲ ਕਾਜ਼ ਵਾਸਤੇ ਸਮਰਪਿਤ ਕਰਨਾ, नेकी करनी ते रिवार्ड की इच्छा ना करनी कि लोकी मेरी वाह वाह करन। जिथे सानू वाह वाह की भुख पै जाती है ना, उथे सब तो पहली गल ते यह होएगी कि मैं ऐ कीता तुसी मेरी वाह वाह नहीं कीती, मैं ऐ कीता तुसी मेरी कीती जानी नहीं, मैं ऐ कीता तुसी मैनू थैंक्स नहीं कीता। अच्छा, जो वाह वाह की भुख लग जाती है ना, फिर अपना क्रिटिसिज्म नहीं असी सुन सकते। तो मान अपमान उस्तत निंदा तो असी ऊपर ही नहीं हो सकते। जो मान अपमान उस्तत निंदा तो ऊपर होंदे हां तां नाम सिमरन दी बरकत है, यह दात है, यह रब जी की दित्ती हुई दात है। इनू मैं जीना है। कोई मेरी निंदा करे और मैं बुरा मना जावां और फिर उहदे बारे में निंदा शुरू करा, कोई मैनू क्रिटिसाइज करे मैं बुरा मना जावां ते फिर कहां बड़ा अपने आप नूं समझदा है। इहदा मतलब मैं निंदा बर्दाश्त नहीं कर सकिया और मैं मान अपमान की गेम विच फस गया। मानो मैं सिमरन दियां उचाइयां तो थल्ले डिग पिया। सैल्फलैस होके जदों असी दुनिया का भला करते हैं ना, उन्होंने कहते हैं नेकी करके फल की इच्छा ना करनी। सो ये साडे सिमरन दियां बरकतां दा पिछले तो पिछले हफ्ते का पॉइंट असी सांझ कीता सी। उस तो अगला सी कामादिक रुचियां ते काबू रखना। सो कामादिक रुचियां दा मतलब लोकी सिर्फ ते सिर्फ सैक्शुअल डिजायर्स नूं समझदे हन, पर हर उम्र दे हर मनुख उत्ते अते विदाउट जेंडर डिस्क्रिमिनेशन, छोटा वड्डा अमीर गरीब गोरा काला, दुनिया का कोई भी मनुख होवे,
ਜੋ ਸਭ ਤੇ ਟੁਕਦੀ ਗੱਲ ਹੈ ਨਾ, ਉਹਨੂੰ ਸਤਿਗੁਰ ਕਹਿੰਦੇ ਨੇ। ਯੂਨੀਵਰਸਲੀ ਐਪਲੀਕੇਬਲ, ਭਾਵੇਂ ਜਿਹੜੇ ਮਰਜ਼ੀ ਜੈਂਡਰ ਦਾ। ਸੋ ਕਾਮਾਦਿਕ ਰੁਚੀਆਂ ਦਾ ਮਤਲਬ ਹੁੰਦਾ ਹੈ ਆਪਣੇ ਮਨ ਅੰਦਰੋਂ ਉੱਠਣ ਵਾਲੀਆਂ ਡਿਜ਼ਾਇਰਸ, ਜਿਨ੍ਹਾਂ ਦੇ ਨਾਲ ਬਸ ਮੈਂ ਸੁਖੀ ਹੋ ਜਾਵਾਂ, ਮੇਰਾ ਸਰੀਰ ਸੁਖੀ ਰਹੇ, ਬਸ ਮੇਰੇ ਵਾਸਤੇ ਹੀ ਸਾਰੇ ਕੰਮ ਕੀਤੇ ਜਾਣ। ਸੋ ਜਦੋਂ ਆਪਣੇ ਸੈਲਫਿਸ਼ ਮੋਡ ਵਿੱਚ ਅਸੀਂ ਫਸ ਜਾਂਦੇ ਹਾਂ ਨਾ, ਤਾਂ ਅਸੀਂ ਉਹ ਵਾਲੀਆਂ ਡਿਜ਼ਾਇਰਸ ਪਸੰਦ ਕਰਦੇ ਹਾਂ ਜਿਨ੍ਹਾਂ ਦੇ ਨਾਲ ਮੇਰੇ ਬਾਰੇ ਗੱਲ ਕੀਤੀ ਜਾਏ। ਬਸ ਤੁਸੀਂ ਕਦੀ ਨੋਟਿਸ ਕਰਨਾ, ਕਈ ਵਾਰੀ ਬੋਲਦਿਆਂ ਨਾ ਅਸੀਂ ਸਪੌਂਟੇਨੀਅਸਲੀ ਇਸਤਰੀਆਂ ਦੇ ਉੱਤੇ ਜਿਹੜਾ ਧੱਕਾ ਹੋ ਰਿਹਾ ਉਸ ਪੁਆਇੰਟ ਬਾਰੇ ਸਾਂਝ ਕਰਦੇ ਆ। ਕਈ ਮਰਦ ਔਖੇ ਹੋ ਜਾਂਦੇ ਨੇ ਜੀ, ਹਰ ਵੇਲੇ ਤੁਸੀਂ ਮਰਦਾਂ ਦੀ ਵਾਟ ਲੱਭਦੇ ਹੋ, ਪਰ ਕਈ ਵਾਰੀ ਬੋਲਦਿਆਂ ਅਸੀਂ ਐਗਜ਼ਾਮਪਲ ਦੇ ਰਹੇ ਹੁੰਦੇ ਆ ਤੇ ਅਸੀਂ ਕਹਿੰਦੇ ਆ ਕਈ ਬੀਬੀਆਂ ਇੰਜ ਕਰਦੀਆਂ ਨੇ, ਕਈ ਨੂੰਹਾਂ ਇੰਜ ਕਰਦੀਆਂ ਨੇ, ਕਈ ਸੱਸਾਂ। ਤਾਂ ਫਿਰ ਕਈ ਜਿਹੜੀ ਵਿਮਨ ਹੈ ਉਹ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਨਾ ਸ਼ੁਰੂ ਕਰ ਦਿੰਦੀ। ਉਹ ਫਟਾਫਟ ਇੱਕਦਮ ਮਰਦਾਂ ਦੇ ਅਗੇਂਸਟ ਵਾਲਾ, ਸੱਸ ਦੇ ਅਗੇਂਸਟ ਵਾਲਾ, ਔਰਤ ਨੂੰ ਕਿਵੇਂ ਦਬਾਇਆ ਜਾ ਰਿਹਾ ਵਾਲਾ ਪੁਆਇੰਟ ਲੈ ਕੇ ਆਉਂਦੇ ਨੇ। ਇਹਦਾ ਮਤਲਬ ਉਹ ਨਾ ਸਮਝਣ ਲੱਗ ਪੈਂਦੇ ਨੇ, ਹਾਏ ਮੈਨੂੰ ਕਿਉਂ ਕਹਿ ਦਿੱਤਾ। ਨਹੀਂ, ਅਸੀਂ ਕਿਸੇ ਦੇ ਅਗੇਂਸਟ ਨਹੀਂ ਬੋਲਦੇ ਆ, ਇਹ ਤੇ ਸਪੌਂਟੇਨੀਅਸ ਹੈ, ਲੇਕਿਨ ਵਿਦਾਊਟ ਡਿਸਕ੍ਰਿਮੀਨੇਸ਼ਨ ਇੱਕ ਪੁਆਇੰਟ ਨੂੰ ਸਮਝਣਾ, ਸਾਰਿਆਂ ਤੇ ਐਪਲੀਕੇਬਲ ਹੁੰਦਾ ਹੈ। ਸੋ ਸੈਲਫਲੈਸ ਹੋ ਕੇ ਜਦੋਂ ਅਸੀਂ ਵਿਦਾਊਟ ਰਿਵਾਰਡ ਦੀ ਖੇਡ ਸਿੱਖਦੇ ਹਾਂ ਤਾਂ ਅਸੀਂ ਸਿਮਰਨ ਦੀਆਂ ਬਰਕਤਾਂ ਪ੍ਰਾਪਤ ਕਰਦੇ ਹਾਂ ਤੇ ਆਪਣੇ ਸਰੀਰ ਤੋਂ ਉੱਪਰ ਉੱਠ ਕੇ, ਆਪਣੇ ਸੈਲਫਿਸ਼, ਆਪਣੇ ਵੈਸਟਿਡ ਇੰਟਰਸਟ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਜੀਣਾ ਸ਼ੁਰੂ ਕਰਦੇ ਹਾਂ ਤਾਂ ਆਪਣੀਆਂ ਡਿਜ਼ਾਇਰਸ ਤੇ ਕਾਬੂ ਆ ਜਾਂਦਾ ਹੈ। ਤਾਂ ਡਿਜ਼ਾਇਰਸ ਫੁੱਟਦੀਆਂ ਹੀ ਨਹੀਂ ਨੇ। ਪਰ ਜੇ ਇਹ ਡਿਜ਼ਾਇਰ ਆਵੇ ਕਿ ਮੈਂ ਚਾਹੁੰਦਾ ਵਾਂ ਮੈਂ ਕਿੱਥੇ ਗਰੀਬਾਂ ਨੂੰ ਪਾਣੀ ਪਿਲਾਵਾਂ, ਇਹ ਡਿਜ਼ਾਇਰ ਤੇ ਦੁਨੀਆ ਦੇ ਭਲੇ ਦੀ ਹੈ, ਇਹ ਤੇ ਵੈਸਟਿਡ ਇੰਟਰਸਟ ਦੀ ਹੈ ਹੀ ਨਹੀਂ, ਇਹਦੇ ਤੇ ਦੂਜਾ ਭਾਵ ਹੈ ਹੀ ਨਹੀਂ। ਤਾਂ ਜੇ ਇਹ ਡਿਜ਼ਾਇਰ ਹੋਏ, ਮੈਂ ਨਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ, ਰੱਬ ਜੀ ਮੈਂ ਕੋਈ ਲਾਲਚ ਨਹੀਂ ਕੀਤੀ ਹੈ, ਤੁਸੀਂ ਮੈਨੂੰ ਸੁਮਤ ਦਾ ਚੋਲਾ, ਰੋਬ ਆਫ ਆਨਰ ਦਾ ਚੋਲਾ, ਪ੍ਰੇਮ ਪਟੋਲਾ ਦਾ ਚੋਲਾ ਮੇਰੀ ਮੱਤ ਉੱਤੇ ਪਾਇਆ, ਮੈਂ ਉਹ ਵਾਲਾ ਮੰਗਿਆ ਸੀ, ਮੈਂ ਲਾਲਚ ਨਹੀਂ ਕੀਤੀ ਹੈ। ਇਹ ਅਰਦਾਸ ਹੈ, ਇਹ ਜਾਚਨਾ ਹੈ, ਇਹ ਡਿਜ਼ਾਇਰ ਨਹੀਂ ਹੈ, ਇਹ ਕਾਮਾਦਿਕ ਰੁਚੀਆਂ ਨਹੀਂ ਹੈ। ਸੋ ਅਸੀਂ ਸਿਮਰਨ ਦੀਆਂ ਬਰਕਤਾਂ ਵਿੱਚ ਇਸ ਪੁਆਇੰਟ ਨੂੰ ਪਿਛਲੀ ਵਾਰੀ ਵੀ ਸਾਂਝ ਕੀਤਾ, ਕਾਮਾਦਿਕ ਰੁਚੀਆਂ ਤੇ ਕਾਬੂ ਰੱਖਣਾ। ਜੋ ਇਨਸਾਨ ਕਾਮਾਦਿਕ ਰੁਚੀਆਂ ਤੋਂ ਭਾਵ ਆਪਣੇ ਸਰੀਰ ਔਰ ਆਪਣੇ ਸਰੀਰ ਦੇ ਨਾਲ ਜੁੜੇ ਹੋਏ ਬਲੱਡ ਰਿਲੇਸ਼ਨ, ਸਰੀਰ ਦੇ ਨਾਲ ਜੁੜੇ ਹੋਏ ਆਪਣੇ ਟੱਬਰ ਤੱਕ ਮਹਦੂਦ ਰਹਿੰਦਾ ਹੈ ਨਾ, ਉਹ ਇਨਸਾਨ ਦੁਨੀਆ ਦਾ ਭਲਾ ਨਹੀਂ ਕਰ ਸਕਦਾ। He cannot conceive the ideas how to help others. He cannot have these, ਇਹ ਫੁਰਨਾ ਵੀ ਨਹੀਂ ਉਹਨੂੰ ਫੁਰਦਾ। ਉਹ ਕਹੇਗਾ ਲੱਖਾਂ ਹੋਣਗੇ ਤਾਂ ਦਿਆਂਗੇ ਨਾ। ਮਨ ਅੰਦਰ ਫੁਰਨਾ ਬੜੀ ਵੱਡੀ ਬਰਕਤ ਹੈ ਕਿ ਮੈਂ ਦੂਜੇ ਦਾ ਭਲਾ ਕਰਨਾ ਚਾਹੁੰਦਾ। ਜੇ ਫੁਰਨਾ ਫੁਰਿਆ ਔਰ ਫਿਰ ਫੁਰਨੇ ਨੂੰ ਅਸੀਂ ਪ੍ਰੈਕਟੀਕਲ ਸ਼ੇਪ ਦੇ ਦਿੱਤੀ, ਸੋਨੇ ਤੇ ਸੁਹਾਗਾ ਹੋ ਗਿਆ। ਪਰ ਪ੍ਰੈਕਟੀਕਲ ਸ਼ੇਪ ਦੇਣ ਵੇਲੇ ਦੂਜਾ ਭਾਵ ਨਹੀਂ ਹੈ। ਸਿਮਰਨ ਦੀਆਂ ਬਰਕਤਾਂ, ਮਨੂੰ ਅੰਦਰੋਂ ਖੇੜਾ ਆਏਗਾ, ਮਨੂੰ ਪ੍ਰੋਸਪੈਰਿਟੀ ਆਏਗੀ। ਵਰਨਾ ਮੈਂ ਕਹਾਂਗਾ ਮੈਂ ਸਾਰੀ ਦੁਨੀਆ ਦਾ ਭਲਾ ਕੀਤਾ, ਸਾਨੂੰ ਕੀ ਮਿਲਿਆ? ਘਰੋਂ ਘਰ ਗਵਾਇਆ, ਬਾਹਰੋਂ ਪੜਵਾ ਸਦਾਇਆ, नेकी करके जूते खाए, हमें क्या मिला? जो बंदा इंज कहना शुरू कर दिंदा है ना, तब मानो उस मनुख ने
ਆਪਣੇ ਆਪ ਤੋਂ ਉੱਪਰ ਉੱਠ ਕੇ ਸੈਲਫਲੈਸ ਹੋ ਕੇ ਸੇਵਾ ਕੀਤੀ ਹੀ ਨਹੀਂ ਹੈ। ਸਿਮਰਨ ਦੀਆਂ ਬਰਕਤਾਂ ਦਾ ਬੈਨੀਫਿਟ ਨਹੀਂ ਹੋਇਆ, ਅੰਦਰੋਂ ਪ੍ਰੋਸਪੈਰਿਟੀ ਔਰ ਖੇੜਾ ਖੁਸ਼ੀ ਆਈ ਨਹੀਂ। ਜਿਹਦੇ ਅੰਦਰ ਪ੍ਰੋਸਪੈਰਿਟੀ ਖੇੜਾ ਖੁਸ਼ੀ ਆਏਗੀ ਨਾ, ਉਹ ਸੰਤੋਖੀ ਹੋ ਜਾਏਗਾ, ਵਰਨਾ ਬਿਨਾ ਸੰਤੋਖ ਨਹੀਂ ਕੋ ਰਾਜੈ। ਲੋਕੀ ਆਪਣੇ ਘਰਾਂ ਵਾਸਤੇ, ਆਪਣੇ ਧੀਆਂ ਪੁੱਤਰਾਂ ਵਾਸਤੇ ਲੱਖ ਲੱਖ ਰੁਪਏ ਦੇ ਫੋਨ ਲੈ ਲੈਂਦੇ ਨੇ। ਇੱਕ ਘਰ 'ਚ 8 ਮੈਂਬਰ ਹੋਣ ਨਾ, ਸਾਰਿਆਂ ਕੋਲ 50-50, 60-60, 70-80 ਹਜ਼ਾਰ, ਲੱਖ ਲੱਖ ਰੁਪਏ ਦਾ ਫੋਨ ਹੋਏਗਾ, ਪਰ ਦੁਨੀਆ ਦੇ ਭਲੇ ਵਾਸਤੇ 5 ਰੁਪਏ ਨਹੀਂ ਕੱਢਣ ਨੂੰ ਤਿਆਰ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਗਰੀਬ ਆ, ਬਿਨਾ ਸੰਤੋਖ ਨਹੀਂ ਕੋ ਰਾਜਾ। ਜੋ ਭਲਾ ਕਰ ਰਹੇ ਨੇ ਉਹਨਾਂ ਦੀ ਲੈਕੂਲੀ ਕਰਨਗੇ। ਆਪ ਨਾ ਦੇ ਚੁਰੂ ਭਰ ਪਾਣੀ ਤੇ ਨਿੰਦੇ ਜੇ ਗੰਗਾ ਆਨੀ, ਬਲਕਿ ਰਸਤੇ ਰੋੜੇ ਅਟਕਾਣਗੇ। ਕਾਮਾਦਿਕ ਰੁਚੀਆਂ ਤੇ ਕਾਬੂ ਰੱਖਣ ਵਾਸਤੇ ਆਪਣੇ ਸਰੀਰ ਤੋਂ ਉੱਪਰ ਉੱਠਣਾ ਪੈਂਦਾ ਹੈ। ਆਪਣੀਆਂ ਡਿਜ਼ਾਇਰਸ ਦੀ ਜਿਹੜੀ ਅੱਗ ਲੱਗੀ ਹੋਈ ਹੈ ਉਹਦੇ ਬਾਰੇ ਫਰੀਦ ਜੀ ਕਹਿੰਦੇ ਨੇ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਏ ਜਗ, ਉੱਚਾ ਚੜ ਕੇ ਦੇਖਿਆ। ਮੈਂ ਆਪਣੇ ਸੈਲਫਿਸ਼ ਮੋਟੋ ਤੋਂ ਉੱਪਰ ਉੱਠ ਕੇ ਦੇਖਿਆ। ਮੈਂ ਆਪਣੇ ਸਰੀਰ ਦੀ ਰੈਸਟ੍ਰਿਕਟਿਡ ਸੋਚ, ਲੋਭੀ ਰੱਤ ਤੋਂ ਉੱਪਰ ਉੱਠ ਕੇ ਦੇਖਿਆ। ਤਾਂ ਘਰ ਘਰ ਇਹ ਅੱਗ, ਮੈਂ ਤੇ ਰਜਦਾ ਹੀ ਨਹੀਂ, ਮੈਂ ਨਹੀਂ ਰਜਦਾ, ਮੇਰਾ ਟੱਬਰ ਨਹੀਂ ਰਜਦਾ, ਇਸ ਕਰਕੇ ਸਾਨੂੰ ਦੁਨੀਆ ਦੇ ਭਲੇ ਦੇ ਕੰਮ ਸੁਝਦੇ ਹੀ ਨਹੀਂ। ਸੋ ਕਾਮਾਦਿਕ ਰੁਚੀਆਂ ਤੇ ਕਾਬੂ ਰੱਖਣ ਵਾਸਤੇ ਆਪਣੇ ਆਪ ਤੋਂ ਉੱਪਰ ਉੱਠਣਾ ਪੈਂਦਾ ਹੈ। ਇਹ ਗੱਲ ਸਾਡੀ ਅੱਜ ਲਿੰਕ ਹੋ ਜਾਏਗੀ ਉੱਚਾ ਆਚਰਣ ਰੱਖਣਾ। ਉੱਚਾ ਆਚਰਣ ਰੱਖਣਾ ਤੁਹਾਡੇ ਚੋਂ ਜੇਕਰ ਕੋਈ ਉੱਚਾ ਆਚਰਣ ਬਾਰੇ ਕੁਝ ਬੋਲਣਾ ਚਾਹੇ ਤਾਂ ਪਲੀਜ਼ ਸ਼ੇਅਰ ਕਰੋ। ਹਰ ਵਾਰੀ ਸਾਨੂੰ ਹੁਣ ਸੁਖਬੀਰ ਜੀ ਜਾਂ ਮਹਿੰਦਰਪਾਲ ਜੀ ਜਾਂ ਇੰਦਰਪਾਲ ਕੌਰ ਜੀ ਜਾਂ ਬਿੰਦਰੀ ਜੀ ਜਾਂ ਜਸਮੀਤ ਜੀ ਜਾਂ ਕੋਈ ਵੀ ਜੋ ਜੁਆਇਨ ਕਰਦੇ ਨੇ ਉਹ ਸਾਂਝ ਕਰਨ, ਜਾਂ ਤੁਸੀਂ ਸਾਰਿਆਂ ਚੋਂ ਕੋਈ ਸਾਂਝ ਕਰੋ ਉੱਚਾ ਆਚਰਣ ਰੱਖਣਾ। ਫਿਰ ਮੈਨੂੰ ਵੀ ਜੋ ਸਮਝ ਆਇਆ ਮੈਂ ਸਾਂਝ ਕਰਾਂਗਾ। ਹਾਂਜੀ, टॉपिक अंदर रहना है, टॉकिंग अबाउट उच्चा आचरण रखना। So you can raise your hands and we will try to unmute you and allow you to speak on the same topic. या फिर ਤੁਸੀਂ ਲਿਖ ਕੇ ਚੈਟ ਵਿੱਚ ਵੀ ਸਾਨੂੰ ਰਿਕੁਐਸਟ ਕਰ ਸਕਦੇ ਹੋ। सतीश अंकल कह रहे थे कि उन्होंने करना है, या सुप्रीत वीर। मैं ਸੁਪ੍ਰੀਤ ਜੀ ਤੁਸੀਂ ਅਨਮਿਊਟ ਕਰ ਸਕਦੇ ਹੋ ਔਰ ਸ਼ੇਅਰ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਕਹਿ ਰਹੇ ਸੀ ਉੱਚਾ ਆਚਰਣ ਬਾਰੇ ਆਪਣੀ ਸਾਂਝ ਪਾਣੀ ਹੈ ਤੇ ਟੌਪਿਕ ਵਿੱਚ ਰਹਿਣਾ ਹੈ। ਤੇ ਉੱਚਾ ਆਚਰਣ ਬਾਰੇ ਗੁਰਸ਼ਬਦ ਤੋਂ ਸਿੱਖਣ ਨੂੰ ਹੀ ਮਿਲਦਾ ਹੈ। ਉੱਚਾ ਆਚਰਣ ਰੱਖਣਾ ਜੋ ਹੁਣ ਤੱਕ ਮੈਂ ਵੀਰ ਜੀ ਤੋਂ ਸਿੱਖਿਆ ਹੈ ਗੁਰਸ਼ਬਦ ਦੇ ਅਕੋਰਡਿੰਗ, ਉਹ ਇਹੀ ਹੈ ਕਿ ਮੈਨੂੰ ਦੂਜਿਆਂ ਦੇ ਲਈ ਹਮੇਸ਼ਾ ਪ੍ਰੈਜ਼ੈਂਟ ਹੋਣਾ ਹੈ। ਮੈਨੂੰ ਹਰ ਪਾਸੇ ਹਰ ਵੇਲੇ ਮੇਰਾ ਕੋਈ ਵੀ ਐਕਸ਼ਨ ਹੈਗਾ, ਫਰਜ਼ ਕਰੋ ਜਿਸ ਤਰ੍ਹਾਂ ਮੈਂ ਟਰੀਟ ਕਰਦਾ ਪੇਸ਼ੈਂਟ ਨੂੰ, ਤੇ
ਉਹ ਮੇਰੀ ਮਨੀ ਅਰਨ ਕਰਨ ਦਾ ਵੀ ਸੋਰਸ ਹੈ, ਮੇਰਾ ਪ੍ਰੋਫੈਸ਼ਨ ਹੈ, ਤੇ ਮੇਰਾ ਕੰਮ ਹੈ ਕਿ ਜੋ ਮੇਰੇ ਕੋਲ ਆ ਰਿਹਾ ਮੈਂ ਉਸ ਨੂੰ ਹੈਲਪ ਆਊਟ ਕਰਾਂ। ਪਹਿਲੇ ਜਦ ਮੈਂ ਸਿੱਖਿਆ ਉਦੋਂ ਸਾਨੂੰ ਨਾ, ਜਦੋਂ ਕੰਪਲੀਟ ਹੋ ਰਿਹਾ ਸੀ ਕੋਰਸ ਤੇ ਨਾ ਸਾਰੇ ਆਪਸ ਵਿੱਚ ਗੱਲ ਕਰਦੇ ਸੀ ਕਿ ਨਾ ਹੁਣ ਅਸੀਂ ਜਾਵਾਂਗੇ, ਬੜਾ ਅੱਛਾ ਪੈਸਾ ਕਮਾਵਾਂਗੇ, ਅਲਟੀਮੇਟਲੀ ਅਸੀਂ ਆਪਣੀ ਲਾਈਫ ਦੇ ਗੋਲਸ ਅਚੀਵ ਕਰਾਂਗੇ। ਤੇ ਉਸ ਟੌਪਿਕ ਤੇ ਬੜੀ ਬੜੀ ਦੇਰ ਤੱਕ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਪਰ ਜਦ ਮੈਂ ਗੁਰਮਤ ਨੂੰ ਸਮਝਣਾ ਸ਼ੁਰੂ ਕੀਤਾ, ਉਸ ਤੋਂ ਬਾਅਦ ਮੈਨੂੰ ਇੱਕ ਸਭ ਤੋਂ ਪਹਿਲੀ ਗੱਲ ਜੋ ਹੁਣ ਸਮਝ ਆਈ ਹੈ, ਜਿਹਦੇ ਅਕੋਰਡਿੰਗ ਹੁਣ ਮੈਂ ਆਪਣੀ ਪ੍ਰੈਕਟਿਸ ਪੂਰੀ ਕੰਪਲੀਟਲੀ ਚੇਂਜ ਕੀਤੀ ਪਿਛਲੇ 4 ਸਾਲਾਂ ਤੋਂ, ਉਹ ਇਹ ਹੈ ਕਿ ਮੇਰਾ ਮੋਟੋ ਸਭ ਤੋਂ ਪਹਿਲਾਂ ਇਹ ਹੈ ਕਿ ਮੇਰੇ ਕੋਲ ਜੋ ਆ ਰਿਹਾ ਹੈ ਮੈਂ ਉਹਦੀ ਹੈਲਪ ਕਰਨੀ ਹੈ। ਮੈਂ ਮੋਨਿਟਰੀ ਬੇਸਿਸ ਨੂੰ ਹਟਾ ਰਿਹਾ, ਮੋਨਿਟਰੀ ਪ੍ਰੋਫਿਟ ਨੂੰ ਇੱਕਦਮ ਸਾਈਡ ਰੱਖ ਰਿਹਾ। ਮੇਰਾ ਸਭ ਤੋਂ ਪਹਿਲਾ ਕੰਮ ਹੈ ਇੱਕ ਅੱਛਾ ਇਨਸਾਨ ਬਣਨਾ। ਜੇ ਮੈਨੂੰ ਜਾਂ ਤੁਹਾਨੂੰ ਕਿਸੇ ਨੂੰ ਥੈਰੇਪੀ ਨਹੀਂ ਆਉਂਦੀ, ਕਿਸੇ ਨੂੰ ਇਲਾਜ ਕਰਨਾ ਨਹੀਂ ਆਉਂਦਾ, ਪਰ ਤੁਹਾਡੇ ਮਨ ਵਿੱਚ ਜੋ ਇੱਕ ਵਿਚਾਰ ਆਇਆ ਹੈ ਨਾ ਕਿ ਮੈਨੂੰ ਇਹ ਹੈਲਪ ਕਰਨੀ ਹੈ, ਮੈਂ ਪਹਿਲੇ ਉਸ ਲੈਵਲ ਤੇ ਪਹੁੰਚਣਾ ਕਿ ਐਜ਼ ਅ ਇਨਸਾਨ ਮੈਂ ਕਿਸੇ ਦੀ ਹੈਲਪ ਕਰਨੀ ਹੈ। ਪਤਾ ਨਹੀਂ ਮੈਨੂੰ ਉਹ ਚੀਜ਼ ਆਉਂਦੀ ਹੈ ਨਹੀਂ ਆਉਂਦੀ। ਕਿਸੇ ਦੀ ਗੱਡੀ ਪੰਚਰ ਹੋ ਗਈ ਹੈ, ਮੈਨੂੰ ਪੰਚਰ ਨਹੀਂ ਲਗਾਉਣਾ ਆਉਂਦਾ, ਮੈਂ ਰਸਤੇ 'ਚ ਰੁਕ ਗਿਆ, ਮੈਂ ਉਹਦੇ ਵਾਸਤੇ ਰੁਕ ਕੇ ਉਹਦੇ ਨਾਲ ਗੱਲ ਕੀਤੀ, ਉਹਨੂੰ ਹੈਲਪ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਕਿਸੇ ਨੂੰ ਫੋਨ ਕੀਤਾ। ਉਹ ਸਭ ਤੋਂ ਪਹਿਲਾ ਸਟੈਪ ਹੈ ਕਿ ਮੈਨੂੰ ਇੱਕ ਹਿਊਮਨ ਬੀਇੰਗ ਬਣਨਾ ਹੈ। ਸਭ ਤੋਂ ਪਹਿਲਾਂ ਉਹ ਇੱਕ ਉੱਚਾ ਆਚਰਣ ਦਾ ਸਭ ਤੋਂ ਪਹਿਲਾ ਪ੍ਰਿੰਸੀਪਲ ਹੈ ਜਿਹਨੂੰ ਮੈਂ ਫੋਲੋ ਕਰਨਾ ਸ਼ੁਰੂ ਕੀਤਾ ਹੈ। ਇਸ ਤੋਂ ਬਾਅਦ ਹੁਣ ਮੇਰੀ ਪ੍ਰੈਕਟਿਸ ਦੇ ਵਿੱਚ ਮੈਂ ਸਿਰਫ ਆਪਣੇ ਬਾਰੇ ਦੱਸ ਸਕਦਾ ਕਿ ਮੈਂ ਕਿਸ ਤਰ੍ਹਾਂ ਕਰਦਾ। ਮੈਨੂੰ ਕੋਈ ਪ੍ਰੋਬਲਮ ਵਾਸਤੇ ਕਾਲ ਕਰਦਾ ਹੈ, ਮੈਂ ਉਹਦੇ ਨਾਲ ਪੂਰੀ ਗੱਲ ਕਰਦਾ ਵਾਂ, ਮੈਂ ਸਿਰਫ ਉਹਦੀ ਪ੍ਰੋਬਲਮ ਸੁਣ ਰਿਹਾ, ਉਹ ਮੇਰੇ ਨਾਲ ਟ੍ਰੀਟਮੈਂਟ ਦੇ ਬਾਰੇ ਗੱਲ ਕਰੇਗਾ ਨਹੀਂ ਕਰੇਗਾ, ਉਹਨੇ ਮੇਰੇ ਤੋਂ ਟ੍ਰੀਟਮੈਂਟ ਕਰਾਉਣਾ ਹੈ ਨਹੀਂ ਕਰਾਉਣਾ, ਉਹ ਸੈਕੰਡਰੀ ਹੈ। ਪਰ ਮੈਂ ਉਹਨੂੰ ਸਭ ਤੋਂ ਪਹਿਲੇ ਐਜ਼ ਅ ਇਨਸਾਨ ਉਹਦੀ ਪ੍ਰੋਬਲਮ ਸੁਣਨੀ ਹੈ। ਐਟਲੀਸਟ ਉਹਨੂੰ ਕੋਈ ਮਿਲਿਆ ਤੇ ਸਹੀ ਜਿਹਨੇ ਉਹਦੀ ਗੱਲ ਸੁਣੀ, ਉਹ ਉਹਦੇ ਵਿੱਚ ਸੈਟੀਸਫਾਈ ਹੋਇਆ, ਇੱਧਰ ਮੈਂ ਆਪਣਾ ਆਚਰਣ ਅੱਛਾ ਕੀਤਾ। ਸੈਕੰਡਲੀ ਮੈਂ ਉਹਦੀ ਪ੍ਰੋਬਲਮ ਬਾਰੇ ਉਹਦੇ ਨਾਲ ਡਿਟੇਲ ਗੱਲ ਕੀਤੀ, ਉਹਨੂੰ ਫੀਲ ਹੋਇਆ ਕਿ ਕੋਈ ਮੇਰੀ ਪ੍ਰੋਬਲਮ ਸੁਣ ਕੇ ਮੇਰੇ ਨਾਲ ਸਿੰਪੈਥੀ ਕਰ ਰਿਹਾ ਹੈ। ਇਹ ਦੂਜੇ ਪੁਆਇੰਟ ਤੇ ਉਹਨੂੰ ਹੈਲਪ ਆਊਟ ਹੋਇਆ। ਤੀਜੇ ਪੁਆਇੰਟ ਤੇ ਜਦ ਤੱਕ ਅਸੀਂ ਗੱਲ ਕਰਕੇ ਪਹੁੰਚ ਰਹੇ ਹਾਂ ਕਿ ਹੁਣ ਅੱਗੇ ਕੀ ਕਰਨਾ ਹੈ, ਉਹ ਮੈਨੂੰ ਕਹਿੰਦਾ ਹੈ ਆਈ ਐਮ ਫੀਲਿੰਗ ਬੈਟਰ ਫਰੋਮ ਨਾਓ ਓਨਲੀ। ਐਟਲੀਸਟ ਕਿਸੇ ਨੇ ਮੇਰੇ ਨਾਲ ਗੱਲ ਤੇ ਕੀਤੀ, ਕਿਸੇ ਨੇ ਮੇਰੀ ਪ੍ਰੋਬਲਮ ਤੇ ਸੁਣੀ। ਉੱਚਾ ਆਚਰਣ ਵਿੱਚ ਇਹ ਵੀ ਆਉਂਦਾ ਹੈ। ਬਹੁਤ ਅੱਛਾ। ਮੈਂ ਥੋੜੀ ਦੇਰ ਲਈ ਰੋਕਾਂਗਾ ਵੀਰ ਜੀ, ਸੁਪ੍ਰੀਤ ਵੀਰ। ਇੱਕ ਰਵਨੀਤ ਕੌਰ ਜੀ ਹੈਗੇ ਨੇ, ਉਹਨਾਂ ਨੇ ਹੈਂਡ ਰੇਜ਼ ਕੀਤਾ ਸੀਗਾ। ਅਗਰ ਉਹ ਆਪ ਜੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ ਅਨਮਿਊਟ ਕਰ ਸਕਦੇ ਹੋ। ਰਵਨੀਤ ਕੌਰ ਜੀ। ਜੀ ਜੀ ਭੈਣ ਜੀ। Anji. Actually, I'm a student of Jeevan Jach, and recently I have learned something new. I'm a student, or Acharan means I understand a behavior, or Ucha means I understand a good behavior. So recently, I have come across an example. I was going to Gurdwara, and in our building, our watchman was carrying so many weights from one place to another, and I was getting late because my mother was waiting outside. But what from learning few things from Gurbani and that I've learned, and I stopped myself. वो अपने आप हुआ कि I helped him first कि अगर मुझे लेट हो रहा है तो ठीक है, but if I can help him keeping the weights जो उनका काम नहीं था, so I think recently I did that. So it was my personal experience I wanted to share about a good behavior, being selfless. ਥੈਂਕ ਯੂ ਸੋ ਮਚ That's ਰਵਨੀਤ it. ਭੈਣ ਜੀ, That's it. ਥੈਂਕ ਯੂ ਵੈਰੀ ਮਚ। ਹਾਂਜੀ ਸੁਪ੍ਰੀਤ ਜੀ, ਤੁਸੀਂ ਕੁਝ ਹੀਲਿੰਗ ਬਾਰੇ ਔਰ ਸਿੰਪੈਥਾਈਜ਼ਿੰਗ ਬਾਰੇ ਗੱਲ ਕਰ ਰਹੇ ਸੀਗੇ। ਯੂ ਮੇ ਪਲੀਜ਼ ਕੰਕਲੂਡ। ਸੁਪ੍ਰੀਤ ਵੀਰ।
सुप्रीत वीर। जी वीर जी, आप जी प्लीज कंटिन्यू कर सकते। सुप्रीत वीर आ गए ने। हाँ जी सुप्रीत जी। ਹਾਂਜੀ ਵੀਰ ਜੀ। जी ਤੇ ਉਸ ਦੇ ਵਿੱਚ ਮੇਰਾ ਸਭ ਤੋਂ ਪਹਿਲਾ ਮੋਟਿਵ ਇਹੀ ਹੈ, ਮੇਰਾ ਕੰਮ ਇਹੀ ਹੈ ਐਜ਼ ਅ ਇਨਸਾਨ ਕਿ ਮੈਂ ਸਭ ਦੀ ਹੈਲਪ ਕਰਨੀ ਹੈ। ਹੁਣੇ ਰਵਨੀਤ ਜੀ ਆਏ ਸਨ, ਉਹਨਾਂ ਨੇ ਬਿਹੇਵੀਅਰ ਬਾਰੇ ਗੱਲ ਕੀਤਾ, ਇਹ ਮੇਰੇ ਬਿਹੇਵੀਅਰ ਦਾ ਪਾਰਟ ਹੀ ਹੈ ਨਾ, ਆਚਰਣ ਨਹੀਂ ਹੈ। ਆਚਰਣ ਸ਼ਬਦ ਸਾਡੇ ਆਚਾਰ ਤੋਂ ਬਣਿਆ ਹੈ ਕਿ ਮੈਂ ਕਿਸੇ ਨਾਲ ਕਿਸ ਤਰ੍ਹਾਂ ਵਿਚਰਦਾ ਵਾਂ, ਤੇ ਮੈਨੂੰ ਆਪਣਾ ਆਚਰਣ ਠੀਕ ਕਰਨ ਵਾਸਤੇ ਸਰੀਰਿਕ ਤੌਰ ਤੇ ਜੋ ਵੀ ਮੈਂ ਗੱਲ ਕੀਤੀ ਸਭ ਠੀਕ ਹੈ, ਪਰ ਗੁਰਬਾਣੀ ਕਹਿੰਦੀ ਏ ਸਾਨੂੰ ਆਪਣੇ ਅੱਖਾਂ ਨੂੰ, ਆਪਣੀ ਸੈਂਸਿਸ ਨੂੰ, ਆਪਣੇ ਵਿਚਾਰਾਂ ਨੂੰ, ਸਾਰਿਆਂ ਨੂੰ ਇੱਕ ਕੰਪਲੀਟ ਬਾਡੀ ਬਣਾਉਣਾ ਹੈ। ਜਿਸ ਤਰ੍ਹਾਂ ਮੈਂ ਅੱਖਾਂ ਤੋਂ ਦੇਖ ਰਿਹਾ ਹਾਂ, ਤੁਸੀਂ ਵੀ ਅੱਖਾਂ ਤੋਂ ਦੇਖ ਰਹੇ ਹੋ, ਪਰ ਜੋ ਤੁਸੀਂ ਦੇਖ ਰਹੇ ਹੋ ਮੈਂ ਵੀ ਸਬਜੈਕਟ ਤੇ ਦੇਖ ਰਿਹਾ, ਬਟ ਉਹ ਆਬਜੈਕਟ ਤੇ ਦੇਖਣ ਦਾ ਸਬਜੈਕਟ ਅਲੱਗ ਹੋ ਸਕਦਾ ਹੈ। ਜਿਸ ਤਰ੍ਹਾਂ ਬਾਣੀ ਕਹਿੰਦੀ ਹੈ ਅੱਖੀ ਬਾਝੋਂ ਵੇਖਣਾ ਬਿਨ ਹੱਥਾਂ ਕਰਨਾ, ਹੈ ਨਾ ਜੀ। ਇਹ ਸਾਨੂੰ ਉਸ ਟੌਪਿਕ ਤੇ ਰਹਿੰਦੇ ਹੋਇਆ, ਆਚਰਣ ਤੇ ਰਹਿੰਦੇ ਹੋਇਆ, ਮੈਨੂੰ ਆਪਣੀ ਅੱਖਾਂ ਇਸ ਤਰ੍ਹਾਂ ਦੀ ਬਣਾਉਣੀਆਂ ਨੇ ਕਿ ਮੈਨੂੰ ਕਿਸੇ ਦੀ ਪ੍ਰੋਬਲਮ ਦਿਖ ਜਾਵੇ, ਮੈਨੂੰ ਕੋਈ ਚਲਦੇ ਦੀ ਪ੍ਰੋਬਲਮ ਦਿਖ ਜਾਵੇ। ਮੈਨੂੰ ਆਪਣੇ ਕੰਨ ਇਸ ਤਰ੍ਹਾਂ ਦੇ ਬਣਾਣੇ ਨੇ ਕਿ ਮੈਨੂੰ ਕਿਸੇ ਦੀ ਗੱਲ ਵਿੱਚੋਂ ਵੀ ਉਹਦੀ ਪ੍ਰੋਬਲਮ ਸੁਣਾਈ ਦੇਵੇ। ਮੈਨੂੰ ਆਪਣੀ ਸੁਣਨੀ ਦਾ ਸਮਝ ਇਸ ਤਰ੍ਹਾਂ ਬਣਾਣੀ ਹੈ ਕਿ ਮੈਨੂੰ ਉਹਦੇ ਸੁਣਦਿਆਂ ਹੋਇਆਂ ਉਹਦੀ ਪ੍ਰੋਬਲਮ ਦੇ ਬਾਰੇ ਮੈਨੂੰ ਇੱਕ ਕੰਸਰਨ ਜੋ ਹੈ, ਮੈਂ ਸੋਚ ਸਕਾਂ ਕਿ ਮੈਂ ਇਹਦੀ ਹੈਲਪ ਕਿਵੇਂ ਕਰ ਸਕਦਾ ਵਾਂ। ਜੇ ਮੈਂ ਚੱਲ ਰਿਹਾ ਵਾਂ ਤੇ ਮੈਂ ਕਿਸ ਚੀਜ਼ ਦੇ ਵਾਸਤੇ ਚੱਲ ਰਿਹਾ ਵਾਂ, ਮੈਨੂੰ ਆਪਣੀ ਮੱਤ ਨੂੰ ਕਿਸ ਪਾਸੇ ਚਲਾਣਾ ਹੈ, ਉਹ ਸਾਰੀ ਚੀਜ਼ਾਂ ਸਾਡੇ ਆਚਰਣ ਵਿੱਚ ਹੀ ਆਣਗੀਆਂ। ਪਰ ਇਹ ਟੌਪਿਕ 1 ਮਿੰਟ ਵਿੱਚ ਜਾਂ 5 ਮਿੰਟ ਵਿੱਚ ਐਕਸਪਲੇਨ ਕਰਨ ਵਾਲਾ ਨਹੀਂ ਹੈ, ਬਟ ਮੈਂ ਜੋ ਆਪਣੇ ਵੱਲੋਂ ਛੋਟਾ ਜਿਹਾ ਇਨਪੁਟ ਪਾ ਸਕਦਾ ਸੀ ਉਹ ਮੈਂ ਪਾਇਆ ਹੈ। थैंक यू सो मच वीर जी, थैंक यू सो मच। जी वीर जी। हाँ जी सुप्रीत जी थैंक यू। पुष्पिंदर जी ਜਿਹੜੀ ਭੈਣ ਜੀ ਨੇ ਸਾਂਝ ਕੀਤੀ ਉਹਨਾਂ ਦਾ ਕੀ ਨਾਮ ਹੈ? रवनीत कौर। ਰਵਨੀਤ ਕੌਰ ਜੀ ਨੇ ਬੜਾ ਹੀ ਅੱਛਾ ਪੁਆਇੰਟ ਨਾਲ ਸਾਂਝ ਕੀਤਾ ਸੁਪਰੀਤ ਦੇ ਨਾਲ ਕਿ ਆਚਰਣ ਸਾਡੇ ਬਿਹੇਵੀਅਰ ਨੂੰ ਕਹਿੰਦੇ ਨੇ, ਸਾਡਾ ਵਿਵਹਾਰ। हाँ जी। ਅੱਛਾ, ਜੇ ਮੈਂ ਉੱਚਾ ਆਚਰਣ ਬਣਾਵਾਂਗਾ ਤਾਂ ਮੇਰਾ ਹਾਈ ਕੈਰੈਕਟਰ ਬਣੇਗਾ। ਹਾਈ ਕੈਰੈਕਟਰ ਦਾ ਮਤਲਬ ਹੈ ਮੇਰਾ ਦੂਜਿਆਂ ਨਾਲ ਉਹ ਵਾਲਾ ਬਿਹੇਵੀਅਰ ਬਣੇਗਾ ਜਿਹੜਾ ਹੈ ਡਾਕਟਰ ਸੁਪਰੀਤ ਸ਼ੇਅਰ ਕਰ ਰਹੇ ਨੇ। हाँ जी। How to look at others' problems, heart to heart ਉਹਨਾਂ ਦੇ ਜਜ਼ਬਾਤਾਂ ਨੂੰ ਪੜ੍ਹਨਾ। ਇਹ ਕਿਧਰੋਂ ਦੁਖੀ ਹੈ, ਇਹ ਕਿਧਰੋਂ ਅਪਸੈਟ ਹੈ, ਇਹਦੀ ਲੋੜ ਕੀ ਹੈ, ਉਹਦੇ ਬੋਲਣ ਤੋਂ ਪਹਿਲਾਂ ਉਹਨੂੰ ਸਮਝਣਾ। ਇਹ ਰੱਬ ਜੀ ਦੀ ਅੰਤਰਜਾਮਤਾ ਹੈ ਨਾ, ਵਿਣ ਬੋਲਿਆ ਸਭ ਕੀ ਜਾਣਦਾ। ਪਰ ਸਾਡੇ ਆਸ-ਪਾਸ ਵਾਲਾ ਬੰਦਾ ਬੋਲਦਾ ਵੀ ਅਸੀਂ ਤਾਂ ਵੀ ਨਹੀਂ ਜਾਣਦੇ। ਅਸੀਂ ਵਾਲੀ ਜਾਤ ਸਿੱਖਣੀ ਹੈ। ਰੱਬ ਉੱਚਾ ਹੈ ਨਾ, ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ, ਹੈ ਨਾ। ਆਮ ਕਹਾਵਤ ਹੈ ਉੱਚਾ ਦਰ ਬਾਬੇ ਨਾਨਕ ਦਾ। ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਹੈ ਤਾਂ ਤੂੰ ਉੱਚਾ ਬਣ ਨਾ। ਫਿਰ ਤੇਰਾ ਜੀਵਨ ਆਪਣੇ ਆਪ ਤੋਂ ਉੱਪਰ ਉੱਠ ਕੇ ਉੱਚਾ ਬਣਨਾ ਚਾਹੀਦਾ ਹੈ। then your behavior will be good with others, otherwise your behavior will be mean, selfish, ਨੀਚ ਕਰਮ ਵਾਲਾ, ਹੈ ਨਾ। ਜਦੋਂ ਮੈਂ ਇੱਕ ਵਾਰੀ ਸਾਂਝ ਕੀਤੀ ਸੀ ਕਿ ਮਾਂ ਆਪਣੇ ਬੱਚੀ ਦੇ ਨਾਲ ਖੜੀ ਹੈ और ਉਹਦੀ ਬੱਚੀ ਕਹਿ ਰਹੀ ਹੈ ਮੰਮੀ ਉਹ ਦੇਖੋ ਕੂੜਾ ਉਠਾਣੇ ਵਾਲੀ ਆ ਗਈ, ਤਾਂ ਉਹਦੀ ਮਾਂ ਨੇ ਉਹਨੂੰ ਇਹ ਕਿਹਾ ਇਹ ਕੂੜਾ ਉਠਾਣੇ ਵਾਲੀ ਨੀਚ ਨਹੀਂ ਹੈ, ਬਲਕਿ ਇਹ ਕੂੜਾ ਅਸੀਂ ਫੇंकਦੇ ਆ, ਇਹ ਤੇ ਚੁੱਕਣ ਆਈ ਹੈ। ਇਹਦਾ ਮਤਲਬ ਕੂੜਾ ਉਠਾਉਣ ਵਾਲਾ ਨੀਚ ਨਹੀਂ ਹੁੰਦਾ। ਹਾਂ, ਸਾਡੇ ਵਰਗਾ ਗੰਦ ਪਾਉਣ ਵਾਲਾ ਨੀਚ ਹੁੰਦਾ ਹੈ, ਸਾਡੇ ਵਰਗਾ ਨਿੰਦਾ ਕਰਨ ਵਾਲਾ ਨੀਚ ਹੁੰਦਾ ਹੈ, ਸਾਡੇ ਵਰਗਾ ਦੂਜਿਆਂ ਨੂੰ ਬੁਲੀ ਕਰਕੇ
ਲੈਗ ਪੁਲਿੰਗ ਕਰਨ ਵਾਲਾ ਨੀਚ ਹੁੰਦਾ ਹੈ। ਨੀਚ ਕਰਨ ਤੇ ਅਸੀਂ ਕਰਦੇ ਹਾਂ, ਜੋ ਉੱਚਾ ਹੈ ਤਾਂ ਹੀ ਕਰਕੇ ਕਿਹਾ ਐਲੀਵੇਸ਼ਨ ਹੈ ਨਾ। ਅਸੀਂ ਪਿਆਰ ਵਿੱਚ ਉੱਚੇ ਉੱਠਦੇ ਆ, ਪਿਆਰ ਵਿੱਚ ਗਿਰਦੇ ਨਹੀਂ ਆ। ਜਿਸ ਪਿਆਰੇ ਸਿਓ ਨੇ ਤਿਸ ਆਗੇ ਮਰ ਚਲੀਏ, ਅਸੀਂ ਉਹਦੇ ਚਰਨਾਂ 'ਚ ਡਿੱਗਦੇ ਆ, ਭਾਵ ਆਪਾ ਸਰੈਂਡਰ ਕਰਦੇ ਆ ਤੇ ਅਸੀਂ ਉੱਚੇ ਹੋ ਜਾਂਦੇ ਆ। ਜਿਸ ਪਿਆਰੇ ਸਿਓ ਨੇ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਵਾਕੇ ਪਾਚੇ ਜੀਵਨ। ਫਰੀਦ ਜੀ ਦਾ ਇੱਕ ਸ਼ਲੋਕ ਹੈ, ਫਰੀਦਾ ਖਾਕ ਨਾ ਨਿੰਦੀ ਹੈ, ਖਾਕ ਨੂੰ ਨਾ ਨਿੰਦਿਆ ਕਰ। ਖਾਕ ਦਾ ਮਤਲਬ ਲੋਕਾਂ ਨੇ ਇਹ ਸਾਡੇ ਪੈਰਾਂ ਥੱਲੇ ਜਿਹੜੀ ਡਸਟ ਹੈ ਨਾ, ਇਹਨੂੰ ਖਾਕ ਸਮਝਿਆ ਹੋਇਆ। ਫਰੀਦ ਜੀ ਕਹਿੰਦੇ ਨੇ ਖਾਕ ਹੁੰਦਾ ਹੈ ਐਸੈਂਸ, ਫੁੱਲਾਂ ਦੇ ਵਿੱਚ ਜਿਹੜਾ ਪਰਾਗ ਹੈ, ਜਿਹੜੀ ਰੱਜ ਹੈ ਨਾ, ਜਿਹੜੀ ਧੂੜ ਹੈ, ਉਹਨੂੰ ਖਾਕ ਕਹਿੰਦੇ ਨੇ। ਫਰੀਦਾ ਖਾਕ ਨਾ ਨਿੰਦੀ ਹੈ, ਖਾਕ ਜੇਡ ਨਾ ਕੋਏ, ਖਾਕੂ ਜੇਡ ਨਾ ਕੋਏ। ਜਿਉਂਦਿਆਂ ਪੈਰਾਂ ਤਲੇ ਤੈਨੂੰ ਨਾ ਜੀਵਨ ਜਾਚ ਸਮਝ ਆ ਜਾਏਗੀ, ਜੇ ਤੂੰ ਇਹ ਤਤ ਗਿਆਨ ਵਾਲੀ ਰੱਜ ਧੂੜ ਨੂੰ ਸਮਝ ਜਾਏਗਾ। ਮਾਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਤੇਰਾ ਅੰਦਰ ਦਾ ਇਸ਼ਨਾਨ ਹੋ ਜਾਏਗਾ ਇਹ ਧੂੜੀ ਦੇ ਨਾਲ। ਉਹਨੂੰ ਕਹਿੰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਗੁਰੂ ਦੀ ਸਿੱਖਿਆਵਾਂ ਦਾ ਤਤ ਗਿਆਨ ਮੈਨੂੰ ਦਿਓ, ਧੂੜ ਦਿਓ, ਤਾਂ ਕਿ ਮੇਰੇ ਅਵਗੁਣ ਦੂਰ ਹੋ ਜਾਣ। ਸੋ ਜਿਉਂਦਿਆਂ ਪੈਰਾਂ ਤਲੇ ਤੈਨੂੰ ਜੀਣਾ ਆ ਜਾਏਗਾ, ਮੋਇਆ ਉੱਪਰ ਹੋਏ ਤਾਂ ਜਿਉਂ ਹੀ ਤੂੰ ਨਮਰਤਾ ਵਿੱਚ ਰਹੇਗਾ, ਤੇਰੀ ਮੱਤ ਉੱਚੀ ਹੋ ਜਾਏਗੀ। ਤੈਨੂੰ ਖਾਕ ਬੜੀ ਕੀਮਤੀ ਚੀਜ਼ ਹੈ। ਸੋ ਜਿਹੜਾ ਇਹ ਵਾਲਾ ਸਾਡੇ ਕੋਲ ਟੌਪਿਕ ਦਾ ਚੱਲ ਰਿਹਾ ਨਾ, ਉੱਚਾ ਆਚਰਣ ਰੱਖਣਾ, ਇਸ ਟੌਪਿਕ ਦੇ ਅੰਦਰ ਅਸੀਂ ਇਹ ਸਿੱਖਣਾ ਹੈ ਕਿ ਮੇਰੇ ਜੀਵਨ ਦੇ ਅੰਦਰ ਪਤਨ ਹੁੰਦਾ ਹੈ, ਅਵਤਰਣ ਹੁੰਦਾ ਹੈ, ਡਿਕਲਾਈਨ ਹੁੰਦਾ ਹੈ, ਮੇਰਾ ਕਰੈਕਟਰ ਡੇ ਬਾਈ ਡੇ ਥੱਲੇ ਡਿੱਗਦਾ ਜਾਂਦਾ ਹੈ। ਉਹਦੀ ਕੀ ਨਿਸ਼ਾਨੀ ਹੈ? ਜੇ ਤਾਂ ਅਸੀਂ ਉਹਨੂੰ ਸਿਰਫ ਸੈਕਸ਼ੂਅਲ ਪੁਆਇੰਟ ਨਾਲ ਜੋੜ ਲਾਂਗੇ ਤਾਂ ਸਿਰਫ ਅਸੀਂ ਇੱਕੋ ਹੀ ਸਮਝਦੇ ਹਾਂ, ਇਸਨੇ ਫਲਾਣੀ ਇਸਤਰੀ को देखा, ਪਰ ਸਾਰੀਆਂ ਇਸਤਰੀਆਂ ਤੇ ਫਲਾਣੇ ਮਰਦਾਂ ਨੂੰ ਨਹੀਂ ਦੇਖਦੀਆਂ ਰਹਿੰਦੀਆਂ। ਤੇ ਜਿਹੜੇ ਬੱਚੇ ਛੋਟੇ ਨੇ, ਜਿਹੜੇ ਹੁਣੇ ਟੀਨੇਜ ਨੇ, ਉਹ ਵੀ ਨਹੀਂ ਪਰਾਈ ਇਸਤਰੀ ਪਰਾਏ ਮਰਦ ਨੂੰ ਦੇਖ ਰਹੇ ਨੇ। ਮੰਦੇ ਖਿਆਲ, ਮੰਦੀ ਸੋਚ ਨੂੰ ਪਰ ਤ੍ਰਿਆ ਕਹਿੰਦੇ ਨੇ, ਪਰ ਧਨ ਕਹਿੰਦੇ ਨੇ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਆਪਣੇ ਅੰਦਰ ਦੇ ਸੁਤਦਾਰ ਆਪੇ ਆਨ ਲੁਟਾਵੇ, ਇਹਨਾਂ ਦੇ ਆਪਣੇ ਅੰਦਰ ਦੇ ਟੱਬਰ ਤੇ ਲੁਟਾਉਂਦਾ ਹੈ। ਸੋ ਡੇ ਬਾਈ ਡੇ ਜਦੋਂ ਸਾਡਾ ਕਰੈਕਟਰ ਦਾ ਅਵਤਰਣ ਹੁੰਦਾ ਜਾਂਦਾ ਹੈ, ਅਸੀਂ ਇਨਸਾਨੀਅਤ ਦੇ ਤਲ ਤੋਂ ਡਿੱਗ ਕੇ ਪਸ਼ੂਤਾ ਵੱਲ ਆਉਂਦੇ ਜਾਂਦੇ ਹਾਂ, ਵਿਸ਼ਟਾ ਕੇ ਕੀੜੇ ਤੱਕ, ਥੱਲੇ ਤੱਕ, ਰਸਾਤਲ ਤੱਕ ਡਿੱਗਦੇ ਜਾਂਦੇ। ਜੋ ਰਸਾਤਲ ਤੱਕ ਡਿੱਗਦੇ ਜਾਂਦੇ ਆ, ਹੰਕਾਰੀ ਹੁੰਦੇ ਜਾਂਦੇ ਆ। ਹਾਥੀ ਚੀਨੀ ਨਹੀਂ ਖਾ ਸਕਦਾ ਲੱਭ ਕੇ ਰੇਤ ਵਿੱਚੋਂ, ਕੀੜੀ ਨਿਮਰਤਾ ਦੇ ਨਾਲ ਚੀਨੀ ਲੱਭ ਲੈਂਦੀ ਹੈ, ਮਿੱਠਾ ਲੱਭ ਲੈਂਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਮੈਂ ਉੱਚਾ ਆਚਰਣ ਬਣਾਉਂਦਾ ਹਾਂ ਤਾਂ ਮੇਰਾ ਬਿਹੇਵੀਅਰ ਇਨਸਾਨੀਅਤ ਭਰਪੂਰ ਹੁੰਦਾ ਜਾਂਦਾ ਹੈ। ਉਹਨੂੰ ਕਹਿੰਦੇ ਨੇ फरिश्ते से बेहतर है इंसान बनना, मगर इसमें लगती है थोड़ी देर ज्यादा। साडे सबर ही नहीं है, ਅਸੀਂ ਓਵਰਨਾਈਟ ਸਮਝਦੇ ਹਾਂ ਬਸ ਕੋਈ ਮਾਲਾ ਫੇਰਾਂਗਾ, ਕੋਈ ਅੱਖ ਦੀ ਫੋਰ ਇੰਜ ਹੋਏਗੀ, ਬਸ ਮੈਂ ਤੇ ਰੱਬ ਜੀ ਦਾ ਨਾਲ ਇੱਕ ਹੋ ਜਾਵਾਂਗਾ। ਨਹੀਂ, ਮਨ ਅੱਖ ਦੀ ਪਲਕ ਦੀ ਇਤਨੇ ਜੇ ਫ੍ਰੈਕਸ਼ਨ ਆਫ ਸੈਕਿੰਡਸ ਦੇ ਵਿੱਚ ਹੀ ਬਿਲਕੁਲ ਪੈਰਾਡਾਈਮ ਸ਼ਿਫਟ ਹੋ ਜਾਂਦਾ ਨਾ। ਫਿਰ ਉਸ ਤੋਂ ਬਾਅਦ ਮੇਰਾ ਬਿਹੇਵੀਅਰ ਪੱਕਣਾ ਸ਼ੁਰੂ ਹੁੰਦਾ ਹੈ, ਫਿਰ ਮੈਂ ਨੀਵੇਂ ਤਲ ਤੋਂ ਉੱਪਰ ਉੱਠਣਾ ਸ਼ੁਰੂ ਕਰਦਾ। ਉਹਨੂੰ ਕਹਿੰਦੇ ਨੇ ਉੱਤਮ ਸੇਦਰ ਉੱਤਮ ਕਹੀਏ, ਨੀਚ ਕਰਮ ਪੈਰ ਹੋਏ। ਮੈਂ ਨੀਚ ਕਰਮਾਂ ਵਾਲਾ ਬਣਿਆ ਰਹਿੰਦਾ। ਮੈਨੂੰ ਗੱਲ ਸਮਝ ਆ ਗਈ ਹੈ, ਸ਼ਰੀਫ ਰਹਿਣਾ ਚਾਹੀਏ।
मनु गल समझ आ जाएगी है कि संतोखी रहना चाहिए। मनु गल्लां ते बड़ियां आ गई ने, पर मैं अपना सुभाव पकाया ही नहीं, मैं अपना सुभाव दृढ़ ही नहीं किया। सो ਅਸੀਂ ਸਾਰੀ ਉਮਰ ਦ੍ਰਿੜ ਕਰਦੇ ਆ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵੇ ਸਾਧਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ केरी, छोड़ अवगुण चलिए। ਅਸੀਂ अवगुण छोड़ते ही नहीं, सारी उम्र अवगुण छड्डदे 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 जांदे हां। ਜਿਉਂ ਜਿਉਂ अवगुण छड्डदे ਜਾਂਦੇ ਹਾਂ, त्यों त्यों परफेक्शन ਵੱਲ ਵਧਦੇ ਜਾਂਦੇ ਹਾਂ। ਜਿਉਂ ਜਿਉਂ अवगुण ਛੱਡਦੇ ਜਾਂਦੇ ਹਾਂ, बस्ता साडा जिहड़ा भारा हो गया सी, अवगुणा की गंठड़ी भार बन्निया होया सी, हल्का होंदा जांदा है। ज्यों ज्यों बस्ता हल्का होंदा जांदा है अवगुणा तो, त्यों त्यों उपर उड़न वास्ते सौखे होंदे जांदे आ। जिहड़े लोकी एवरेस्ट ते चढ़दे ने ना, वो एज मच एज लैस वेट अपने नाल लैके चलदे ने, ते जिहड़े संतोखी हो जाते ने ना, वो कहते ने आई वॉन्ट मोर एंड मोर ऑफ लैस। मनु घट तो घट चाहिए। उच्चा आचरण जो हो रहा है, उच्चा आचरण वाला अपने शरीर के स्वादा तो उपर उठता जाता है, दूजिया वास्ते जींदा जाता है। वरना लब कुत्ता, लालच वधदी जाती है, दूजे का समान भी हड़प करना चाहता है। कूड़ चूड़ा ठग खादा मुर्दार, पर निंदा बस मैं डिगया, मैं निंदा शुरू कर दी, मैं जस्टिफाई करना शुरू कर दिता। मैं शरीफा, फलाना बदमाश है, मैं शरीफा, फलाना बेईमान है। जदों असीं इंज करना शुरू कर देंदे हां ना, तब पर निंदा, पर मल मुख शुद्धि, अगन क्रोध चंडाल, अंदो क्रोध चढ़िया रहता है। मैं अपने आचरण तो डिग पिया, मेरा उच्चा आचरण नहीं है। इस शब्द गुरु साहब कहते रस खस आप सलाहना, अपने शरीर के रसा स्वादा तक पे रहना, ये कर्म मेरे करतार। ये इंट्रोस्पेक्शन मैं कीती है कदी? जो इंट्रोस्पेक्शन करेगा कि मेरे कर्म नीच हन, नीच कर्मा वाला अपने अंदर नहीं जा पाता। नीच कर्म वाले नू अपने अंदर दे मंदिर चों बाहर तक के पैंदे ने। असी कर्मा करके, मतलब थॉट प्रोसेस करके, मतलब मंदे ख्याला करके नीच होंदे आ। मंदे ख्याला करके मैं अछूत हाँ। दुनिया का कोई मनुख अछूत नहीं होंदा, किसी मनुख नू अनटचेबल नहीं कहना चाहिए। सारे कुदरत के बंदे ने, सारे रब जी दे बंदे ने। वी ऑल आर चिल्ड्रन ऑफ गॉड है। मैं अपने मंदे ख्याला करके नीच मीन होंदा हां, नीवे मंदे करैक्टर दा बन गया। मनु ख्याल आंदा है कि दूजे दा बुरा किस तरह होवे, मनु ख्याल आंदा है कि इहदा नौजवान पुत्र मर जाए, मनु ख्याल आंदा है कि इन्हां दा बिजनेस ढह पवे। ए नीच ख्याल ने। उच्चा आचरण रखना, सस्टेन करना, सब्जेक्ट टू अदर तू टह पेगा। जो मंदिर को थामै थम्मन, त्यो गुरु का शब्द मनै सम्मन। इथे रोक के तो रख, जितना सिखिया उन्हों ते कमा। असी इनू एक पुष्पिंदर जी साडी केड़ी पुस्तक च असी इहदा नाम रखिया उपासन जीवन जुगत। जीवन जुगत। सो अपने आसन तो ऊपर उठना। जिस लैवल ते मैं कल तक खड़ा सी, उस लैवल तो चंगा गुण सीख के होर ऊपर उठना। साडे कोल 4 गुण ने, वो भी असी पूरे कदे कमाए नहीं, उन्हां दा ही हंकार करते रहंदे आ। मैनू बोलना बड़ा सोहना आंदा है, मैं किताबां लिखदा हां, मेरा नाम भुपिंदर सिंह है, मैं 45-50 किताबां लिखियां हुई हैं, मैं बड़ा मिठा गांदा हां, मनु वाजा बजाना आंदा है, मनु लैक्चर देना आंदा है,
मैं 4 ਬੰਦਿਆਂ ਨੂੰ ਚੁੱਪ ਕਰਾ ਸਕਦਾ ਹਾਂ, ਮੈਂ ਐਵੇਂ ਹੀ ਧੋਪੀ ਚ ਵਾਲ ਚਿੱਟੇ ਨਹੀਂ ਕੀਤੇ ਨੇ, ਮੈਨੂੰ ਬੜਾ ਤਜਰਬਾ ਹੈ, ਮੈਂ ਦੁਨੀਆ ਦਾ ਭਲਾ ਕਰਦਾ ਹਾਂ। ਇਹ ਸਾਰਾ ਇਹ ਕੀ ਹੋ ਰਿਹਾ? ਆਪਣਾ ਵਿਖਾਵਾ ਔਰ ਆਪਣੇ ਆਚਰਣ ਤੇ ਸਟੇਟਸ ਤੇ ਖੜਾ ਨਹੀਂ ਹੋ ਪਾ ਰਿਹਾ ਔਰ ਥੱਲੇ ਡਿੱਗ ਰਿਹਾ। नो नीड टू टेल अदर्स मैं की करना है ना। कल तक तू जिथे खड़ा सी, साहिब मेरा नीत नवा, रब जे रोज नवा है तो तू भी आज नवा बन, अपना गुण वधा ना। फिर डे बाय डे आपने जिस लैवल ते खड़े आ, इस लैवल तो उपर उठण नूं उप आसन कहंदे ने। साडे जो ना कई लोग कहंदे ने वो फलाना वर्त रखदा, असीं नहीं रखदे, फलाने ने लाल धागा बन्निया असीं नहीं बन्नदे, फलाना थित्ता वारा दे चक्करां च असीं नहीं बन्नदे। पर इन्हां गल्लां नूं सब कुछ समझ लैंदे ने भी हाँ हम तो धर्मी हो ही गए बस। आचरण उच्चा कदों करेगा? तेरा व्यवहार मिठा कदों बनेगा? तेरा व्यवहार दूजे दे भले वास्ते कदों बनेगा? तेरी बॉडी लैंग्वेज विच भी गाल ना निकले, तेरी बॉडी लैंग्वेज विच तू किसी नूं मूर्ख ना कवे, तू किसी नूं ना कवे फलाना स्टब्बन है, बेवकूफ है, अक्ल नहीं है, मूर्ख है, मैं तेनों मुंह नहीं लाना चाहता। ए तेरी जबान ते भी ना, तेरी बॉडी लैंग्वेज जी ना। ओदा मैं भला किया, आज देखो मेरा थैंकलैस हो गया है, तेनू क्यों ख्याल आंदा है? हू आर यू? बस अपने आप नू थैंकफुल शो करना, दूजे नू थैंकलैस शो करना, दूजे नू अकिरत कण कहना, डे बाय डे। अच्छा, आसन दा मतलब लोकी चौकड़ा मार के जेडे अपने हिप्स नू किसी आसन दे उत्ते बिठांदे ने, ओदा नाम लोकां ने आसन रखिया है। और फिर लोग यह समझते हैं अखा बंद कर लो, कोई रब दा नाम जपदे रहो, तुसी जमीन तो ऊपर उठ जाओगे, ऊपर जाके छत नूं लग जाओगे, ऊपर उठ जाओगे। लोग इहनूं उपासन समझदे। असी इसे फर्श ते रहिंदे हां, आत्मक तौर ते अर्श दी सोच रखदे हां, तां साडा उच्चा आचरण बनता है। असी मरण तो बाद वाले स्वर्ग और जन्नत दी गल नहीं करते हाँ, असी जींदे जी इत्थे स्वर्ग और जन्नत बनाण दी गल करते हाँ। इस धरती दे फर्श ते जेड़े लोग रहिंदे ने, उन्हां दे नाल प्यार नाल, नम्रता नाल, उन्हां दे भले वास्ते दिन रात उन्हां वास्ते जी सकते हाँ। मैले कुचैले कपड़े पाए वाले बंदे दे नाल भी खड़े हो सकते हाँ। इहनूं उच्चा आचरण कहंदे ने। वधिया ब्रांड नेम दे कपड़े पाए ने और इहदे कपड़े मैले ने, मैं दे नाल नहीं खड़ा होना, इहनूं उच्चा आचरण नहीं कहंदे, इहनूं नीच कर्म कहंदे ने। इस करके उस शब्द विच कहंदे ने, रस कस आप सलाना ए कर्म मेरे करतार, बाबा बोलिए पत होए तां अंदर दे दर दे अंदर पत रखी जाती है। उत्तम से दर उत्तम कई है, ਜਿਹੜੇ उत्तम दर नाल जुड़ जाते ने ना, उन्हां दा आचरण उच्चा हो जाता है। वो अलबेले होके अखां बंद करके लोकां नाल बोलना बंद कर देंदे। ऐसा नहीं है। किसी बंदे ने शराब पी ली, उहदे नाल नफरत नहीं करते ने, उन्होंने जफ्फी पाते ने, उन्होंने प्यार करते ने। जिन्हें नशा किया है उन्होंने होर प्यार करते ने। कोई गलत रस्ते ते टुर रहा है, ओदी निंदा नहीं करते ने, उन्होंने दुरकारदे नहीं ने, उन्होंने समाजिक तौर ते बाईकाट नहीं करते ने, उन्होंने गले लांदे ने, क्योंकि आचरण उच्चा है। उत्तम दर नाल जुड़ गए ने ना। उत्तम दर दे रब नूं पता ही कहंदे ने बीठल, बीठल हुंदा मूर्ख नूं भी गले लांदा है, असीं उहदे नाल जुड़दे हां। उत्तम से दर उत्तम कही है, नीच कर्म बै रोए, इस शब्द का रहाव है।
ਔਰ ਇਸ ਸ਼ਬਦ ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਕਿ ਮੈਂ ਦੂਜਿਆਂ ਤੇ ਯੈਲ ਨਹੀਂ ਕਰਨਾ, ਮੇਰਾ ਬਿਹੇਵੀਅਰ ਚੰਗਾ, ਮੈਂ ਦੂਜਿਆਂ ਦੀ ਗੱਲ ਨਹੀਂ ਕੱਟਣੀ, ਮੇਰਾ ਬਿਹੇਵੀਅਰ ਚੰਗਾ, ਮੈਂ ਦੂਜਿਆਂ ਦੀ ਗੱਲ ਸੁਣਨੀ ਵੀ ਹੈ, ਮੇਰਾ ਬਿਹੇਵੀਅਰ ਚੰਗਾ, ਉੱਚਾ ਆਚਰਣ। ਮੈਂ ਦੂਜਿਆਂ ਨੂੰ ਆਪਣਾ ਸਮਝਣਾ ਹੈ, ਮੇਰਾ ਉੱਚਾ ਆਚਰਣ। ਮੈਂ ਸਿਰਫ ਆਪਣੇ ਬਲੱਡ ਰਿਲੇਸ਼ਨ ਵਾਲੇ, ਆਪਣੇ ਵੋਟੀ ਬੱਚੇ ਧੀਆਂ ਪੁੱਤਰ ਨੂੰ ਆਪਣਾ ਸਮਝਣਾ, ਬਾਕੀਆਂ ਨੂੰ ਪਰਾਇਆ ਸਮਝਣਾ, ਨੀਚਾ ਆਚਰਣ। ਆਚਰਣ ਦਾ ਮੈਨਾ ਉਹ ਭੈਣ ਨੇ ਔਰ ਸੁਪ੍ਰੀਤ ਨੇ ਕਲੀਅਰ ਕਰ ਦਿੱਤਾ, ਬਿਹੇਵੀਅਰ। ਇਫ ਯੂਰ ਬਿਹੇਵੀਅਰ ਇਜ਼ ਸਪਿਰਿਚੁਅਲ, ਯੂ ਆਰ ਉੱਚਾ ਆਚਰਣ। ਇਫ ਯੂ ਆਰ ਐਲੀਵੇਟਿੰਗ ਡੇ ਬਾਈ ਡੇ, ਯੂ ਆਰ ਉੱਚਾ ਆਚਰਣ। ਸੋ ਉਪ ਆਸਨ ਦਾ ਮਤਲਬ ਹੈ ਕੱਲ ਤੱਕ ਮੈਂ ਜਿੱਥੇ ਖੜਾ ਸੀ, ਇਸ ਤੋਂ ਮੈਂ ਹੋਰ ਐਬਵ ਹੋ ਰਿਹਾ ਹਾਂ। ਰੱਬ ਰੋਜ਼ ਨਵਾਂ ਹੈ, ਐਵੋਲੂਸ਼ਨ ਹੋ ਰਹੀ ਹੈ, ਦੁਨੀਆ ਦਿਨੋਂ ਦਿਨ ਪ੍ਰੋਗਰੈਸ ਕਰ ਰਹੀ ਹੈ, ਦੁਨੀਆ ਦਿਨੋਂ ਦਿਨ ਪ੍ਰੋਸਪੈਰਿਟੀ ਵੱਲ ਵੱਧ ਰਹੀ ਹੈ, ਮੈਂ ਵੀ ਵਧਣਾ ਹੈ ਆਤਮਕ ਤੌਰ ਤੇ। ਮੈਂ ਡੇ ਬਾਈ ਡੇ ਚੰਗੇ ਗੁਣਾ ਦਾ ਰਿਚ ਹੋਣਾ ਹੈ। ਇਹਨੂੰ ਹੱਕ ਦੀ ਕਮਾਈ 26 ਜਨਵਰੀ ਦੇ ਸੈਮੀਨਾਰ ਵਿੱਚ ਅਸੀਂ ਸਮਝਿਆ। ਮੈਂ ਚੰਗੇ ਗੁਣ ਲੋਕਾਂ ਨਾਲ ਨਾ ਵਰਤਾਂ, ਇਹ ਮੇਰਾ ਹੱਕ ਨਹੀਂ ਹੈ। ਰੱਬ ਨੇ ਮੈਨੂੰ ਹੱਕ ਵਿੱਚ ਚੰਗੇ ਗੁਣ ਦਿੱਤੇ ਨੇ ਔਰ ਇਹ ਮੈਂ ਲੋਕਾਂ ਨਾਲ ਵਰਤਾਂ, ਇਹ ਮੇਰਾ ਬਿਹੇਵੀਅਰ ਹੈ, ਇਹ ਉੱਚਾ ਆਚਰਣ ਹੈ। ਅਸੀਂ ਧਰਮ ਦੀਆਂ ਗੱਲਾਂ ਕਰੀਏ ਔਰ ਦੁਨੀਆ ਦਾ ਭਲਾ ਸੋਚੀਏ ਹੀ ਨਾ, ਤਾਂ ਉੱਚਾ ਆਚਰਣ ਨਹੀਂ ਹੈ, ਤਾਂ ਫਿਰ ਗੱਲਾਂ ਹੀ ਨੇ। ਹਾਊ ਟੂ ਹੈਲਪ ਅਦਰਸ, ਉੱਚਾ ਆਚਰਣ। ਉੱਚਾ ਆਚਰਣ ਸਾਨੂੰ ਰੋਜ਼ ਕਮਾਉਣਾ ਪੈਂਦਾ ਹੈ, ਆਪਣੇ ਵੈਸਟਿਡ ਇੰਟਰਸਟ ਤੋਂ, ਆਪਣੀ ਕਾਮਾਦਿਕ ਰੁਚੀਆਂ ਤੋਂ, ਆਪਣੇ ਸਰੀਰਕ ਸਵਾਦਾਂ ਤੋਂ ਉੱਪਰ ਉੱਠ ਕੇ। ਹਾਂਜੀ, ਮੈਨੂੰ ਅੱਜ ਦੇ ਟੌਪਿਕ ਵਿੱਚ ਇਤਨੀ ਹੀ ਸਪੌਂਟੇਨੀਅਸ ਸਾਂਝ ਕਰਨ ਦਾ ਖਿਆਲ ਆਇਆ। ਹੋਰ ਜੇ ਨਾਲ ਦੇ ਨਾਲ ਕੋਈ ਸਾਂਝ ਕਰਨਗੇ ਉਹਨਾਂ ਨੂੰ ਮੈਂ ਸੁਣਾਂਗਾ, ਤੇ ਜੇ ਕੋਈ ਸਵਾਲ ਆਇਆ ਤਾਂ ਸਾਰੇ। ਜੀ, ਇਹ ਹਰਪ੍ਰੀਤ ਵੀਰ ਜੀ ਨੇ ਹੈਂਡ ਰੇਜ਼ ਕੀਤਾ। ਹਰਪ੍ਰੀਤ ਵੀਰ ਜੀ ਤੋਂ ਬਾਅਦ ਕੀਰਤਨ ਕੌਰ ਵੀ ਹੈਗੇ ਨੇ ਸਾਡੇ ਨਾਲ, ਤੇ ਕੀਰਤਨ ਕੌਰ ਵੀ ਅਗਰ ਸ਼ੇਅਰ ਕਰਨਾ ਚਾਹੁੰਦੇ, ਯੂ ਆਰ ਮੋਸਟ ਵੈਲਕਮ ਪਲੀਜ਼। ਕੀਰਤਨ ਕੌਰ। ਹਾਂਜੀ ਹਰਪ੍ਰੀਤ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਈ ਚਾਂਸ ਅੱਜ ਮੈਂ ਜਿਹੜਾ ਟੌਪਿਕ ਆਫਿਸ ਵਿੱਚ ਬਣਾ ਰਿਹਾ ਸੀਗਾ, ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਇਹ ਟੌਪਿਕ ਮੈਂ ਅੱਜ ਆਫਿਸ ਵਿੱਚ ਸਾਡੇ ਡੇਲੀ ਟੈਲੀਕਾਸਟ ਉਸ ਬਣਾ ਰਿਹਾ ਸੀ, ਤੇ ਉਹਦੇ ਵਿੱਚ ਵੀਰ ਜੀ ਨੇ ਇੱਕ ਪੁਆਇੰਟ ਬੜਾ ਅੱਛਾ ਡਿਸਕਸ ਕੀਤਾ ਕਿ ਬਈ ਸਾਨੂੰ ਜੀ ਦਇਆ ਸਿੱਖਣੀ ਬਹੁਤ ਜ਼ਰੂਰੀ ਹੈ, ਮਤਲਬ ਆਪਣੇ ਆਪ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਉੱਚਾ ਆਚਰਣ ਬਣਾਉਣਾ ਚਾਹੁੰਦੇ ਹਾਂ ਔਰ ਅਸੀਂ ਹਾਈ ਮੋਰਲ ਕਰੈਕਟਰ ਬਣਾਉਣਾ ਚਾਹੁੰਦੇ ਹਾਂ, ਉਹਦੇ ਵਾਸਤੇ ਨਾ ਆਪਣੇ ਆਪ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਪਿਆਰ ਕਰਨ ਤੋਂ ਭਾਵ ਹੈ, ਅਸੀਂ ਸਮਝ ਸਕਦੇ ਹਾਂ ਕਿ ਜੋ ਸਾਡੇ ਅੰਦਰ ਡੈਫੀਸ਼ੀਐਂਸੀਜ਼ ਨੇ, ਸ਼ਾਰਟਕਮਿੰਗਸ ਨੇ, ਅਸੀਂ ਉਹਦੀ ਹਰ ਮੂਵਮੈਂਟ, ਹਰ ਡੇਲੀ ਬੇਸਿਸ ਤੇ ਅਸੀਂ ਪੜਚੋਲ ਕਰੀਏ ਕਿ ਮੇਰੇ ਅੰਦਰ ਕਿਹੜੇ ਅਵਗੁਣ ਨੇ ਔਰ ਮੇਰੇ ਅੰਦਰ ਕਿਹੜੀ ਸ਼ਾਰਟਕਮਿੰਗਸ ਨੇ, ਜਿਹਦੇ ਨਾਲ ਮੇਰਾ ਕਿਸੇ ਵੀ ਮਨੁੱਖ ਨਾਲ ਮਨ ਮੁਟਾਵ ਹੋ ਜਾਂਦਾ ਹੈ, ਜਾਂ ਕਿਸੇ ਮਨੁੱਖ ਨਾਲ ਮੇਰੀ ਦੂਰੀ ਹੋ ਜਾਂਦੀ ਹੈ, ਜਾਂ ਕੋਈ ਵੀ ਕਿਸੇ ਵੀ ਐਂਗਲ ਤੇ ਮੈਂ ਆਪਣੇ ਮੋਰਲ ਵੈਲਿਊਜ਼ ਤੋਂ ਡਿੱਗ ਜਾਂਦਾ ਵਾਂ, ਤੇ ਇਸੀ ਨੂੰ ਅਸੀਂ ਆਪਣਾ ਪਿਆਰ ਕਰਨਾ ਵਾ ਕਵਾਂਗੇ ਅਸੀਂ। ਕਿਉਂ? ਕਿਉਂਕਿ ਜਦੋਂ ਅਸੀਂ ਆਪਣੇ ਆਪ ਤੇ ਜੀ ਦਇਆ ਵਾਲਾ ਕਿ ਵੀ ਮੈਨੂੰ ਅੰਦਰ ਮੇਰੀ ਕਿਸੇ ਮਨੁੱਖ ਨਾਲ ਮਨ ਮੁਟਾਵ ਚੱਲ ਰਿਹਾ ਔਰ ਮੈਂ ਉੱਪਰੋਂ ਹਿਪੋਕ੍ਰੇਸੀ ਕਰਕੇ ਆਪਣਾ ਉਹਦੇ ਨਾਲ ਬਿਹੇਵੀਅਰ ਕਰ ਰਿਹਾ, ਪਰ ਮੇਰੀ ਅੰਦਰੋਂ ਉਹਦੇ ਨਾਲ ਦੂਰੀ ਹੈ, ਰਾਦਰ ਦੈਨ ਮੈਂ ਉਹਦੇ ਨਾਲ ਉਹ ਕਮਿਊਨੀਕੇਟ ਕਰਕੇ ਉਸ ਚੀਜ਼ ਨੂੰ ਰਿਜ਼ੋਲਵ ਕਰਾਂ ਔਰ ਉਸ ਚੀਜ਼ ਤੋਂ ਉੱਪਰ ਉਠਾਂ, ਮੈਂ ਸਿਰਫ ਇਹੀ ਸੋਚੀ ਜਾ ਰਿਹਾ ਕਿ ਵੀ ਉਹਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ, ਫਲਾਣੇ ਮਨੁੱਖ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ, ਰਾਦਰ ਦੈਨ ਕਿ ਮੇਰਾ ਉਹਦੇ ਨਾਲ ਕਮਿਊਨੀਕੇਸ਼ਨ ਹੋਣਾ। ਜਦੋਂ ਮੈਂ ਆਪਣੇ ਨਾਲ ਕਮਿਊਨੀਕੇਟ ਕਰਾਂਗਾ ਤੇ ਮੈਂ ਆਪਣੇ ਉਸ ਲੈਵਲ ਤੋਂ ਜਿਹੜਾ ਮੇਰੇ ਮਾਨਸਿਕ ਜਿਹੜਾ ਮੇਰਾ ਚੈਨ ਹੈ ਉਹ ਜਿਹੜਾ ਗਵਾਚ ਜਾਂਦਾ ਹੈ ਮੇਰਾ। ਜੇ ਮੈਂ ਆਪਣੇ ਆਪ ਨੂੰ ਪਿਆਰ ਕਰਦਾ, ਮੈਂ ਉਸਨੂੰ ਪ੍ਰਾਇੋਰਟੀ ਪਹਿਲੇ ਦੇਵਾਂਗਾ,
कि जे मेरा अपने आप ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਮੈਂ ਆਪਣੇ ਮਾਨਸਿਕ ਚੈਨ ਨੂੰ ਪਹਿਲੇ ਪ੍ਰਾਇੋਰਟੀ ਦੇ ਕੇ ਉਸ ਚੀਜ਼ ਨੂੰ ਰਿਜ਼ੋਲਵ ਕਰਾਂਗਾ। ਤੇ ਜਦੋਂ ਅਸੀਂ ਇਸ ਪੱਖੋਂ ਸੋਚਦੇ ਹਾਂ ਕਿ ਅਸੀਂ ਪਹਿਲੇ ਆਪਣੇ ਆਪ ਨੂੰ ਪਿਆਰ ਕਰਨਾ ਹੈ ਤੇ ਅਸੀਂ ਉਸ ਮੋਰਲ ਵੈਲਿਊਜ਼ ਤੋਂ ਮੋਰਲ ਕੈਰੈਕਟਰਸ ਵੱਲੋਂ ਅਸੀਂ ਜਦ ਆਪਣੇ ਆਪ ਨੂੰ ਹਾਈਲੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਰੂਟੀਨ ਲਾਈਫ ਵਿੱਚ ਤੇ ਅਸੀਂ ਇਹ ਸਮਝ ਸਕਦੇ ਹਾਂ ਕਿ ਅਸੀਂ ਉੱਚਾ ਆਚਰਣ ਰੱਖਣ ਵੱਲ ਇੱਕ ਮੀਲ ਪੱਥਰ ਅਸੀਂ ਇੱਕ ਪੁਆਇੰਟ ਅਸੀਂ ਇੱਕ ਸਟੈਪ ਅਹੈਡ ਹੋਏ ਹਾਂ ਰਾਦਰ ਦੈਨ ਕਿ ਅਸੀਂ ਸਿਰਫ ਆਪਣੇ ਮਨ ਵਿੱਚ ਕਿਸੇ ਨਾਲ ਦੂਰੀ ਬਣਾ ਕੇ ਕਿਸੇ ਨਾਲ ਮਨਮੁਟਾਵ ਬਣਾ ਕੇ ਅਸੀਂ ਉਸ ਤੋਂ ਦੂਰੀ ਬਣਾਈ ਰੱਖੀਏ। ਇਸ ਤਰ੍ਹਾਂ ਬੜੇ ਸਾਰੇ ਮਿਲੀਅਨਸ ਆਫ ਪੁਆਇੰਟ ਹੋ ਸਕਦੇ ਨੇ ਕਿ ਆਪਣੇ ਆਪ ਨੂੰ ਪਿਆਰ ਕਰਨ ਤੋਂ ਮਕਸਦ ਇਹ ਵੀ ਹੋ ਸਕਦਾ ਹੈ ਅਸੀਂ ਆਪਣੀ ਨੋਰਮਲ ਰੂਟੀਨ ਵਿੱਚ ਹੈਲਥ ਵਾਸਤੇ ਅਸੀਂ ਕੋਈ ਆਪਣੇ ਉਦਮ ਨਹੀਂ ਕਰਦੇ ਕੋਈ ਅਸੀਂ ਕੁਝ ਐਸਾ ਨਹੀਂ ਕਰਦੇ ਕਿ ਜਿਹਦੇ ਨਾਲ ਸਾਡੀ ਹੈਲਥ ਵੀ ਠੀਕ ਹੋਏ ਅਸੀਂ ਆਪਣੇ ਹੈਲਥ ਪੱਖੋਂ ਵੀ ਠੀਕ ਹੋਈਏ ਤੇ ਅਸੀਂ ਉਸ ਪੱਖੋਂ ਵੀ ਸੋਚੀਏ ਤੇ ਆਪਣੇ ਆਪ ਨੂੰ ਪਿਆਰ ਕਰਨ ਦਾ ਮਕਸਦ ਹੀ ਇਹੀ ਹੈਗਾ ਕਿ ਮੈਂ ਉੱਚਾ ਆਚਰਣ ਰੱਖਣਾ ਚਾਹੁੰਦਾ ਹਾਂ। ਜੇ ਆਪਣੇ ਆਪ ਨੂੰ ਪਿਆਰ ਮੈਂ ਨਹੀਂ ਕਰਦਾ ਤੇ ਇਹਦਾ ਮਤਲਬ ਕਿ ਮੈਨੂੰ ਉੱਚਾ ਆਚਰਣ ਵਾਲੇ ਹਾਲੇ ਕੁਝ ਪਤਾ ਹੀ ਨਹੀਂ ਹੈ। ਔਰ ਵੀਰ ਜੀ ਨੇ ਉਸ ਦੇ ਵਿੱਚ ਇਹ ਪੁਆਇੰਟ ਵੀ ਡਿਸਕਸ ਕੀਤਾ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਐਤੀ ਮਾਰ ਪਈ ਕੁਲਾਣੇ ਤਾਂ ਕਿ ਦਰਦ ਨਾ ਆਇਆ ਇਹ ਮਨ ਦੇ ਪ੍ਰਥਾਈ ਅਸੀਂ ਆਪਣੇ ਮਨ ਨੂੰ ਇਸ ਅਲਾਈਨ ਕਰਨਾ ਸਤਿਗੁਰ ਦੀ ਮੱਤ ਨਾਲ ਔਰ ਉਹਦੇ ਅਕੋਰਡਿੰਗ ਜੀਣਾ ਹੀ ਆਪਣੇ ਆਪ ਨੂੰ ਪਿਆਰ ਕਰਨਾ ਮੈਨੂੰ ਲੱਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। थैंक यू सो मच हरप्रीत ਵੀਰ। ਔਰ ਐਡੀਟਿੰਗ ਵੇਲੇ ਜੋ ਆਪ ਜੀ ਐਕਸਪੀਰੀਐਂਸਸ ਬੜੇ ਧਿਆਨ ਨਾਲ ਸੁਣਦੇ ਹੋ ਔਰ ਸਾਡੇ ਨਾਲ ਸਾਂਝ ਕਰਦੇ ਹੋ ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਦਿਸ ਐਕਸਪੀਰੀਐਂਸ। ਤੇ ਇਹ ਸਾਡੇ ਜਿਵੇਂ ਹੁਣ ਵੀਰ ਜੀ ਨੇ ਗੱਲ ਕਹੀ ਕਿ ਆਪਣੇ ਜਿਹੜੇ ਸਾਡੇ ਬਲੱਡ ਰਿਲੇਟਿਵਸ ਹੈਗੇ ਨੇ ਬਲੱਡ ਰਿਲੇਸ਼ਨ ਹੈ ਜਿਨ੍ਹਾਂ ਨਾਲ ਉਹਨਾਂ ਦੇ ਬਾਰੇ ਤੇ ਅਸੀਂ ਸੋਚ ਲੈਂਦੇ ਹਾਂ ਪਰ ਅਗਰ ਸਿਰਫ ਉਹਨਾਂ ਦੇ ਬਾਰੇ ਸੋਚਦੇ ਰਹਾਂਗੇ ਤਾਂ ਸਾਡਾ ਫੋਕਸ ਕੇਵਲ ਸਾਡੇ ਕੁਝ ਕੁ ਰਿਲੇਟਿਵਸ ਹੀ ਰਹਿ ਜਾਣਗੇ ਤੇ ਜੇ ਸਮਾਜ ਦਾ ਭਲਾ ਅਗਰ ਅਸੀਂ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਜਿਹੜੇ ਰਿਲੇਟਿਵਸ ਹੈਗੇ ਨੇ ਉਹਨਾਂ ਤੋਂ ਬਾਹਰ ਆਪਣਾ ਜਿਹੜੀ ਫੈਮਿਲੀ ਹੈਗੀ ਹੈ ਨੀਅਰ ਐਂਡ ਡੀਅਰ ਵਨਸ ਹੈਗੇ ਨੇ ਜਿਹੜੇ ਚੁਣਿੰਦਾ ਉਹਨਾਂ ਤੋਂ ਬਾਹਰ ਸਾਨੂੰ ਜਿਹੜੇ ਹੋਰ ਲੋਕੀ ਨੇ ਸਮਾਜ ਹੈ ਪੂਰਾ ਉਹਦੇ ਬਾਰੇ ਅਗਰ ਸੋਚਣਾ ਹੈ ਤਾਂ ਸਾਨੂੰ ਉਹਨਾਂ ਤੱਕ ਮਹਦੂਦ ਨਹੀਂ ਰਹਿਣਾ ਚਾਹੀਦਾ ਸਾਨੂੰ ਉਹਨਾਂ ਤੋਂ ਬਾਹਰ ਨਿਕਲ ਕੇ ਹੋਰਨਾਂ ਨਾਲ ਵੀ ਆਪਣੀ ਜੱਫੀ ਜਿਹੜੀ ਹੈ ਵੱਡੀ ਕਰਨੀ ਚਾਹੀਦੀ ਹੈ। ਤੇ ਸਾਡੇ ਇਸ ਜ਼ੂਮ ਮੀਟਿੰਗ ਦੇ ਵਿੱਚ ਹੁਣੇ ਹਾਜ਼ਰ ਨੇ ਵਜਿੰਦਰ जी अगर तुसी मेरी आवाज़ सुन रहे हो अगर आप मेरी आवाज़ सुन रहे हैं तो आप प्लीज़ अपने आप को अनम्यूट करेंगे तो अपना एक्सपीरियंस शेयर करेंगे। आपने जो मुझे अभी आपकी गुजरात में ट्रांसफ़र हुई है तो आपने अपना एक्सपीरियंस मेरे साथ शेयर किया था अगर आप ग्रुप में भी शेयर करेंगे तो बहुत अच्छा होगा। वजिंदर जी आपको होस्ट भी हैं आप अनम्यूट कीजिए। सर यस वाहिगुरु जी का खालसा वाहिगुरु जी की फतेह। मेरा नाम विजेंद्र सिंह है। मैं अभी रिसेंटली उत्तर प्रदेश से गुजरात में ट्रांसफर होके आया हूँ। मेरी जॉब है प्लेस ऑफ पोस्टिंग चेंज हो गई है। पुष्पिंदर पाजी आपको बच्ची के बारे में एक्सपीरियंस शेयर करना है? हाँ जी मैं अपनी बेटी को और अपनी वाइफ के साथ मार्केट गया था मतलब तो वहाँ हम लोग एक मंदिर को क्रॉस कर रहे थे तो एकदम चीख की आवाज आई जैसे कोई दर्द में बहुत मतलब चीख मारा तो मतलब हम लोग देखे कि क्या हुआ तो वहाँ एक बच्ची बैठी थी एंड शी वाज हैंडीकैप। उसके दोनों हाथ और दोनों पैर मतलब काम नहीं करते थे तो हम बहुत मतलब अंदर बड़ा मतलब कंपैशन आया मेरा और मेरी वाइफ के और हम लोग गए वहां पे जानने के लिए कि भाई मतलब क्या हुआ है ये बच्ची ऐसे क्यों बैठी है। तो वहां पे पता चला कि उसकी सिस्टर है एक और उसके फादर भी हैं। उसके फादर डायबिटीज के पेशेंट हैं और एंड ही वाज वेरी कंफर्टेबल इन लेटिंग हर डॉटर बेग so that he could get money for their bread and butter। तो ये चीज हम लोग को सही नहीं लगी। हम लोग को लगा कि भाई उसके फादर अभी तो चलो दाल रोटी अपनी चला रहे हैं उसके फादर तो एक्सपायर हो जाएंगे उसके बाद वो बच्ची बेचारी का क्या होगा जो मतलब इस हालात में है। तो उस रात को तो मैं सो ही नहीं पाया
और जब मैं उस बच्ची के पास गया था तो मेरी वाइफ ने वो बच्ची को देखा और बात की, मतलब वो बच्ची ढंग से बोल भी नहीं पाती थी और मैं तो उस बच्ची की तरफ देख भी नहीं पाया मतलब। लेकिन उस दिन रात को हम लोग आए, मैं बस ये सोच रहा था कि हम लोग क्या करें। रात को मैं सो नहीं पाया, फिर फाइनली रात को मेरे को क्लिक किया कि कोई मतलब ये चाइल्ड सपोर्ट वालों को कांटेक्ट किया जाए। उससे पहले मेरी वाइफ ने भी मेरे को आइडिया प्रपोज किया था, हमने लोकल चाइल्ड सपोर्ट्स को कॉल किया था, लेकिन दे वेर नॉट रेडी, दे सेड दैट कि हम लोग कई बार ट्राई कर चुके हैं लेकिन ऐसे बच्चों को कुछ भला उनका हो नहीं पाता है। तो फाइनली मैं रात को मिनिस्ट्री ऑफ वीमेन एंड चाइल्ड वेलफेयर पे सर्च किया, वहाँ पे चाइल्ड हेल्पलाइन नंबर है 1098, वहाँ पे कॉल करके मैंने पूरा सिचुएशन अपनी समझाई। मैंने पुष्पिंदर पाजी को भी कॉल किया था उससे पहले कुछ आइडिया लेने के लिए कि मैं क्या कर सकता हूँ। तो वहां से काउंसलिंग के लिए लोग बाग आए थे, 60 किलोमीटर से 2 लेडीज और एक जेंट आए थे। उन्होंने काउंसलिंग की उस बच्ची की, उस फादर की। उन्होंने फिर रिपोर्ट बनाई, वो चाइल्ड वेलफेयर कमेटी के सामने प्रेजेंट हुई। फिर उसके बाद एक और उन्होंने काउंसलिंग का राउंड किया, लेकिन क्योंकि वो उनका वो फादर, उनके वो एक्चुअल फादर थे और वो चाइल्ड्स की जो क्या बोलते हाँ बच्चों को देना नहीं चाहते थे वो अथॉरिटीज को। तो फिर फाइनली उसमें मतलब फ्रूटफुल कुछ हो नहीं पाया। उसके बाद मैं मतलब एक बार सोचा था बीच में कि ये एक दूसरी चाइल्ड वेलफेयर का कोई मतलब जैसे ये सत्यार्थी जी हैं जो नोबल लॉरिएट हैं, उनका सपोर्ट लिया जाए। लेकिन फिर उसके बाद मैं मतलब मेरी तरफ से ये कमी हो गई कि मैं उस पर आगे बढ़ नहीं पाया, मैं काम में इतना मसरूफ रहा। जी जी विजेंद्र जी, थैंक यू वेरी मच फॉर शेयरिंग योर एक्सपीरियंस। और जो आपने इनिशिएटिव लिया वो काबिल तारीफ है कि आपने जो आउट ऑफ बॉक्स जाके उसके साथ कम्युनिकेशन करके और लोकल अथॉरिटीज़ में भी बात करके जो आपने स्टेप्स लिए वो डेफिनेटली बहुत ही काबिल तारीफ है। और ऐसे ही वही बात हम कर रहे थे कि वीर जी ने जैसे बोला कि फरीदा खाक ना निंदिए, कि हम जो अच्छे विचार आते हैं, जो हमारे अंदर से विजडम आती है, जो हमारे अंदर सतगुर है, जो हमको वो पुकार के आवाज़ दे के जो हमको कहते हैं, वो हम बहुत बारी इग्नोर कर देते हैं। और कई चीज़ें, कई काम ऐसे होते हैं कि हम अगर थोड़ा-सा ही अगर इनिशिएटिव ले लें उस समय, थोड़ा-सा अगर हम सपोर्ट माँग लें, हमारे पास कई ऐसे भी होते हैं कि हम अपनी जो हमारी गवर्नमेंट की पॉलिसीज़ हैं, उसके बारे में भी हम अवेयर नहीं होते हैं। तो जैसे आपने जो लोकल अथॉरिटीज़ से जो कम्युनिकेशन किया, आपने जो इनिशिएटिव लिया, वो बहुत खूब था। तो ऐसे ही जब हम समाज में विचरते हैं, तो विचरते-विचरते हमारे पास ऐसे कई मौके आते हैं, कइयों को हम इग्नोर कर देते हैं। तो इग्नोर करना ही जो है वो निंदा के तुल्य है। हाँ जी तो मुझे तो ये लगता है कि जो ये गुरबाणी में अभी वीर जी ने सांझ किया था कि फरीदा खाक ना निंदिए, कि खाक की यानी कि जो विजडम है, जो एसेंस है, जो तत्व की बात अंदर से आ रही है, जो सुनेहा आ रहा है, जो सुनेहा दिया जा रहा है, हाँ जी उसको हम इग्नोर ना करें। हाँ अगर हम इग्नोर करते हैं तो वो एक हमारी तरफ से वो निंदा हो जाती है। सो बहुत बहुत थैंक यू वेरी मच, आपने शेयर किया, आपने इनिशिएटिव लिया और ऐसे ही आप हर बारी ग्रुप में आते जाएंगे और अपनी शेयरिंग अगर आप किसी टॉपिक के ऊपर करना चाहते हैं तो आप ज़रूर कीजिए। डेफिनेटली। वेरी मच। सर एक मेरे को एक बात बोलनी है सर। जी सर, प्लीज। हाँ जी मैं सर वीर भूपेंद्र जी का मतलब फ्रॉम द बॉटम ऑफ माय हार्ट आई एम वेरी थैंकफुल सर। मैं मतलब मेरे को अब जो मैं गुरबाणी को अपने जीवन में जितना भी मैं कमा पाया सर, मैं मेरे को लगता है 0.01001% ही कमा पाया हूँ। लेकिन उतना भी कमा के जो मेरे में चेंज आया है, जैसे मेरा लोगों के साथ इंटरेक्शन हुआ, जैसे मेरी अपनी बेटी के साथ मेरी जो बॉन्डिंग हुई है ना सर, क्या बात वो
वो ये छोटे मतलब इस चेंज के पहले सर मैं अच्छा फादर नहीं बन पाता सर, और मैं एक इनोसेंट ह्यूमन बीइंग के साथ इतना मतलब अन्याय कर देता, मतलब वो चीज के लिए मैं बहुत ग्रेटफुल हूँ। और मैं सर बहुत मतलब मैं बहुत कभी-कभी सोचता हूँ कि मैं इसको एकदम कांस्टेंट इस मोड में कैसे रहूं, क्योंकि मेरे लाइफ में अप्स एंड डाउन्स आते हैं सर। मैं मतलब ट्राई कर रहा हूँ कि एज जितना हो सके चेतन हो के अपने विचारों के प्रति अपनी कंसाइंस की कसवट्टी पे उनको रगड़ के उनको चेक करना कि यार ये थॉट को मतलब कि नर्चर करना है कि इसको स्क्रैप करना है। लेकिन फिर भी थोड़ा मैं बहुत चेंजेस आए हैं सर, लेकिन स्ट्रगल अभी भी कर रहा हूँ मैं। और मतलब होपफुल हूँ सर लाइफ में, मतलब लगा कि कुछ मतलब वर्थ है लाइफ, मतलब उस चीज के लिए मैं सर वीर भूपेंद्र जी का बहुत बहुत मतलब थैंकफुल हूँ कि मेरे को पता नहीं था सर गुरु ग्रंथ साहिब में ऐसे जेम्स हैं। मतलब मैं वो चीज उन्होंने मेरे को मतलब मैं इंट्रोड्यूस हुआ उन जेम के से इनके थ्रू, तो मैं बहुत बहुत सर मतलब ग्रेटफुल हूँ सर। थैंक यू सो मच विजेंद्र जी। जी सर। So now I request Kirtan Kaur ji. Kirtan Kaur ji. कीर्तन कौर जी, ਮੈਨੂੰ ਲੱਗਦਾ ਕਿ ਸ਼ਾਇਦ ਹੁਣ ਅਵੇਲੇਬਲ ਨਹੀਂ ਹੈਗੇ ਤੇ ਸੁਪ੍ਰੀਤ ਜੀ, you may please share. हेलो वीर जी, आवाज आ रही है? हाँ जी, वेरी क्लियर। हाँ जी, हुणे विजेंद्र जी बोल रहे सन ना जी? हाँ जी। मैं विजेंद्र जी ਨੂੰ एक गल कहना चाहना। विजेंद्र जी, मुझे आपकी बात सुनकर बहुत अच्छा लगा और मैं बहुत ही आपका आभारी हूँ कि आपने ये सारी बातें कही। और आपको एक चीज़ बताऊंगा जिससे आप बहुत खुश होंगे कि मैं एक सिख हूँ, बॉर्न इन अ सिख फैमिली। मेरी एज 30 इयर्स हो गई है और हमें शुरू से ही बचपन से ही पता है कि हमारे जो गुरु हैं वो गुरु ग्रंथ साहब हैं, ठीक है। पर पिछले 3 सालों से मुझे ये पता लगा है कि गुरु ग्रंथ साहब में ऐसे जेम्स हैं जो आपने आज शेयर करे। 27 साल से मुझे नहीं पता था और ये सारा जो क्रेडिट है वो वीर भूपिंदर सिंह जी को जाता है। और मैं वीर जी को कई बार जब मिलता हूँ तो मैं उनको कहता हूँ कि वीर जी, जिस पैशन से आप ये चीज़ें कर रहे हो ना, आप वो करते जाओ, क्योंकि आपको शायद नहीं पता कि अल्टीमेटली आपका ये शेयर किया हुआ वीडियो या आपकी शेयर की हुई एक बात या एक ऑडियो क्लिप किसी की भी जिंदगी में चेंज ला सकती है। क्योंकि आप गुरु ग्रंथ साहब के अंदर जो शब्द गुरु है, जो गुरु के गुण है, जिसको हम गुरु कहते हैं, गुरबाणी, गुणों की जो बाणी है, उसको आप शेयर कर रहे हैं। और मैं बहुत ही अपने आप को प्लेजर्ड फील करता हूँ कि हमें मौका मिला कि हम वीर भूपिंदर सिंह जी को मिले। और आपने जो एक्नॉलेज करा, मैं आपको बहुत अप्रिशिएट करता हूँ। और मैं कहता हूँ कि वीर जी ने हमें ये बताया और पूरा जीना सिखाया कि गुरबाणी सिर्फ सिखों के लिए ही नहीं है, गुरबाणी सबके लिए है। और गुरबाणी मेरे को बदलने के लिए है, और बदलना क्या है, अच्छे के तरफ जाने के लिए है। मेरे अंदर से सारे अवगुणों को निकाल कर गुणों को अंदर अडॉप्ट करने के लिए बाणी है, और उसको जीना ही गुरबाणी को जीना है।
और पहले मैं कहता था कि मैं एक गॉड फियरिंग पर्सन हूँ, बट अब मैं कहता हूँ कि मैं एक गॉड लविंग पर्सन हूँ, क्योंकि गॉड फियर करने का सब्जेक्ट नहीं है, गॉड लव करने का सब्जेक्ट है, गॉड लिव करने का सब्जेक्ट है, और गॉड शेयरिंग का सब्जेक्ट है। थैंक यू सो मच विजेंद्र जी। ਅਸੀਂ ਹੁਣ ਰਿਕੁਐਸਟ ਕਰਦੇ ਹਾਂ ਹਰਦੀਪ ਭਾਟੀਆ ਜੀ, ਆਪ ਜੀ ਨੇ ਹੈਂਡ ਰੇਜ਼ ਕੀਤਾ ਸੀਗਾ, ਆਪ ਜੀ ਇਸ ਟੌਪਿਕ ਤੇ ਪਲੀਜ਼ ਸ਼ੇਅਰਿੰਗ ਕਰੋ ਜੀ। आप जी आवाज नहीं आ रही, आप जी अनम्यूट करो। हाँ जी, हेलो, आ गई आवाज? आ गई जी। ਥੈਂਕ ਯੂ ਜੀ। ਮੈਨੂੰ ਭੁਪਿੰਦਰ ਜੀ ਤੇ ਤੁਹਾਡੀ ਐਨਾਲਿਸਿਸ ਤੇ ਇੱਕ ਮੇਰੇ ਗ੍ਰੈਂਡਫਾਦਰ ਦੀ ਸਟੋਰੀ ਯਾਦ ਆ ਗਈ, ਤੇ ਉਹ ਮੈਂ ਕਿਹਾ ਸ਼ੇਅਰ ਕਰਾਂ। ਦਿਸ ਸਟੋਰੀ ਇਜ਼ ਅਬਾਊਟ ਇਨ 1930s ਐਂਡ ਕੀ ਹੋਇਆ ਕਿ ਗ੍ਰੈਂਡਫਾਦਰ ਮੈਨੂੰ ਕਾਉਂਸਲ ਕਰਦੇ ਸੀਗੇ। ਉਹ ਕਹਿੰਦੇ ਨੇ ਵਿਸਾਖੀ ਦਾ ਦਿਨ ਸੀ ਤੇ ਉਹਨਾਂ ਦੀ ਮਦਰ ਇਨ ਲਾ ਉਹਨਾਂ ਕੋਲ ਹੁੰਦੀ ਸੀ, ਉਹ ਅੱਖੀਆਂ ਤੋਂ ਅੰਨੀ ਸੀ ਤੇ ਪੈਰਾਲਾਈਜ਼ ਸੀ ਲੱਤਾਂ ਤੋਂ। ਤੇ ਮੇਰੀ ਗ੍ਰੈਂਡ ਮਦਰ ਉਹਨਾਂ ਦੀ ਬੇਟੀ, ਉਹ ਸਵੇਰੇ ਸਵੇਰੇ ਉੱਠ ਕੇ ਤਿਆਰ ਹੋਈ ਤੇ ਸਵੇਰੇ ਕਹਿੰਦੇ ਨੇ 5 ਵਜੇ ਸਨ, ਤੇ ਉਹ ਤਿਆਰ ਹੋ ਕੇ ਤੇ ਗੁਰਦੁਆਰੇ ਜਾਣ ਲੱਗੀ ਹੈ ਵਿਸਾਖੀ ਮਨਾਉਣ ਵਾਸਤੇ। ਤੇ ਉਨੀ ਦੇਰ ਮੇਰੇ ਗ੍ਰੈਂਡਫਾਦਰ ਵੀ ਉੱਠੇ ਹੋਏ ਨੇ ਤੇ ਉਹਦੀ ਮਾਂ ਆਖਦੀ ਹੈ ਕਿ ਮੇਰੇ ਤੇ ਕੱਪੜੇ ਖਰਾਬ ਹੋ ਗਏ ਨੇ, ਰਾਤੀ ਪਿਸ਼ਾਬ ਟੱਟੀ ਨਿਕਲ ਗਈ ਹੈ। ਤੇ ਜਿਹੜੀ ਮੇਰੀ ਗ੍ਰੈਂਡ ਮਦਰ ਹੈ ਉਹ ਕਹਿੰਦੀ ਹੈ ਕਿ ਮੈਂ ਗੁਰਦੁਆਰੇ ਹੋ ਕੇ ਤਿਆਰ ਹੋ ਕੇ ਵਿਸਾਖੀ ਤੇ ਚੱਲੀ ਹਾਂ, ਇਹ ਤੂੰ ਕੀ ਕਰ ਦਿੱਤਾ? ਮੇਰੇ ਗ੍ਰੈਂਡਫਾਦਰ ਕਹਿੰਦੇ ਨੇ ਮੈਂ ਆਪਣਾ ਉੱਠਿਆ ਗਿਆ, ਮੈਂ ਕਿਹਾ ਤੂੰ ਜਾ ਆਪਣਾ ਗੁਰਦੁਆਰੇ ਤੇ ਆਲ ਟੇਕ ਕੇਅਰ। ਉਹਨਾਂ ਨੇ ਆਪਣੀ ਸੱਸ ਨੂੰ ਕਿਹਾ ਕਿ ਮੈਂ ਤੇਰੇ ਪੁੱਤਰ ਵਰਗਾ, ਤੂੰ ਚਿੰਤਾ ਨਾ ਕਰ। ਉਹਨਾਂ ਨੂੰ ਸਫਾ ਕੀਤਾ, ਨਵਾਇਆ, ਬ੍ਰੇਕਫਾਸਟ ਖਵਾਇਆ, ਬਾਇਆ। ਉਨੀ ਦੇਰ ਮੇਰੀ ਦਾਦੀ ਵਾਪਸ ਆ ਗਈ, ਬਈ ਤੁਸੀਂ ਗੁਰਦੁਆਰੇ ਜਾਓਗੇ? ਤੇ ਮੇਰੇ ਗ੍ਰੈਂਡਫਾਦਰ ਕਹਿੰਦੇ ਸੀ ਗੁਰਦੁਆਰਾ ਮੇਰੇ ਘਰ ਹੈਗਾ, ਇਹ ਮੇਰੀ ਮਾਂ ਗੁਰਦੁਆਰਾ ਬਣ ਚੁੱਕੀ ਹੈ, ਮੈਨੂੰ ਜਾਣੇ ਦੀ ਲੋੜ ਨਹੀਂ ਹੈਗੀ, ਮੈਨੂੰ ਸ਼ਾਂਤੀ ਮਿਲ ਚੁੱਕੀ ਹੈ। ਤੇ ਜਿਹੜੀ ਸੇਵਾ ਹੈਗੀ ਹੈ, ਜਿਸ ਤਰ੍ਹਾਂ ਭਾਜੀ ਨੇ ਕਿਹਾ ਕਿ ਉਹ ਬੱਚੀ ਦੀ ਹੈਲਪ ਨਹੀਂ ਕਰ ਸਕਿਆ, ਇਹ ਐਫਰਟ ਜਿਹੜੇ ਹੈਗੇ ਨੇ ਇਹ ਕੰਟੀਨਿਊਡ ਰਹਿਣੇ ਚਾਹੀਦੇ ਨੇ ਸੋਸਾਇਟੀ ਵਾਸਤੇ ਤੇ ਆਪਣੀ ਕੰਟਰੀ ਵਾਸਤੇ, ਆਪਣੇ ਵਰਲਡ ਵਾਸਤੇ। ਤੁਸੀਂ ਜੋ ਵੀ ਕਰ ਸਕਦੇ ਹੋ। ਇਸ ਵਕਤ ਇਹ ਜਿਹੜੇ ਸਾਰੇ ਵਾਇਰਸ ਆ ਚੁੱਕੇ ਨੇ, in my theory and my research of the environment, because we are polluting too much and we should be doing things, everybody should be thinking कि मैं की कर सकता good। मेरा good day इंज लगता है कि मैं आज सवेरे उठ के रोज बाबे अगे अरदास करके आखदा कि what I can do good for the country, universe, humanity वास्ते मैं की कर सकता good। I start big। जे छोटा जा भी अच्छा हो जाए तो थोड़ा दिन अच्छा लगता है। That's I call heaven and earth right here if you are ready to do something for everybody। ਬਾਣੀ ਚੋਂ ਹੀ ਹੈ ਸਾਰਾ ਕੁਝ, ਤੇ ਅਸੀਂ ਉਹਦੀ ਐਪਲੀਕੇਸ਼ਨ ਨਹੀਂ ਸੋਚਦੇ। ਵੀਰ ਜੀ ਤੁਸੀਂ ਥੈਂਕ ਯੂ, ਸਮਝਾ ਦਿੰਦੇ ਹੋ ਇਨ ਪਲੇਨ ਵਰਡਸ ਦੇ ਵਿੱਚ ਕਿ ਬਾਣੀ ਚ ਕੀ ਲਿਖਿਆ। ਥੈਂਕ ਯੂ ਜੀ। ਥੈਂਕ ਯੂ ਹਰਦੀਪ ਜੀ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਨਾਲ ਇਹ ਸਟੋਰੀ ਸ਼ੇਅਰ ਕੀਤੀ ਹੈ। ਆਈ ਥਿੰਕ ਜਿਵੇਂ ਕਿ ਸਾਡੇ ਨਾਲ ਪੁਸ਼ਪਿੰਦਰ ਜੀ ਨੇ ਸ਼ੇਅਰ ਕੀਤਾ ਤੇ ਵੀਰ ਜੀ ਨੇ ਵੀ ਸ਼ੇਅਰ ਕੀਤਾ ਕਿ ਅਲਟੀਮੇਟਲੀ ਸਾਡੇ ਸਾਰਿਆਂ ਵਾਸਤੇ ਸੁਨੇਹਾ ਇਹ ਹੈ ਕਿ ਸਾਨੂੰ ਇੱਕ ਕਨਸਟੈਂਟ ਪ੍ਰੋਸੈਸ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਫੇਲੀਅਰ ਹੋ ਜਾਵਾਂਗਾ ਜਾਂ ਮੈਂ ਕਿੰਨੇ ਪਰਸੈਂਟ ਕਿਸੇ ਪੁਆਇੰਟ ਉੱਤੇ ਟੁਰ ਪਾਇਆ ਜਾਂ ਉਹਦੇ ਵਾਸਤੇ ਮੈਂ ਕੀ ਕਰ ਪਾਇਆ। ਆਈ ਥਿੰਕ ਇਟ ਇਜ਼ ਅ ਕਨਸਟੈਂਟ ਜਰਨੀ, ਇਟਸ ਅ ਥਾਟ ਪ੍ਰੋਸੈਸ ਜੋ ਸਾਡਾ ਡੇਲੀ ਇਵੋਲਵ ਹੁੰਦਾ ਹੈ ਤੇ ਉਹਦੇ ਵਿੱਚ ਸਾਡੀ ਗੁਰਬਾਣੀ ਔਰ ਸਾਡੀਆਂ ਇਹ ਸ਼ੇਅਰਿੰਗਸ ਔਰ ਸਾਡਾ ਇਸ ਗੱਲ ਨੂੰ ਸੁਣਨਾ
ਸਾਨੂੰ ਹੈਲਪ ਕਰਦਾ ਹੈ। ਬੜੀ ਵਾਰੀ ਲੋਕ ਇਹ ਪੁੱਛਦੇ ਨੇ ਕਿ ਵੀ ਅਸੀਂ ਫਰਾਈਡੇ ਕਲਾਸ ਜਾਂ ਸੈਟਰਡੇ ਕਲਾਸ ਕਿਉਂ ਕਰਦੇ ਹਾਂ, ਜਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਤੁਹਾਡੇ ਸਾਰਿਆਂ ਨਾਲ ਵੀ ਹੁੰਦਾ ਹੋਏਗਾ ਕਿ ਕਈ ਵਾਰੀ ਮੈਂ ਦੇਖਦਾ ਕਿ ਮੈਂ ਕੋਈ ਗਾਣਾ ਕਹਿ ਸਕਦਾ ਜਾਂ ਕੋਈ ਚੀਜ਼ ਨੂੰ ਜਦੋਂ ਸੁਣਦਾ ਤਾਂ ਨੈਕਸਟ ਡੇ ਮਾਰਨਿੰਗ ਮੈਂ ਉੱਠਦਾ, ਉਹ ਮੇਰੇ ਜ਼ਹਿਨ ਵਿੱਚ ਹੀ ਚੱਲ ਰਿਹਾ ਹੁੰਦਾ। ਤਾਂ ਮੈਂ ਸੋਚਦਾ ਕਿ ਯਾਰ ਮੈਂ ਤੇ ਇਹ ਗਾਣਾ ਪਤਾ ਨਹੀਂ ਪਰਸੋਂ ਸੁਣਿਆ ਸੀ, ਜਾਂ ਕੋਈ ਕਈ ਵਾਰੀ ਉਹ ਸ਼ਬਦ ਵੀ ਹੋ ਸਕਦਾ, ਕੋਈ ਉਹ ਥਾਟ ਪ੍ਰੋਸੈਸ ਹੋ ਸਕਦਾ ਹੈ। ਤੇ ਆਈ ਥਿੰਕ ਸਾਡੇ ਅੰਦਰ ਇੱਕ ਮਕੈਨਿਜ਼ਮ ਕੰਮ ਕਰਦਾ ਹੈ, ਜਿਸ ਨੂੰ ਅੱਜ ਵੀ ਵੀਰ ਜੀ ਨੇ ਆਪਣੇ ਟੌਪਿਕ ਵਿੱਚ ਲਿਆ, ਜਾਂ ਪੁਸ਼ਪਿੰਦਰ ਵੀਰ ਨੇ ਵੀ ਸਾਂਝ ਕੀਤੀ ਕਿ ਸਾਨੂੰ ਆਪਣੀ ਅੰਦਰ ਦੀ ਜਿਹੜੀ ਆਵਾਜ਼ ਹੈ ਉਹਨੂੰ ਸੁਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਆਸਾਨ ਪ੍ਰੋਸੈਸ ਨਹੀਂ ਹੈ। ਇਹਦੇ ਵਿੱਚ ਹਰ ਮਨੁੱਖ ਨੂੰ ਦਿੱਕਤਾਂ ਆਉਂਦੀਆਂ ਨੇ। ਅਸੀਂ ਜਦੋਂ ਕਿਸੇ ਗੱਲ ਬਾਰੇ ਸਾਂਝ ਕਰਦੇ ਹਾਂ ਜਾਂ ਕਿਸੇ ਡਾਇਰੈਕਸ਼ਨ ਦੇ ਵਿੱਚ ਟੁਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਵੀ ਇੱਕ ਮੈਸੇਜ ਦੇ ਰਹੇ ਹੁੰਦੇ ਹਾਂ ਕਿ ਦੇयर इज अ ਪੋਸਿਬਿਲਿਟੀ। ਇਟ ਡਜ਼ ਨਾਟ ਮੀਨਸ ਕਿ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਪਰਫੈਕਟ ਹੈਗੇ ਹਾਂ। ਸੋ ਮੈਨੂੰ ਇੰਝ ਹੀ ਸਮਝ ਆਉਂਦਾ ਕਿ ਜਿਹੜਾ ਇਹ ਆਚਰਣ ਦਾ ਵਿਸ਼ਾ ਵੀ ਹੈ, ਇਹ ਬੜਾ ਇੱਕ ਕਨਕਲੂਸਿਵ ਵਿਸ਼ਾ ਹੈਗਾ, ਔਰ ਇਟ ਇਜ਼ ਨਾਟ ਓਨਲੀ ਕਿ ਵੀ ਨੋਰਮਲੀ ਦੁਨੀਆ ਦੇ ਵਿੱਚ ਇਹਨੂੰ ਇਹ ਲਿਆ ਜਾਂਦਾ ਹੈ ਕਿ ਵੀ ਕਿਸੇ ਬੰਦੇ ਦੀ ਅੱਖ ਜਿਹੜੀ ਹੈ ਉਹ ਵਿਮਨ ਨੂੰ ਲੈ ਕੇ ਕਿਹੋ ਜਿਹੀ ਹੈਗੀ ਹੈ, ਤਾਂ ਜਾਂ ਫਿਰ ਉਹ ਕੋਈ ਮੰਦੇ ਕੰਮ ਕਰਦਾ ਹੈ, ਜਾਂ ਪਰ ਆਈ ਥਿੰਕ ਇੱਕ ਹਿਊਮਨ ਨੂੰ ਹਿਊਮਨ ਬੀਇੰਗ ਬਣਨ ਵਾਸਤੇ ਜਿਹੜੀ ਜਰਨੀ ਹੈ ਉਹ ਉਹਦੇ ਆਚਰਣ ਦੀ ਤੇ ਉਹਦੇ ਕਰੈਕਟਰ ਦੀ ਹੈ। ਤੇ ਉਹ ਬੀਇੰਗ ਬਣਨ ਵਾਸਤੇ ਸਾਨੂੰ ਕੰਟੀਨਿਊਸਲੀ ਐਫਰਟ ਕਰਨਾ ਚਾਹੀਦਾ ਹੈ, ਜੋ ਕਿ ਸਾਡੀ ਲਾਈਫ ਦੇ ਵਿੱਚ ਬੜੀ ਅਲੱਗ-ਅਲੱਗ ਥਾਵਾਂ ਤੇ ਆਉਂਦਾ ਹੈ। ਬਟ ਆਈ ਥਿੰਕ ਐਂਡ ਦੇ ਵਿੱਚ ਗੱਲ ਇਹ ਆਏਗੀ ਕਿ ਮੇਰੀ ਨੀਡ ਕੀ ਹੈ, ਮੈਨੂੰ ਕੀ ਸਮਝ ਆ ਰਹੀ ਹੈ, ਮੈਨੂੰ ਕੀ ਕਰਨਾ ਉਹਦੇ ਵਾਸਤੇ। ਜਿਹੜੇ ਮਨੁੱਖ ਵਾਸਤੇ ਪੈਸੇ ਦੀ ਬਹੁਤ ਲੋੜ ਹੈ ਜਾਂ ਉਹ ਪੈਸੇ ਨੂੰ ਇੰਪੋਰਟੈਂਸ ਦਿੰਦਾ, ਉਹ ਪੈਸੇ ਵਾਸਤੇ ਹੀ ਕੰਮ ਕਰੇਗਾ। ਔਰ ਇਹ ਸਾਰੀ ਜਿਹੜੀ ਗੱਲ ਹੈ ਕਿਸੇ ਨੂੰ ਪੜ੍ਹਾਈ ਨਹੀਂ ਜਾ ਸਕਦੀ, ਕਿਸੇ ਨੂੰ ਸਿਖਾਈ ਨਹੀਂ ਜਾ ਸਕਦੀ, ਕਿਸੇ ਉੱਤੇ ਇੰਪਲੀਮੈਂਟ ਨਹੀਂ ਕੀਤੀ ਜਾ ਸਕਦੀ। ਇਹ ਸਾਂਝ ਕੀਤੀ ਜਾ ਸਕਦੀ ਹੈ, ਲੋਕਾਂ ਨਾਲ ਸ਼ੇਅਰ ਕੀਤੀ ਜਾ ਸਕਦੀ ਹੈ, ਲੋਕਾਂ ਵਾਸਤੇ ਇੱਕ ਪੋਸੀਬਿਲਿਟੀ ਬਣਾਈ ਜਾ ਸਕਦੀ ਹੈ। ਐਂਡ ਦਿਸ ਇਜ਼ ਵਾਟ ਆਈ ਫੀਲ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜਦੋਂ ਵੀ ਕੋਈ ਗੱਲ ਸਾਂਝ ਕਰਦੇ ਨੇ ਤਾਂ ਹਮੇਸ਼ਾ ਇੱਕ ਪੁਆਇੰਟ ਆਫ ਵਿਊ ਸਾਂਝ ਕਰਦੇ ਨੇ, ਤੇ ਉਹ ਪੁਆਇੰਟ ਆਫ ਵਿਊ ਸਾਂਝ ਕਰਕੇ ਸਾਨੂੰ ਇਹ ਕੋਸ਼ਿਸ਼ ਕਰਕੇ ਸਾਨੂੰ ਇਹ ਦਿਖਾਉਂਦੇ ਨੇ ਕਿ ਮਸਲਨ ਅਸੀਂ ਇਹ ਗੱਲ ਕਰੀਏ ਕਿ ਗੁਰੂ ਪਾਤਸ਼ਾਹ ਕਹਿ ਰਹੇ ਨੇ ਮਨ ਜਾਨਤ ਸਭ ਬਾਤ, जानत ही अवगुण करे, काहे की कुशलात, हाथ दीपक कुएं परे। तो ही इज नॉट किसी ਨੂੰ डिफेम नहीं ਕੀਤਾ ਜਾ ਰਿਹਾ, ਕਿਸੇ ਦੀ ਨਿੰਦਾ ਨਹੀਂ ਕੀਤੀ ਜਾ ਰਹੀ, ਕਿਸੇ ਨੂੰ ਨੀਵਾ ਨਹੀਂ ਪਾਇਆ ਜਾ ਰਿਹਾ, ਕਿਸੇ ਨੂੰ ਰੂਲ ਆਊਟ ਨਹੀਂ ਕੀਤਾ ਜਾ ਰਿਹਾ। ਸਿੰਪਲੀ ਇੱਕ ਸਾਂਝ ਕੀਤੀ ਜਾ ਰਹੀ ਹੈ ਕਿ ਤੂੰ ਇਸ ਗੱਲ ਨੂੰ ਇਸ ਬਾਰੇ ਇਸ ਐਂਗਲ ਤੋਂ ਵੀ ਸੋਚ ਕੇ ਦੇਖ ਸਕਦਾ ਹੈ। ਐਂਡ ਕਿਹਾ ਜਾ ਰਿਹਾ ਇਟ ਇਜ਼ ਜਸਟ ਲਾਈਕ ਕਿ ਇੱਕ ਬੰਦਾ ਕਸਰਤ ਕਰਨ ਜਾਂਦਾ ਹੈ, ਤਾਂ ਉਹ ਕਸਰਤ ਕਰਨ ਵਾਸਤੇ ਇੱਕ ਐਕਸਰਸਾਈਜ਼ ਕਰਨ ਵਾਸਤੇ ਇੱਕ ਤਰੀਕਾ ਹੈ, ਇੱਕ ਵਿਧੀ ਹੈ, ਇੱਕ ਪ੍ਰੋਸੈਸ ਹੈ। ਭਾਵੇਂ ਕਿਸੇ ਨੇ ਡੋਲੇ ਬਣਾਉਣੇ ਹੋਣ, ਭਾਵੇਂ ਕੋਈ ਵੀ ਕਿਸੇ ਵੀ ਪਰਟੀਕੂਲਰ ਚੀਜ਼ ਦੀ ਗੱਲ ਕਰੀਏ, ਤਾਂ ਉਹ ਬੜੇ ਦਿਨ ਉਹ ਕਸਰਤ ਕਰੇ, ਕਿਸੇ ਰਿਜ਼ਲਟ ਦੀ ਆਸ ਵਿੱਚ ਉਹ ਕਸਰਤ ਕਰੇ, ਪਰ ਐਂਡ ਦੇ ਵਿੱਚ ਉਹ ਰਿਜ਼ਲਟ ਨਾ ਆਏ ਤਾਂ ਉਹਦਾ ਕੋਚ ਉਹਨੂੰ ਜਾ ਕੇ ਦੱਸਦਾ ਹੈ कि आप ये कसरत ऐसे करेंगे ना तो आपको रिजल्ट मिल सकता है, आप गलत तरीके से ये चीज कर रहे हैं। सो सिंपली इसी तरीके दे नाल गुरु पातशाह भी सानू बड़े प्यार दे नाल, बड़ी हमदर्दी दे नाल, बड़े ही कंसर्नड थॉट प्रोसेस दे नाल साडे नाल ये सांझ करदे ने कि ये भी पॉसिबिलिटी हो सकती है। और जिन्हों माफक आंदी है, जिवें वीर जी ने कहा कि नथिंग इज रेफरेंस टू कॉन्टेक्स्ट, किसी दूजे दे करके नहीं मैं वो कर रहा। वो गल बड़ी डिफरेंट है कि मैं एवं कोई मजाहिया देख रहा सी, ਉਹਦੇ ਚ ਉਹ ਬੰਦਾ ਕਹਿ ਰਿਹਾ ਹੈ
एक काम नहीं कर रहा या मैं कोई भी चीज नहीं करता, लोग क्या सोचेंगे। तो ਉਹਦਾ दोस्त कहता है अगर हम यही सोचेंगे तो फिर लोग वाकई क्या सोचेंगे। ਸੋ ਅਸੀਂ ਬਾਜ਼ੋਕਾਤ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਸੋਚਦੇ ਰਹਿੰਦੇ ਆ ਕਿ ਲੋਕ ਕੀ ਕਹਿਣਗੇ, ਲੋਕ ਕੀ ਸੋਚਣਗੇ। ਸੋ ਇੱਕ ਥਾਟ ਪ੍ਰੋਸੈਸ ਹੈ। ਜਦੋਂ ਅਸੀਂ ਇਸ ਪਾਸਿਓਂ ਉੱਪਰ ਉੱਠਦੇ ਆ, ਜਦੋਂ ਮੈਂ ਇਹ ਸੋਚਣ ਲੱਗ ਪਵਾਂਗਾ ਕਿ ਇਹਦੇ ਨਾਲ ਮੇਰੇ ਵਾਸਤੇ ਕੀ ਹੈ। ਸੋ ਆਈ ਥਿੰਕ ਇਹ ਟੌਪਿਕ ਸਾਡੀ ਸਾਰਿਆਂ ਦੀ ਇੰਟਰੋਸਪੈਕਸ਼ਨ ਵਾਲਾ ਟੌਪਿਕ ਹੈ। ਹੁਣ ਮੈਂ ਰਿਕੁਐਸਟ ਕਰਾਂਗਾ ਕਿ ਸਾਡੇ ਨਾਲ ਮਾਸੀ ਜੀ ਹੈਗੇ ਨੇ, ਉਹਨਾਂ ਨੇ ਹੁਣੇ ਹੈਂਡ ਰੇਜ਼ ਕੀਤਾ ਸੀ ਤੇ ਉਹ ਵੀ ਸਾਡੇ ਨਾਲ ਪਲੀਜ਼ ਇਸ ਟੌਪਿਕ ਬਾਰੇ ਸਾਂਝ ਪਾਣ। ਹਾਂਜੀ ਮਾਸੀ ਜੀ। ਆਈ ਥਿੰਕ ਤੁਹਾਡਾ ਜ਼ਾਈਚਿਕ ਫੋਨ ਤੋਂ ਤੁਸੀਂ ਹੈਗੇ ਹੋ। ਹੈਲੋ ਆਈ ਥਿੰਕ ਸਾਡੀ ਗੱਲ ਨਹੀਂ ਉਹਨਾਂ ਤੱਕ ਪਹੁੰਚ ਪਾ ਰਹੀ। ਜੇਕਰ ਤੁਸੀਂ ਸੁਣ ਰਹੇ ਹੋ ਤਾਂ ਪਲੀਜ਼ ਤੁਸੀਂ ਸਾਡੇ ਨਾਲ ਸਾਂਝ ਕਰ ਸਕਦੇ ਹੋ। ਜਾਂ ਵੀ ਹੈਵ ਕੀਰਤਨ ਕੌਰ ਆਲਸੋ, ਅਗਰ ਉਹਨਾਂ ਨੂੰ ਵੀ ਕਰ ਲਓ। ਹਾਂਜੀ ਕੀਰਤਨ ਜੀ, ਜੇ ਤੁਸੀਂ ਸਾਨੂੰ ਸੁਣ ਰਹੇ ਹੋ ਔਰ ਆਈ ਥਿੰਕ ਮਾਸੀ ਜੀ ਵਿਲ ਰੀਜੁਆਇਨ ਬਿਕੋਜ਼ ਉਹਨਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਸਿਸਟਮ ਦੇ ਵਿੱਚ। ਔਰ ਆਈ ਥਿੰਕ ਅਸੀਂ ਸਾਰੇ ਅਗਰ ਇਸ ਟੌਪਿਕ ਬਾਰੇ ਸ਼ੇਅਰਿੰਗ ਕਰਾਂਗੇ ਔਰ ਆਪਣੇ ਵਿਊਜ਼ ਸਾਂਝ ਕਰਾਂਗੇ ਤੇ it will be really an interactive session and it can help। ਉਪਕਾਰ ਵੀਰ ਜੀ ਨੇ ਸਾਡੇ ਨਾਲ ਉਹ ਸ਼ੇਅਰ ਕਰਨਾ ਚਾਹੁੰਦੇ ਨੇ ਜੀ। ਉਪਕਾਰ ਜੀ ਪਲੀਜ਼ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਸਕਦੇ ਹੋ ਤੇ ਸ਼ੇਅਰ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਵੀਰ ਜੀ। ਮੈਂ ਉਪਕਾਰ ਵੀਰ ਜੀ ਦਾ ਉਪਕਾਰ ਸਿੰਘ ਦਾ ਬੇਟਾ ਬੋਲ ਰਿਹਾ, ਮਨਨਪ੍ਰੀਤ ਸਿੰਘ। ਆਵਾਜ਼ ਆ ਰਹੀ ਹੈ ਮੇਰੀ ਕਲੀਅਰ? ਜੀ ਆ ਰਹੀ ਹੈ ਜੀ। ਹਾਂਜੀ ਵੀਰ ਜੀ, ਜਿਹੜਾ ਟੌਪਿਕ ਚੱਲ ਰਿਹਾ ਉੱਚਾ ਆਚਰਣ ਰੱਖਣਾ, ਤੇ ਉਹਦੇ ਤੇ ਹੀ ਮੈਂ ਕੁਝ ਸ਼ੇਅਰ ਕਰਨਾ ਚਾਹੁੰਦਾ। ਮੈਨੂੰ ਯਾਦ ਹੈ ਥੋੜਾ ਵੀਕਸ ਪਹਿਲਾਂ ਵੀਰ ਜੀ ਨੇ ਸ਼ੇਅਰ ਕੀਤਾ ਸੀ ਐਮਪੈਥੀ ਵਰਸਸ ਸਿੰਪੈਥੀ ਤੇ, ਕਿ ਸਾਨੂੰ ਸਿੰਪੈਥੀ ਰੱਖਣੀ ਚਾਹੀਦੀ ਆ, ਉਹਦੇ ਨਾਲ ਅਸੀਂ ਅੱਗੇ ਵੇਖਦੇ ਹਾਂ। ਜੇ ਅਸੀਂ ਐਮਪੈਥੀ ਰੱਖੀਏ ਤਾਂ ਸਾਨੂੰ ਨੀਚੇ ਵੇਖਣਾ ਪੈਂਦਾ ਮਤਲਬ। ਤੇ ਉਹੀ ਮੈਂ ਗੱਲ ਕਰਨਾ ਚਾਹ ਰਹੀ ਸੀ ਕਿ ਸਾਨੂੰ ਮਤਲਬ ਕਿਸੇ ਵੀ ਕੰਮ 'ਚ ਜਿਹੜਾ ਆਪਣਾ ਬਿਹੇਵੀਅਰ ਚੰਗਾ ਰੱਖਣਾ ਹੈ, ਉੱਚਾ ਆਚਰਣ ਰੱਖਣਾ ਹੈ, ਤੇ ਸਾਨੂੰ ਨਾ ਸਿੰਪੈਥੀ ਵਾਲੀ ਫੀਲਿੰਗ ਰੱਖਣੀ ਪਏਗੀ। ਜਿਹੜੀ ਗੱਲ ਹੁਣੇ ਵਰਿੰਦਰ ਵੀਰ ਜੀ ਨੇ ਕੀਤੀ ਹੈ ਜਿਹੜੀ, ਉਹ ਸਾਨੂੰ ਸਿੰਪੈਥੀ ਵਾਲੀ ਫੀਲਿੰਗ ਰੱਖ ਕੇ ਨਾ ਅਸੀਂ ਲੋਕਾਂ ਦੀ ਜ਼ਿਆਦਾ ਹੈਲਪ ਕਰ ਪਾਵਾਂਗੇ ਨਾ। ਤੇ ਮੈਂ ਇੱਕ ਹੋਰ ਆਪਣੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ। ਜਿਵੇਂ ਮਤਲਬ ਪਿਛਲੇ 20 ਸਾਲਾਂ ਤੋਂ ਲਿਵਿੰਗ ਪ੍ਰੇਅਰ ਨਾਲ ਅਸੀਂ ਜੁੜੇ ਹਾਂ ਤੇ ਸੁਣ ਰਹੇ ਹਾਂ ਵੀਰ ਜੀ ਨੂੰ, ਤੇ ਉਹਦਾ ਬਿਹੇਵੀਅਰ ਤੇ ਕਾਫੀ ਫਰਕ ਪਿਆ ਹੈ। ਤੇ ਜਦ ਮੈਂ ਜਿਵੇਂ ਆਪਣੇ ਪਾਪਾ ਨੂੰ ਕਾਫੀ ਸੁਣਿਆ ਓਵਰ ਦ ਈਅਰਸ ਨਾ, ਤੇ ਉਹਨਾਂ ਨੂੰ ਮੈਨੂੰ ਇੱਕ ਚੀਜ਼ ਬੜੀ ਅੱਛੀ ਸਮਝਾਈ ਕਿ ਨਾ ਅਸੀਂ ਨਾ ਆਪਣਾ ਸੋਚਦੇ ਹਾਂ ਕਿ ਮੈਂ ਕਿੱਥੇ ਬਾਹਰ ਜਾ ਕੇ ਕਿਸੇ ਦੀ ਹੈਲਪ ਕਰਾਂਗਾ, ਤੇ ਕਦੀ ਕਦੀ ਨਾ ਅਸੀਂ ਨੋਰਮਲ ਆਪਣੀ ਡੇ ਟੂ ਡੇ, ਜਿਵੇਂ ਮੈਂ ਆਫਿਸ ਜਾ ਰਿਹਾ ਉੱਥੇ ਵੀ ਬਸ ਕਿਸੇ ਨਾਲ ਚੰਗੀ ਤਰ੍ਹਾਂ ਗੱਲ ਕਰ ਲਈਏ ਅਸੀਂ, ਜਾਂ ਕੋਈ ਮੈਨੂੰ ਕੋਈ ਮਿਲਣ ਆਇਆ ਉਹਦੇ ਨਾਲ ਉਹਦੀ ਪ੍ਰੋਬਲਮ ਸਮਝ ਲਈਏ। ਜਿਵੇਂ ਮੇਰੇ ਪਾਪਾ ਦਾ ਵੀ ਕਿ ਆਫਿਸ ਕੋਈ ਪਬਲਿਕ ਮਤਲਬ ਡੀਲਿੰਗ ਨਹੀਂ ਸੀ, ਬਟ ਫਿਰ ਵੀ ਜਿਵੇਂ ਕੋਈ ਪਬਲਿਕ ਡੀਲਿੰਗ ਦੇ ਲੋਕੀ ਆਉਂਦੇ ਸੀ, ਜਿਵੇਂ ਉਹਨਾਂ ਨਾਲ ਪ੍ਰੋਬਲਮ ਸ਼ੇਅਰ ਕਰਨਾ, ਉਹਨਾਂ ਦੀ ਪ੍ਰੋਬਲਮ ਸੁਣ ਲੈਣੀ, ਉਹਨਾਂ ਨੂੰ ਚਾਹ ਪੁੱਛ ਲੈਣੀ, ਤੇ ਓਵਰ ਦਾ ਕਾਊਂਟਰ ਜਾ ਕੇ ਉਹਨਾਂ ਦੀ ਹੈਲਪ ਕਰ ਦੇਣੀ। ਸੈਲਰੀ ਤਾਂ ਸਭ ਕੋਈ ਮਤਲਬ ਆਪਣਾ ਕੰਮ ਤਾਂ ਹਰ ਕੋਈ ਕਰ ਹੀ ਰਿਹਾ, ਬਟ ਇੱਕ ਓਵਰ ਦਾ ਟੌਪ ਉਹਨਾਂ ਦੀ ਜਾ ਕੇ ਉਸ ਬੰਦੇ ਦੀ ਹੈਲਪ ਕਰ ਦੇਣੀ। ਤੇ ਇਸ ਤਰ੍ਹਾਂ ਦੀ ਫੀਲਿੰਗ ਉਹਨਾਂ ਨੇ ਮੈਨੂੰ ਮਤਲਬ ਇੰਬਾਈਬ ਕਰਾਈ ਨਾ ਧੀਰੇ ਧੀਰੇ। ਤੇ ਉਹ ਮੈਨੂੰ ਰਿਅਲਾਈਜ਼ ਹੋਇਆ ਕਿ ਅਸੀਂ ਜਿਵੇਂ ਮੈਂ ਆਪਣੇ ਆਫਿਸ ਜਾ ਰਿਹਾ ਤੇ ਕੋਈ ਮੈਨੂੰ ਕੈਬ ਵਾਲਾ ਲੈਣ ਆ ਰਿਹਾ, ਤੇ ਉਸ ਕੈਬ ਵਾਲੇ ਡਰਾਈਵਰ ਨਾਲ ਅਸੀਂ ਇੱਕ ਨੋਰਮਲ ਹਿਊਮਨ ਸਮਝ ਕੇ ਅਸੀਂ ਇੱਕ ਰਿਲੇਸ਼ਨ ਵਾਲੀ ਗੱਲ ਕਰਨੀ ਸ਼ੁਰੂ ਕਰਤੀ। ਤੇ ਉਹਦਾ ਬੜਾ ਨਾ ਐਕਸਪੀਰੀਅੰਸ ਬੜਾ ਡਿਫਰੈਂਸ ਪੈਂਦਾ ਮਤਲਬ ਨਾ ਲਾਈਫ ਆਪਣੇ ਆਪ ਵਿੱਚ ਵੀ,
ਤੇ ਦੂਜੇ ਬੰਦੇ ਨੂੰ ਲੱਗਦਾ ਕਿ ਮੈਨੂੰ ਯਾਰ ਇੱਕ ਰਿਸਪੈਕਟ ਮਿਲ ਰਹੀ ਹੈ ਨਾਰਮਲ ਡੇ ਟੂ ਡੇ ਲਾਈਫ ਨਾ ਨਾਰਮਲ ਅਸੀਂ ਮਤਲਬ ਇਹੀ ਸੋਚ ਲੈਂਦੇ ਕਿ ਮੈਂ ਤਾਂ ਵੱਡਾ, ਮੈਂ ਤਾਂ ਕੋਈ ਇੱਕ ਕੰਪਨੀ ਤੇ ਮਤਲਬ ਕੰਮ ਕਰ ਰਿਹਾ, ਇੱਕ ਛੋਟਾ ਡਰਾਈਵਰ ਹੈ ਜਾਂ ਇੱਕ ਕੈਫੇਟਰੀ ਦਾ ਬॉय ਹੈ। ਬਟ ਜੇਕਰ ਅਸੀਂ ਨਾਰਮਲ ਆਪਣੀ ਬਿਹੇਵੀਅਰ ਆਪਣੀ ਡੇ ਟੂ ਡੇ ਲਾਈਫ 'ਚ ਵੀ ਨਾਰਮਲ ਲੋਕਾਂ ਨਾਲ ਅੱਛੀ ਤਰ੍ਹਾਂ ਗੱਲ ਕਰ ਲਈਏ ਜਾਂ ਉਹਨਾਂ ਦੀ ਪ੍ਰੋਬਲਮ ਸਮਝ ਲਈਏ ਤਾਂ ਉਹਦਾ ਬੜਾ ਫਰਕ ਪੈਂਦਾ। ਥੈਂਕ ਯੂ ਵੀਰ ਜੀ, ਸਹੀ ਗੱਲ ਸੀ ਮੇਰੀ, ਇਹੀ ਪੁਆਇੰਟ। ਥੈਂਕ ਯੂ ਉਪਕਾਰ ਜੀ। मनन जी। मासी जी आगे ने। ठीक है जी, जी मासी जी। चलो भाई। ਪੁਸ਼ਪਿੰਦਰ ਜੀ, हाँ ਤੁਹਾਨੂੰ जी ਆਈਡੀ ਪਤਾ ਹੈਗਾ? ਮੈਨੂੰ ਦੱਸ ਦਿਓਗੇ ਤੇ। हरजीत तलवार ਦੇ ਨਾਮ। ਹਾਂਜੀ ਮਾਸੀ ਜੀ, ਤੁਸੀਂ ਜੀ, ਅਸੀਂ ਤੁਹਾਨੂੰ, ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ। ਹੈਲੋ, I think ਉਹਨਾਂ ਦੇ ਆਡੀਓ ਵਿੱਚ there is some problem. Okay. So we cannot. ਸੋ ਸਤਵੰਤ ਭੈਣ ਜੀ ਹੈਗੇ ਨੇ, ਰਮਨੀਕ ਕੌਰ ਜੀ ਜਾਂ ਸੁਖਵੰਤ ਭੈਣ ਜੀ, ਰੁਪਿੰਦਰਪਾਲ ਸਿੰਘ ਜੀ, ਸਤਵਿੰਦਰ ਭੈਣ ਜੀ ਬੰਬੇ, ਕੀਰਤਨ ਕੌਰ ਜੀ। I think ਜੇ ਕੋਈ ਹੋਰ ਸ਼ੇਅਰਿੰਗ ਕਰਨਾ ਚਾਹੁੰਦਾ, otherwise I would request ਵੀਰ ਜੀ, you please help us to conclude this. ਹਰਜੀਤ ਮਾਸੀ ਜੀ, ਆਪ ਜੀ ਅਨਮਿਊਟ ਹੋ, ਤੁਸੀਂ ਕਰੋ ਟਰਾਈ। I think ਉਹਨਾਂ ਦੇ ਆਡੀਓ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਪੁਸ਼ਪਿੰਦਰ ਜੀ। ਮੈਂ ਇੱਕ ਦੋ ਵਾਰੀ ਉਹਨਾਂ ਨੂੰ ਦੁਬਾਰਾ ਵੀ so I think ਨਹੀਂ ਕਰ ਪਾ ਰਹੇ ਨੇ, so I can request ਵੀਰ ਜੀ if he can, ਹਰਜੀਤ ਤਲਵਾਰ, हेलो हाँ जी मासी जी। वाहिगुरु जी का खालसा, वाहिगुरु जी की फतेह। फतेह जी। आप सवारे मैं मिलिया सुख होवे। लिविंग ट्रेजर च आके I have learned to adopt Rabbi Gun, not only to learn myself but to share with everyone what we have learned. ਇੱਕ ਤੋਂ ਬਾਅਦ ਇੱਕ ਗੁਣ, ਜਿਵੇਂ ਸਹਿਜ, ਸੰਤੋਖ, ਮਿੱਠ ਬੋਲੜਾ ਹੋਣਾ, ਕਿਸੇ ਦਾ ਦਿਲ ਨਾ ਦੁਖਾਣਾ, ਪਰ ਸਭ ਤੋਂ ਪਹਿਲਾਂ ਆਪਣਾ ਭਾਂਡਾ ਸਾਫ਼ ਕਰਨਾ, ਆਪਣੀ ਇੰਟਰੋਸਪੈਕਸ਼ਨ ਕਰਨਾ ਤੇ ਆਪਣੇ ਫਲॉज ਦੂਰ ਕਰਨਾ, ਲੋਭ, ਲਾਲਚ, ਗੁੱਸਾ ਸਭ ਛੱਡਣਾ, ਤਾਂ ਹੀ ਉੱਚਾ ਆਚਰਣ ਬਣ ਸਕਦਾ ਹੈ। ਬਿਹੇਵੀਅਰ 'ਚ ਇੰਪਰੂਵਮੈਂਟ ਹੋ ਜਾਏਗੀ, ਦਇਆ ਕਰਨੀ ਆ ਜਾਏਗੀ, ਸਿੰਪਥੀ, ਐਮਪਥੀ ਕਰਨੀ ਆ ਜਾਏਗੀ, ਤੇ ਇਸ ਦੀ ਕੋਈ ਲਿਮਿਟ ਨਹੀਂ ਹੈ। ਇਹ ਅਮੂਲ ਗੁਣ ਹਨ ਤੇ ਔਗੁਣ ਛੱਡ ਕੇ ਗੁਣਾਂ ਨੂੰ ਅੰਦਰ ਪਾਣਾ ਹੈ, ਸੁਭਾਅ ਹੀ ਗੁਣਵਾਨ ਬਣਾਣਾ ਹੈ, ਥਾਟ ਪ੍ਰੋਸੈਸ ਹੀ ਚੇਂਜ ਕਰ ਲੈਣਾ ਹੈ, ਰੋਂਗ ਥਾਟਸ ਨੂੰ ਫਸਟ ਟਾਈਮ ਨੋ ਕਰ ਦੇਣਾ ਹੈ। ਜਿਸ ਤਰ੍ਹਾਂ ਵੀਰ ਜੀ ਨੇ ਇੱਕ ਵਾਰੀ ਦੱਸਿਆ ਸੀਗਾ ਕਿ ਤੇਜਵੀਰ ਵੀਰ ਜੀ ਜਿਹੜੇ ਨੇ ਉਹ ਸਾਰੇ ਆਫਿਸ ਵਾਲੇ ਸ਼ਰਾਬ ਪੀਂਦੇ ਨੇ ਪਰ ਉਹ ਨਹੀਂ ਪੀਂਦੇ, ਤੇ ਇਹ ਇੱਕ ਉਹਨਾਂ ਦਾ ਕੈਰੈਕਟਰ ਦਾ ਬਹੁਤ ਵੱਡਾ ਗੁਣ ਬਣ ਗਿਆ ਨਾ,
ਇਸੀ ਤਰ੍ਹਾਂ ਅਸੀਂ ਇੱਕ ਦੇ ਬਾਅਦ ਇੱਕ ਔਗਣ ਛੱਡਦੇ ਜਾਵਾਂਗੇ। ਉਹਨਾਂ ਨੇ ਤੇ ਪਹਿਲੀ ਵਾਰੀ ਨੋ ਕਹਿ ਦਿੱਤਾ ਨਾ, ਅਡਾਪਟ ਹੀ ਨਹੀਂ ਕੀਤਾ, ਆਪਣੀ ਹੈਬਿਟ ਹੀ ਨਹੀਂ ਬਣਾਈ। ਲੇਕਿਨ ਜਿਹੜੇ ਹੈਬਿਟ ਬਣਾ ਲੈਂਦੇ ਨੇ ਉਹਨਾਂ ਨੂੰ ਵੀ ਛੱਡਣਾ ਪੈਂਦਾ ਹੈ। हैबिट नहीं बनानी बार बार उगन करके। This is what I have learned from Living Treasure. Thank you जी। वाहिगुरु जी का खालसा, वाहिगुरु जी की फतेह। Thank you, Masi ji. Now I would request Veer ji ki please ਸਾਡੇ ਨਾਲ ਅੱਜ ਦਾ ਇਹ ਟੌਪਿਕ ਕਨਕਲੂਡ ਕਰਨ। ਹਾਂਜੀ, ਸੋ ਅਸੀਂ ਜਿਹੜਾ ਅੱਜ ਲਫ਼ਜ਼ ਸਮਝਣ ਦਾ ਯਤਨ ਕਰ ਰਹੇ ਹਾਂ, ਉੱਚਾ ਆਚਰਣ ਰੱਖਣਾ। ਉੱਚਾ ਆਚਰਣ ਰੱਖਣ ਦਾ ਮਤਲਬ ਹੈ ਉੱਚਾ ਬਿਹੇਵੀਅਰ, ਸੁਚੱਜਾ ਬਿਹੇਵੀਅਰ, ਸਦਗੁਣੀ ਵਾਲਾ, ਮੋਰੈਲਿਟੀ ਵਾਲਾ, ਆਈਡੀਅਲਸ ਵਾਲਾ ਬਿਹੇਵੀਅਰ ਉੱਚਾ ਆਚਰਣ ਹੁੰਦਾ ਹੈ। ਔਰ ਜੋ ਆਚਰਣ ਦੇ ਵਿਚਕਾਰ ਇੱਕ ਲਫ਼ਜ਼ ਹੈ ਚਰਨ। ਚਰਨ ਦਾ ਮਤਲਬ ਹੈ ਫੁੱਟ ਸਟੈਪਸ। ਜੋ ਸੱਚ ਦੇ ਚਰਨਾਂ ਤੇ ਟੁਰਦਾ ਹੈ ਉਹਨੂੰ ਕਹਿੰਦੇ ਨੇ ਮਾਈ ਚਰਨ ਗੁਰਮੀਠੇ। ਸੋ ਜਿਹੜੇ ਫਿਜ਼ੀਕਲ ਗੁਰੂ ਮੰਨਦੇ ਨੇ ਉਹ ਫਿਜ਼ੀਕਲ ਗੁਰੂ ਦੇ ਪੈਰ ਧੋ ਕੇ ਪਾਣੀ ਪੀਂਦੇ ਨੇ, ਉਹਨੂੰ ਮਿੱਠਾ ਨਹੀਂ ਕਹਿੰਦੇ ਨੇ। ਮਾਈ ਚਰਨ ਗੁਰਮੀਠੇ ਹੁੰਦਾ ਹੈ ਜੋ ਮਿੱਠੇ ਬੋਲ, ਸੌਫਟ ਸਪੋਕਨ, ਇਲ ਲੈਂਗੁਏਜ ਨਾ ਬੋਲਣਾ, ਐਬਿਊਜ਼ਿਵ ਲੈਂਗੁਏਜ ਨਾ ਬੋਲਣਾ, ਕਿਸੇ ਦੇ ਨਾਲ ਬੈਡ ਬਿਹੇਵੀਅਰ ਵਾਲੀ ਬਾਡੀ ਲੈਂਗੁਏਜ ਵੀ ਨਾ ਬੋਲਣਾ, ਆਪਣੀਆਂ ਅੱਖਾਂ ਦੇ ਨਾਲ ਵੀ ਕਿਸੇ ਨੂੰ ਲੈਟ ਡਾਊਨ ਨਾ ਕਰਨਾ। ਇਹ ਮਾਈ ਚਰਨ ਗੁਰਮੀਠੇ ਫੋਲੋ ਕੀਤਾ ਜਾ ਰਿਹਾ। ਸੋ ਮਿੱਠੇ ਚਰਨ ਫੋਲੋ ਕਰਨ ਦੇ ਨਾਲ ਸਾਡਾ ਆਚਰਣ ਉੱਚਾ ਬਣਦਾ ਹੈ। ਅਸੀਂ ਆਪਣੇ ਆਪ ਨਾਲ ਔਰ ਆਪਣੇ ਚਾਰੋਂ ਪਾਸੇ, ਆਪਣਾ ਪਰਿਵਾਰ ਔਰ ਆਪਣਾ ਸਮਾਜ, ਸਾਰੀ ਦੁਨੀਆ ਦੇ ਨਾਲ ਜਦੋਂ ਸੌਫਟ ਸਪੋਕਨ ਹੁੰਦੇ ਆ, ਨਮਰਤਾ ਨਾਲ ਬੋਲਦੇ ਆ, ਮਿੱਠਾ ਬੋਲਦੇ ਆ, ਉਹਨਾਂ ਦੇ ਭਲੇ ਵਾਸਤੇ ਬੋਲਦੇ ਆ, ਕਾਈਂਡ ਹਾਰਟ ਹੋ ਕੇ ਬੋਲਦੇ ਆ, ਬਿਨਾਂ ਅਹਿਸਾਨ ਚੜਾਇਆ ਬੋਲਦੇ ਆ, ਬਿਨਾਂ ਕਿਸੇ ਨੂੰ ਹਰਟ ਕੀਤਿਆਂ ਬੋਲਦੇ ਆ, ਤਾਂ ਮਾਈ ਚਰਨ ਗੁਰ ਮਿੱਠੇ ਬਣਦਾ ਹੈ। ਔਰ ਜਦੋਂ ਅਸੀਂ ਕਹਿੰਦੇ ਆ ਕਿ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ, ਤਾਂ ਉਹ ਵੀ ਕੋਈ ਫਿਜ਼ੀਕਲ ਗੁਰੂ ਜੀ ਦੇ ਚਰਨ ਧੋ ਕੇ ਪੀਣ ਵਾਲੀ ਗੱਲ ਨਹੀਂ ਚੱਲ ਰਹੀ, ਨਾ ਕੋਈ ਥੜੇ ਧੋ ਕੇ ਪੀਣ ਵਾਲੀ ਗੱਲ ਚੱਲ ਰਹੀ ਹੈ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਦਾ ਮਤਲਬ ਹੈ ਮੈਂ ਤੇਰੇ ਫੁੱਟ ਸਟੈਪਸ ਦਾ ਜਿਹੜਾ ਐਸੈਂਸ ਹੈ ਉਹਦਾ ਅੰਮ੍ਰਿਤ ਪੀਂਦਾ ਹਾਂ, ਤਾਂ ਕਿ ਮੇਰਾ ਆਚਰਣ ਉੱਚਾ ਹੋ ਜਾਏ, ਤਾਂ ਕਿ ਮੇਰਾ ਬਿਹੇਵੀਅਰ ਫੁੱਲ ਆਫ ਹਿਊਮੈਨਿਟੀ ਵਾਲਾ ਹੋ ਜਾਵੇ। ਸੋ ਅਸੀਂ ਜਿਹੜਾ ਉੱਚਾ ਆਚਰਣ ਰੱਖਣ ਦਾ ਟੌਪਿਕ ਹੈ, ਇਹਨੂੰ ਸਿਰਫ ਤੇ ਸਿਰਫ ਇੱਕ ਵਿੰਡੋ ਜਿਹੜੀ ਬੜੀ ਛੋਟੀ ਜੀ ਹੈ ਕਿ ਅਸੀਂ ਲੋ ਜੀ ਲਓ ਮੈਂ ਤੇ ਰਿਸ਼ਵਤ ਨਹੀਂ ਲੈਂਦਾ ਔਰ ਮੈਂ ਸੈਕਸ਼ੂਅਲ ਡਿਜ਼ਾਇਰਸ ਤੋਂ ਪਰੇ ਹਾਂ, ਉਹ ਆਚਰਣ ਉੱਚਾ ਹੋ ਗਿਆ। ਨਹੀਂ, ਇਹਨੂੰ ਨਹੀਂ ਕਹਿੰਦੇ। ਜੇ ਮੈਂ ਟੈਂਪਟਿੰਗ ਹੋ ਗਿਆ ਕਿਸੇ ਦੇ ਮਿਸਬਿਹੇਵੀਅਰ ਨਾਲ ਕਿ ਮੈਂ ਨਿੰਦਾ ਕਰ ਸਕਦਾ ਹਾਂ, ਬੈਕ ਬਾਈਟਿੰਗ ਕਰ ਸਕਦਾ ਹਾਂ, ਲੈਗ ਪੁਲਿੰਗ ਕਰ ਸਕਦਾ ਹਾਂ, ਉੱਚਾ ਬੋਲ ਸਕਦਾ ਹਾਂ, ਗਾਲ ਕੱਢ ਸਕਦਾ ਹਾਂ, ਦੂਜੇ ਨੂੰ ਡੀਫੇਮ ਕਰ ਸਕਦਾ ਹਾਂ, ਤਾਂ ਮੈਂ ਨੀਚ ਕਰਮ ਵਾਲਾ ਬਣ ਜਾਂਦਾ ਹਾਂ। ਉੱਚਾ ਆਚਰਣ ਵਾਲਾ ਤੇ ਨਿੰਦਾ ਭਲੇ ਕਿਸੇ ਕੀ ਨਹੀਂ ਕਰਦਾ ਹੈ। ਉੱਚਾ ਆਚਰਣ ਵਾਲਾ ਤੇ ਆਪਣੇ ਪੁਆਇੰਟ ਆਫ ਵਿਊ ਨੂੰ ਜ਼ਬਰਦਸਤੀ ਥੋਪ ਕੇ ਦੂਜਿਆਂ ਨੂੰ ਨਹੀਂ ਦੱਸਦਾ ਮੈਂ ਹੀ ਰਾਈਟ ਹਾਂ। I am always Mr. Right. ਉੱਚਾ ਆਚਰਣ ਬਹੁਤ ਵਾਸਟ ਸਬਜੈਕਟ ਹੈ, ਪਰ ਜਿਉਂ-ਜਿਉਂ ਅਸੀਂ ਉੱਚੇ ਆਚਰਣ ਵਾਲੇ ਬੰਦੇ ਜਾਂਦੇ ਆ ਨਾ, ਸਾਨੂੰ ਖੇੜਾ ਆਉਂਦਾ ਜਾਂਦਾ ਹੈ, ਸਾਡਾ ਬਿਹੇਵੀਅਰ ਚੰਗਾ ਹੁੰਦਾ ਜਾਂਦਾ ਹੈ ਔਰ ਅਸੀਂ ਇਨਸਾਨੀਅਤ ਭਰਪੂਰ ਬਿਹੇਵੀਅਰ ਕਰਨ ਲੱਗ ਪੈਂਦੇ ਆ। ਔਰ ਸਬਜੈਕਟ ਟੂ ਅਦਰਸ ਜੋ ਉਹ ਮਿਸਬਿਹੇਵ ਕਰਦੇ ਨੇ, ਅਸੀਂ ਆਪਣਾ ਬਿਹੇਵੀਅਰ ਗਲਤ ਨਹੀਂ ਕਰਦੇ ਆ, ਤਾਂ ਅਸੀਂ ਉੱਚੇ ਹੁੰਦੇ ਜਾਂਦੇ ਆ। ਅਸੀਂ ਉਹਦੇ ਲੈਵਲ ਤੇ ਜਾ ਕੇ ਨਹੀਂ ਡਿੱਗਦੇ ਆ। ਮੈਨੂੰ ਉਹਦੀ ਸਿਗਮੰਡ ਫਰਾਇਡ ਦੀ ਇੱਕ ਸਟੇਟਮੈਂਟ ਯਾਦ ਆ ਗਈ ਹੈ। ਸਿਗਮੰਡ ਫਰਾਇਡ ਕਹਿੰਦਾ ਹੈ ਜਿਹੜੇ ਮੀਨ ਲੋਕੀ ਹੁੰਦੇ ਨੇ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਤੁਹਾਨੂੰ ਉੱਚੇ ਲੈਵਲ ਤੋਂ ਘਸੀਟ ਕੇ ਥੱਲੇ ਲੈ ਕੇ ਆਣਗੇ ਔਰ ਤੁਹਾਨੂੰ ਵੀ ਮਜਬੂਰ ਕਰ ਦੇਣਗੇ ਕਿ ਤੁਸੀਂ ਮੀਨ ਗੱਲਾਂ ਕਰੋ। ਹੁਣ ਅਸੀਂ ਤੇ ਪਹਿਲੀ ਗੱਲ ਇਹ ਸਿੱਖ ਰਹੇ ਹਾਂ ਕਿ ਕੋਈ ਮੀਨ ਹੈ ਹੀ ਨਹੀਂ। ਦੂਜੀ ਗੱਲ ਅਸੀਂ ਇਹ ਸਿੱਖ ਰਹੇ ਹਾਂ ਕਿ ਕੋਈ
ਮੂਰਖ ਹੈ ਹੀ ਨਹੀਂ। ਪਰ ਨਾਲ ਨਾਲ ਮੈਂ ਇਹ ਵੀ ਤੇ ਸਿੱਖਣਾ ਹੈ ਕਿ ਜੇਕਰ ਕੋਈ ਮੇਰੇ ਨਾਲ ਮਿਸਬਿਹੇਵ ਕਰਦਾ ਹੈ ਤਾਂ ਮੈਂ ਆਪਣੇ ਆਚਰਣ ਤੋਂ ਨਹੀਂ ਡਿੱਗਣਾ। ਹੈ ਨਾ, ਅਸੀਂ ਆਪਣੇ ਆਚਰਣ ਨੂੰ ਡੇ ਬਾਈ ਡੇ ਉੱਚਾ ਰੱਖਣਾ ਹੈ। ਦੁਨੀਆ ਬਿਜ਼ਨਸ ਨੂੰ ਸਸਟੇਨ ਕਰਨ ਦੀਆਂ ਗੱਲਾਂ ਕਰਦੀ ਹੈ, ਜੌਬ ਨੂੰ ਸਸਟੇਨ ਕਰਨ ਦੀਆਂ ਗੱਲਾਂ ਕਰਦੀ ਹੈ, ਪਰ ਆਚਰਣ ਨੂੰ ਸਸਟੇਨ ਕਰਨ ਵਾਸਤੇ ਜਿਹੜੀ ਮਿਹਨਤ ਅਸੀਂ ਕਰਦੇ ਆ ਨਾ, ਉਹਨੂੰ ਸਿਮਰਨ ਕਹਿੰਦੇ ਨੇ, ਉਹਨੂੰ ਸਿਮਰਨ ਦੀਆਂ ਬਰਕਤਾਂ ਕਹਿੰਦੇ ਨੇ, ਉਹਨੂੰ ਸਿਮਰਨ ਦਾ ਬੈਨੀਫਿਟ ਮਿਲਣਾ ਕਹਿੰਦੇ ਨੇ, ਪ੍ਰੋਸਪੈਰਿਟੀ ਕਹਿੰਦੇ ਨੇ, ਬਲੇਸਿੰਗਸ ਕਹਿੰਦੇ ਨੇ, ਉਹਨੂੰ ਖੁਸ਼ਹਾਲੀ ਕਹਿੰਦੇ ਨੇ। ਇਹ ਬਾਰ-ਬਾਰ ਹਰ ਵਾਰੀ ਮੈਂ ਸਿਮਰਨ ਦੀਆਂ ਬਰਕਤਾਂ ਦੀਆਂ ਗੱਲਾਂ ਇੰਜ ਕਰਦਾ। ਤੁਸੀਂ ਸਾਰਿਆਂ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਇੱਕ ਪੁਸਤਕ ਹੈ ਸਿਮਰਨ ਦੀਆਂ ਬਰਕਤਾਂ, ਉਹਨੂੰ ਪੜ੍ਹਨਾ ਹੈ। ਉਹਦੇ ਵਿਚਕਾਰ ਇਹ ਟੌਪਿਕਸ ਡਿਸਕਸ ਕੀਤੇ ਹੋਏ ਨੇ। ਮੈਂ ਹੂ ਬਹੂ ਉਹਨਾਂ ਨੂੰ ਟੋਪੋ ਕਰਕੇ ਇੱਥੇ ਨਹੀਂ ਡਿਸਕਸ ਕਰ ਰਿਹਾ। ਮੈਨੂੰ ਉੱਥੋਂ ਜੋ ਸਮਝ ਆਇਆ ਸੀ ਉਹ ਮੈਂ ਇਹ ਸਿਮਰਨ ਚਾਰਟ ਬਣਾ ਲਿਆ ਕਿ ਜੇ ਅਸੀਂ ਇਹ ਪੁਆਇੰਟਸ, ਇਹ ਫੁੱਟ ਸਟੈਪਸ ਤੇ ਜੀਂਦੇ ਹਾਂ ਤਾਂ ਅਸੀਂ ਸਿਮਰਨ ਦੀਆਂ ਬਰਕਤਾਂ ਪ੍ਰਾਪਤ ਕਰ ਰਹੇ ਹਾਂ। ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਇੱਕ ਹੋਰ ਪੁਸਤਕ ਬੜੀ ਕੀਮਤੀ ਹੈ, ਬੁਰਾਈ ਦਾ ਟਾਕਰਾ। ਉਹਦੇ ਵਿੱਚ ਉਹ ਕਹਿੰਦੇ ਨੇ ਆਪਣੇ ਮਨ ਨੂੰ ਕਦੇ ਐਕਸੈਪਟ ਨਾ ਕਰਨ ਦਿਓ ਕਿ ਮੈਂ ਭੈੜਾ ਹਾਂ, ਮੈਂ ਮੀਨ ਹਾਂ, ਮੈਂ ਕਮੀਨਾ ਹਾਂ। ਆਪਣੇ ਅੰਦਰ ਇਹ ਗਿਲਟ ਫੀਲ ਕਦੇ ਨਾ ਆਣ ਦਿਓ। ਗਿਲਟ ਫੀਲ ਆਏਗਾ ਤੁਹਾਡਾ ਮਨ ਤੁਹਾਨੂੰ ਹੋਰ ਥੱਲੇ ਖਿੱਚੇਗਾ। हाँ हाँ मैं तो ऐसा ही हूं ना, मैं तो झूठ बोलता हूं ना, लो मैं झूठा हूं। हाँ हाँ तुम मेरे को कहते हो गाली निकालता है, लो मैं 2 की 4 सुनाऊंगा। हाँ हाँ तुम मेरे को बोलते हो ना ये ऐसे बोलता है। ਆਪਣੇ ਆਪ ਨੂੰ ਨਾ ਅਸੀਂ ਇੰਜ ਕਰੀ ਜਾਂਦੇ ਆ ਨਾ, ਜਦੋਂ ਕਰੀ ਜਾਂਦੇ ਆ ਤਾਂ ਅਸੀਂ ਆਪਣੇ ਅੰਦਰੋਂ ਉੱਠੀ ਹੋਈ ਬੁਰਾਈ ਦਾ ਟਾਕਰਾ ਨਹੀਂ ਕਰਦੇ ਆ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜਾ ਕਮਾਲ ਦਾ ਇਹ ਸਬਜੈਕਟ ਲਿਖਿਆ ਉਹਦੇ ਅੰਦਰ, ਔਰ ਇਹ ਸਬਜੈਕਟ ਬੀਜੀ ਨੇ ਮੈਨੂੰ ਅੱਜ ਤੋਂ 7 ਸਾਲ ਪਹਿਲਾਂ ਪੜਾਇਆ ਸੀ। ਤੇ ਜਦੋਂ ਬੀਜੀ ਨੇ ਮੈਨੂੰ ਉਹ ਪੁਸਤਕ ਮੇਰੇ ਸਾਹਮਣੇ ਰੱਖੀ ਤਾਂ ਮੈਂ ਬੀਜੀ ਨੂੰ ਕਿਹਾ, ਬੀਜੀ ਮੈਂ ਪੜਿਆ ਹੋਇਆ। ਤਾਂ ਬੀਜੀ ਮੈਨੂੰ ਪਤਾ ਕੀ ਕਹਿੰਦੇ ਨੇ, ਕਾਕਾ ਤੂੰ ਪੜਿਆ ਹੋਇਆ, ਮੈਨੂੰ ਪਤਾ ਹੈ। ਤੂੰ ਕਿੰਨੇ ਚਿਰ ਪਹਿਲਾਂ ਪੜਿਆ ਹੋਏਗਾ ਇਹ ਗੱਲ ਵੱਖਰੀ ਹੈ। ਹੁਣ ਤੂੰ ਦੁਨੀਆ ਨਾਲ ਲੈਕਚਰ ਵੀ ਸਾਂਝ ਕਰਦਾ ਰਹਿਣਾ ਹੈ, ਸਾਰੀ ਦੁਨੀਆ ਵੀ ਫਿਰਦਾ ਰਹਿਣਾ ਹੈ, ਹੁਣ ਤੂੰ ਦੁਬਾਰਾ ਪੜ। ਤਾਂ ਮੈਨੂੰ ਉਹਦੇ ਚ ਸਮਝ ਆਇਆ, ਆਪਣੇ ਆਪ ਨੂੰ ਗਿਲਟ ਫੀਲਿੰਗ ਵਿੱਚ ਲਿਆ ਕੇ, ਆਪਣੇ ਆਪ ਨੂੰ ਭੈੜਾ ਭੈੜਾ ਕਹਿ ਕੇ, ਆਪਣੇ ਆਪ ਨੂੰ ਇਨਵੈਲੀਡੇਟ ਕਰ ਕਰਕੇ ਸਾਡਾ ਮਨ ਸਾਨੂੰ ਉੱਚਾ ਚੜ੍ਹਨ ਹੀ ਨਹੀਂ ਦਿੰਦਾ। ਜਿਹੜੀ ਨੂੰ ਆਪਣੇ ਆਪ ਨੂੰ ਇੰਜ ਕਹਿਣ ਲੱਗ ਪੈਂਦੇ ਨੇ, ਹਾਂ ਹਾਂ ਮੈਂ ਤਾਂ ਆਪਣੇ ਮਾਇਕੇ, ਮੈਂ ਤਾਂ ਜਾ ਰਹੀ ਹੂੰ ਮਾਇਕੇ ਜਾ ਰਹੀ ਹੂੰ, ਸੰਭਾਲੋ ਆਪਣਾ, ਉਹ ਇੰਜ ਕਹਿਣ ਲੱਗ ਪੈਂਦੀ ਹੈ। पति अपने हिसाब के नाल पुट्ठा सीधा बोलने लगता है तो हाँ हाँ ठीक है, फिर मैं बाहर खा लूंगा, तुम्हारी पकाई से ही नहीं चलेगा काम, मैं तुम्हारे पे डिपेंड नहीं हूं, जाओ। वो ऐद बोलता है। बुराई दा टाकरा नहीं करते हैं, उच्चा आचरण नहीं बनता, मिसबिहेव शुरू हो जाता है, मीन बिहेव शुरू हो जाता है। और मीन बिहेव नू उच्चा आचरण नहीं कहते। उच्चे आचरण वाला ਆਪਣੇ ਆਪ ਨੂੰ ਉਸ ਉਚਾਈ ਤੇ ਰੱਖਦਾ ਹੈ, ਕਿਉਂਕਿ ਇਸ ਉਚਾਈ ਤੱਕ, ਐਵਰੈਸਟ ਦੀ ਇਸ ਚੋਟੀ ਤੱਕ ਪਹੁੰਚਣ ਵਾਸਤੇ ਉਹਦੀ ਮਿਹਨਤਾਂ ਦੀ, ਜ਼ਿੰਦਗੀ ਭਰ ਦੀ, ਸਦੀਆਂ ਦੀ, ਮੈਨੀ ਸੈਂਚੁਰੀਜ਼ ਦੀ ਕਮਾਈ ਹੁੰਦੀ ਹੈ ਨਾ। ਸੋ ਆਪਣੀ ਇੰਟਰੋਸਪੈਕਸ਼ਨ ਕਰਕੇ ਆਪਣੇ ਹਰ ਅਵਗੁਣ ਨੂੰ ਦੂਰ ਕਰਦੇ ਜਾਣਾ, ਅਸੀਂ ਉੱਚੇ ਆਚरण वाले बनते जाते हैं। किसी ने शब्द पाया, हम अवगुण परे गुणाई अमृत छाट बिखे भी खाई, ਤਾਂ ਉਹਦਾ ਮਤਲਬ ਇਹੀ ਹੈ ਕਿ ਮੈਂ ਚੰਗੇ ਗੁਣ ਲੈਂਦਾ ਨਹੀਂ ਆ, ਅਵਗੁਣਾਂ ਨੂੰ ਫਾਲੋ ਕਰਦਾ ਰਹਿੰਦਾ। ਇਹ ਤਾਂ ਇੰਟਰੋਸਪੈਕਸ਼ਨ ਸ਼ੁਰੂ ਹੋਈ ਹੈ ਨਾ। ਹੁਣ ਜਦੋਂ ਇੰਟਰੋਸਪੈਕਸ਼ਨ ਸ਼ੁਰੂ ਹੋਈ ਹੈ ਤਾਂ ਫਿਰ ਇਹ ਵੀ ਤੇ ਹੈ, अमृत छाट बिखे भी खाई माया मोह परम पै भूले सुधारा से प्रीत लाई, एक उत्तम पद सुनियो गुरसंगत। अच्छा उन्होंने सोल्यूशन दिता है, अच्छा तू अवगुणा च रहिंदा है, तू रियलाइज कर रहा है, उत्तम पंथ उच्चा हो सकता है। गुरसंगत कर, गुरु दे दस्से ख्यालां दे नाल जुड़,
तय मिलन जम त्रास मिटाई। जम त्रास की है नीच कर्म की है नीवी सोच की है नीवा करैक्टर। ਉੱਚਾ ਆਚਰਣ ਬਣਾਉਣਾ, ਜਿਹੜੇ ਗੁਣ ਸਿੱਖ ਗਿਆ ਉਹਨਾਂ ਤੇ ਸਸਟੇਨ ਕਰਨਾ, ਉਹਨਾਂ ਨੂੰ ਕਹਿੰਦੇ ਨੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਹਾਂਜੀ, ਇਤਨੀ ਹੀ ਮੈਨੂੰ ਇਹਦੇ ਚੋਂ ਸਮਝ ਆ ਰਹੀ ਹੈ। ਹੋਰ ਸਮਝ ਆਈ ਤੇ ਹੋਰ ਸਾਂਝ ਕਰਾਂਗਾ। ਬਾਕੀ ਕੋਈ ਸਵਾਲ ਅਤੇ ਕਰ ਸਕਦੇ ਹੋ, ਵਰਨਾ ਮੈਂ ਖਿਮਾ ਦਾ ਜਾ ਚੁੱਕਾ ਜੀ। ਅਸੀਂ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਹਰ ਹਫਤੇ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਸੈਟਰਡੇ ਕਲਾਸ ਵਿੱਚ ਸ਼ਾਮਿਲ ਹੋਏ। ਤੇ ਵੀ ਆਰ ਥੈਂਕਫੁਲ ਟੂ ਵੀਰ ਜੀ ਆਲਸੋ ਕਿ ਉਹ ਪਿਛਲੇ 26-27 ਸਾਲ ਤੋਂ ਇਸ ਕੰਮ ਵਿੱਚ ਬਿਲਕੁਲ ਡੈਡੀਕੇਸ਼ਨ ਨਾਲ ਔਰ ਨਿਸ਼ਕਾਮ ਤਰੀਕੇ ਨਾਲ 24/7 365 he has dedicated himself for the cause। ਤੇ ਅਸੀਂ ਆਸ ਕਰਦੇ ਹਾਂ ਕਿ ਨੈਕਸਟ ਵੀਕ ਵੀ ਸੈਟਰਡੇ ਤੁਸੀਂ ਸਾਰੇ ਇਸੇ ਤਰੀਕੇ ਸਾਡੇ ਨਾਲ ਇਸ ਕਲਾਸ ਵਿੱਚ ਰੂਬਰੂ ਹੋਗੇ। ਪਲੱਸ ਜਿਵੇਂ ਕਿ ਅਸੀਂ ਪ੍ਰੋਗਰਾਮ ਦੀ ਬਿਗਨਿੰਗ ਵਿੱਚ ਸ਼ੇਅਰਿੰਗ ਕੀਤੀ ਸੀ ਕਿ ਤੁਸੀਂ ਵੱਧ ਤੋਂ ਵੱਧ ਸਾਡੀ ਹੈਲਪ ਕਰ ਸਕਦੇ ਹੋ। ਜਿੰਨੇ ਵੀ ਸਾਡੇ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਵਾਸਤੇ ਤੁਸੀਂ ਲਿਵਿੰਗ ਟ੍ਰੇਲਰ ਆਫਿਸ ਫੋਨ ਕਰ ਸਕਦੇ ਹੋ, ਜਾਂ ਜੁਝਾਰ ਵੀਰ ਨੂੰ ਜਾਂ ਮੈਨੂੰ ਜਾਂ ਵੀਰ ਜੀ ਨੂੰ, ਕਿਸੇ ਨੂੰ ਵੀ ਗੱਲ ਕਰਕੇ ਅਸੀਂ ਜੋਗ੍ਰਾਫਿਕਲੀ ਕਿਤੇ ਵੀ ਬੈਠੇ ਹੋਈਏ, we can start our journey and it can really help other people to live a better and easy life। Once again we are thankful to Veer ji for sharing this important topic with us। so ਇਹਨਾਂ ਲਫ਼ਜ਼ਾਂ ਨਾਲ ਹੀ ਅਸੀਂ ਖਿਮਾ ਦੇ ਜਾਚਕ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅਗਲੇ ਹਫਤੇ ਆਪਣੇ ਬਹੁਤ ਸਾਰੇ ਸਵਾਲ ਲੈ ਕੇ ਔਰ ਵੱਧ ਤੋਂ ਵੱਧ ਆਪਣੀ ਸ਼ੇਅਰਿੰਗਸ ਵੀ ਲੈ ਕੇ ਕਿ ਤੁਸੀਂ ਉਸ ਟੌਪਿਕ ਨਾਲ ਕੀ ਸਮਝਦੇ ਹੋ, ਕਿਉਂਕਿ ਇਹ ਸਾਡਾ ਸਾਰਿਆਂ ਦਾ ਰਲਵਾਂ ਯਤਨ ਹੈ। ਇੱਕ ਦੂਜੇ ਨੂੰ ਹੈਲਪ ਹੁੰਦੀ ਹੈ ਜਦੋਂ ਅਸੀਂ ਪੁਆਇੰਟਸ ਡਿਸਕਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਮਸਕਾਰ, ਖੁਦਾ ਹਾਫਿਜ਼, ਗੁੱਡ ਨਾਈਟ, ਗੁੱਡ ਈਵਨਿੰਗ।